आए प्रभ शरणागति कृपा निध दयाल। एक अखार हर मन बस्त नानक होत निहाल। हर सिमरत मन तन सुखी बिनसी दुतिया सोच। नानक टेक गोपाल की गोविंद संकट मोच। बाणी गुरु गुरु है बाणी विच बाणी अमृत सारे। गुर बाणी कह सेवक जन मानै प्रतख गुरु निस्तारे। कोट पराध हमारे खंड अनक विधि समझावह। हम अज्ञान अल्प मत थोरी तुम आपन बिरद रखाव। हम अज्ञान अल्प मत थोरी तुम आपन बिरद रखाव। जुगो जुग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ, ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ, ਜੋ ਵਿਸ਼ੇਸ਼ ਰੂਪ ਵਿੱਚ ਹਫ਼ਤਾਵਾਰੀ ਦੀਵਾਨ ਸਜਾਏ ਜਾਂਦੇ ਹਨ। ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤੀ ਹੋਈ ਰੱਬੀ ਬਾਣੀ ਸਿੱਧ ਗੋਸ਼ਟ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਓ ਉਸ ਸ਼ਬਦ ਵਿਚਾਰ ਨਾਲ ਸਾਂਝ ਪਾਉਣ ਦਾ ਹੁਣ ਆਪਾਂ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ। ਸਭ ਤੋਂ ਪਹਿਲਾਂ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। ਪਿਆਰਿਓ, 18 ਪੌੜੀਆਂ ਦੀ ਵਿਚਾਰ ਆਪਾਂ ਹੁਣ ਤੱਕ ਸਾਂਝੀ ਕਰ ਚੁੱਕੇ ਹਾਂ। ਅੱਜ 19ਵੀਂ ਪੌੜੀ ਦੀ ਵਿਚਾਰ ਆਰੰਭ ਹੋਣੀ ਹੈ। 18ਵੀਂ ਪੌੜੀ ਸੀ ਜਿਸ ਵਿੱਚ ਸਵਾਲ ਸੀ ਉਹਨਾਂ ਦਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਇਹ ਜੋ ਸਿੱਧ ਲੋਕ ਨੇ ਉਹਨਾਂ ਦਾ ਸਵਾਲ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ। ਕਾਰਨ ਕੀ ਹੈ ਤੁਸੀਂ ਵੀ ਘਰ ਛੱਡ ਕੇ ਬਾਹਰ ਵਿਚਰ ਰਹੇ ਹੋ? ਇਹ ਜਿਹੜਾ ਭੇਖ ਹੈ, ਇਹ ਜਿਹੜਾ ਤੁਸੀਂ ਧਾਰਨ ਕੀਤਾ ਹੈ, ਇਹਦੇ ਪਿੱਛੇ ਮਕਸਦ ਕੀ ਹੈ ਤੁਹਾਡਾ? ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪਿਛਲੀ ਵਿਚਾਰ ਵਿੱਚ ਆਪਾਂ ਸਾਂਝਾ ਕਰ ਚੁੱਕੇ ਹਾਂ ਕਿ ਭੇਖ ਦਾ, ਕਰਮ ਕਾਂਡਾਂ ਦਾ ਗੁਰੂ ਸਾਹਿਬ ਜੀ ਨੇ ਇੱਥੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਖੰਡਨ ਕੀਤਾ। ਤੇ ਉਹਨਾਂ ਦਾ ਸਵਾਲ ਹੈ
ਕਿ ਫਿਰ ਤੁਸੀਂ ਵੀ ਤੇ ਘਰੋਂ ਬਾਹਰ ਵਿਚਰ ਰਹੇ ਹੋ। ਤੇ ਗੁਰੂ ਸਾਹਿਬ ਜੀ ਨੇ ਕੋਈ ਜਵਾਬ ਦਿੱਤਾ ਸੀ 18ਵੀਂ ਪੌੜੀ ਜਿਹੜੀ ਸੀ, ਗੁਰਮੁਖ ਖੋਜਤ ਭਏ ਉਦਾਸੀ। ਮੈਂ ਪਰਮਾਤਮਾ ਦੀ ਤਲਾਸ਼ ਵਿੱਚ ਨਹੀਂ ਹਾਂ, ਰੱਬ ਦੀ ਤਲਾਸ਼ ਵਿੱਚ ਨਹੀਂ ਹਾਂ। ਮੈਂ ਉਹਨਾਂ ਦੀ ਤਲਾਸ਼ ਵਿੱਚ ਹਾਂ ਜਿਹੜੇ ਗੁਰੂ ਦੇ ਹੁਕਮ, ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਦੇ ਮੁਤਾਬਕ ਆਪਣਾ ਜੀਵਨ ਜੀ ਰਹੇ ਨੇ। ਰੱਬੀ ਰਜ਼ਾ ਵਿੱਚ ਰਹਿਣ ਵਾਲੇ ਨੇ ਜਿਹੜੇ, ਰੱਬੀ ਹੁਕਮ ਵਿੱਚ ਚੱਲਣ ਵਾਲੇ ਨੇ ਜਿਹੜੇ, ਉਹਨਾਂ ਦੀ ਤਲਾਸ਼ ਵਿੱਚ ਹਾਂ। ਤੁਸੀਂ ਕਦੇ ਮਹਿਸੂਸ ਕਰਿਓ, ਸੰਸਾਰ ਦੇ ਅੰਦਰ ਜਿੰਨਾ ਵਖਰੇਵਾ, ਜਿੰਨਾ ਇੱਕ ਦੂਜੇ ਦੀ ਵਿਰੋਧਤਾ, ਇੱਕ ਦੂਜੇ ਤੋਂ ਦੂਰੀਆਂ, ਰੱਬ ਦੇ ਨਾਂ ਦੇ ਉੱਤੇ, ਰੱਬ ਦੀ ਤਲਾਸ਼ ਵਿੱਚ ਜਾਂ ਰੱਬ ਨੂੰ ਪਾਉਣ ਦੇ ਯਤਨਾਂ ਦੇ ਵਿੱਚ, ਇਸ ਚੀਜ਼ ਨੇ ਜਿੰਨਾ ਸੰਸਾਰ ਦੇ ਵਿੱਚ ਇਹ ਚੀਜ਼ਾਂ ਨੂੰ ਫੈਲਾਇਆ, ਸ਼ਾਇਦ ਕੋਈ ਹੋਰ ਕਾਰਨ ਇੰਨਾ ਜ਼ਿਆਦਾ ਨਹੀਂ ਹੈ। ਉਹਦਾ ਕਾਰਨ ਹੈ, ਹਰੇਕ ਦੀ ਕੋਸ਼ਿਸ਼ ਇਹ ਹੈ ਰੱਬ ਨੂੰ ਪਾਉਣਾ, ਰੱਬ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ, ਕਿਸੇ ਤਰ੍ਹਾਂ ਰੱਬ ਮਿਲੇ ਸਾਨੂੰ। ਗੁਰੂ ਸਾਹਿਬ ਜੀ ਦਾ ਫਲਸਫਾ ਬੜਾ ਖੂਬਸੂਰਤ ਹੈ। ਮੈਂ ਪਿਛਲੇ ਦਿਨ ਇੱਕ ਨੁਕਤਾ ਸਾਂਝਾ ਕੀਤਾ ਸੀ, ਰੱਬੀ ਮਿਲਾਪ ਦਾ ਅਰਥ ਕੀ ਹੈ। ਮਿਲਣ ਦਾ ਅਰਥ ਹੁੰਦਾ ਹੈ ਇੱਕ ਦੂਜੇ ਨਾਲ ਇੱਕ ਮਿੱਕ ਹੋ ਜਾਣਾ। ਜਿਉਂ ਜਲ ਮਹਿ ਜਲ ਆਏ ਖਟਾਲਾ, ਤਿਉਂ ਜੋਤੀ ਸੰਗ ਜੋਤ ਸਮਾਨ, ਇੱਕ ਮਿੱਕ ਹੋ ਜਾਣਾ। ਜਿਵੇਂ ਦੋ ਦਰਿਆਵਾਂ ਦਾ ਪਾਣੀ ਇਕੱਠਾ ਹੋ ਜਾਵੇ, ਇੱਕ ਮਿੱਕ ਹੋ ਜਾਂਦਾ, ਆਪਾਂ ਕੀ ਕਹਿੰਦੇ, ਇੱਕ ਦੂਜੇ ਵਿੱਚ ਮਿਲ ਗਏ, ਇੱਕ ਰੂਪ ਹੋ ਗਏ। ਉਹਨੂੰ ਫਿਰ ਵੱਖਰਾ ਨਹੀਂ ਕੀਤਾ ਜਾ ਸਕਦਾ, ਅੱਡਰਾ ਨਹੀਂ ਕੀਤਾ ਜਾ ਸਕਦਾ, ਇੱਕ ਮਿੱਕ ਹੋ ਗਏ। ਮਿਲਾਪ ਦਾ ਅਰਥ ਇਹੀ ਹੈ, ਇੱਕ ਮਿੱਕ ਹੋ ਜਾਣਾ। ਤੇ ਇਹਦੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਜਿਹਦੇ ਨਾਲ ਅਸੀਂ ਇੱਕ ਮਿੱਕ ਹੋਣਾ ਹੈ, ਜਿਹਦੇ ਨਾਲ ਅਸੀਂ ਮਿਲਣਾ ਹੈ, ਫਿਰ ਉਹਦੇ ਵਰਗੇ ਹੋਈਏ। ਪਾਣੀ ਹੀ ਪਾਣੀ ਵਿੱਚ ਇੱਕ ਮਿੱਕ ਹੋ ਸਕਦਾ ਹੈ। ਦੋ ਦੀਵੇ ਜਗਦੇ ਹੋਣ, ਦੋਨਾਂ ਦੀ ਰੋਸ਼ਨੀ ਇੱਕੋ ਜਿਹੀ ਹੈ, ਇੱਕ ਮਿੱਕ ਹੋ ਜਾਂਦੀ ਹੈ। ਪਹਿਚਾਣ ਕਰਨੀ ਮੁਸ਼ਕਲ ਹੋ ਜਾਵੇਗੀ ਕਿਹੜੇ ਦੀਵੇ ਦੀ ਕਿਹੜੀ ਰੋਸ਼ਨੀ ਹੈ, ਕਿੰਨੀਆਂ ਲਾਈਟਾਂ ਜਗ ਰਹੀਆਂ ਨੇ। ਪਹਿਚਾਣ ਕਰਨੀ ਔਖੀ ਹੈ ਕਿ ਇਹ ਜਿਹੜੀ ਲਾਈਟਾਂ ਜਗ ਰਹੀਆਂ, ਇਹਨਾਂ ਦੀ ਰੋਸ਼ਨੀ ਕਿਹੜੀ ਹੈ ਤੇ ਦੂਜਿਆਂ ਦੀ ਕਿਹੜੀ ਹੈ। ਇੱਕ ਮਿੱਕ ਹੋ ਗਈ ਕਿਉਂਕਿ ਇੱਕੋ ਜਿਹੀਆਂ ਨੇ। ਜੋ ਪਰਮਾਤਮਾ ਦੇ ਬਾਰੇ ਮੂਲ ਮੰਤਰ ਦੇ ਵਿੱਚ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਅਸੀਂ ਪੜ੍ਹਦੇ ਹਾਂ, ਉਹ ਕੀ, ਉਹ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਗਿਆ ਹੈ। ਪਰਮਾਤਮਾ ਨਿਰਭਉ ਹੈ, ਪਰਮਾਤਮਾ ਨਿਰਵੈਰ ਹੈ। ਨਿਰਭਉ ਦੀ ਸ਼ਕਲ ਕੋਈ ਨਹੀਂ ਹੈ, ਆਕਾਰ ਕੋਈ ਨਹੀਂ ਹੈ। ਨਿਰਵੈਰਤਾ ਦੀ ਸ਼ਕਲ ਕੀ ਹੋਵੇਗੀ ਜੀ? ਉਹ ਇੱਕ ਅਵਸਥਾ ਹੈ। ਜੋ ਇਹ ਸਰੂਪ ਪਰਮੇਸ਼ਰ ਦਾ ਬਿਆਨ ਕੀਤਾ ਗਿਆ ਹੈ, ਪਰਮਾਤਮਾ ਦਾ ਸਰੂਪ ਬਿਆਨ ਕੀਤਾ ਗਿਆ ਹੈ, ਸਾਡੇ ਜੀਵਨ ਨੇ, ਜਦੋਂ ਸਾਡਾ ਜੀਵਨ ਉਹਦੇ ਵਰਗਾ ਹੋਵੇਗਾ, ਸਮਝ ਲੈਣਾ ਕਿ ਇੱਕ ਮਿੱਕ ਹੋ ਗਏ, ਪਰਮਾਤਮਾ ਨਾਲ ਇੱਕ ਮਿੱਕ ਹੋ ਗਿਆ, ਮਿਲਾਪ ਹੋ ਗਿਆ। ਜੀਵਨ ਨਿਰਵੈਰ ਹੈ, ਜੀਵਨ ਨਿਰਭਉ ਹੈ। ਜੋ ਵੀ ਮੂਲ ਮੰਤਰ ਵਿੱਚ ਜਿੰਨੇ ਵੀ ਰੱਬੀ ਗੁਣ ਦੱਸੇ ਗਏ ਆ, ਜਦੋਂ ਉਹ ਗੁਣ ਜੀਵਨ ਦੇ ਵਿੱਚ, ਸਾਡਾ ਜੀਵਨ ਉਹਨਾਂ ਗੁਣਾਂ ਵਾਂਗ ਹੋ ਜਾਂਦਾ ਹੈ, ਉਹਨਾਂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਉਹਨਾਂ ਗੁਣਾਂ ਨੂੰ ਜਿਉਣਾ ਸ਼ੁਰੂ ਕਰ ਦਿੰਦਾ ਹੈ, ਉਦੋਂ ਸਮਝ ਲੈਣਾ ਕਿ ਰੱਬ ਦਾ ਮਿਲਾਪ ਹੋ ਗਿਆ। ਰੱਬ ਦਾ ਮਿਲਾਪ ਇਹ ਨਹੀਂ ਹੈ ਅੱਖਾਂ ਬੰਦ ਕੀਤੀਆਂ, ਸ਼ਾਇਦ ਕੋਈ ਤਾਲੂ ਦੇ ਵਿੱਚ ਕੋਈ ਪਟਾਕਾ ਪਿਆ, ਕੋਈ ਰੋਸ਼ਨੀ ਹੈ, ਕੋਈ ਉੱਥੇ ਤਾਰੇ ਘੁੰਮ ਰਹੇ ਆ, ਫੋਟੋਆਂ ਘੁੰਮ ਰਹੀਆਂ ਜਾਂ ਕੋਈ ਆ, ਉਹ ਸਭ ਇੱਕ ਭਰਮ ਹੈ। ਉਹ ਯੋਗੀਆਂ ਦੇ ਭੁਲੇਖੇ ਪਾਏ ਹੋਏ ਨੇ। ਜੋ ਪਰਮਾਤਮਾ ਹੈ, ਪਰਮਾਤਮਾ ਕੀ ਹੈ? ਇੱਕ ਓਅੰਕਾਰ, ਸਰਬ ਵਿਆਪਕ। ਇੱਕ ਹੈ, ਸਰਬ ਵਿਆਪਕ ਹੈ, ਉਹ ਦੋ ਨਹੀਂ ਹੈ। ਅਸੀਂ ਦੋ ਦੀ ਜ਼ਿੰਦਗੀ ਜੀ ਰਹੇ ਹਾਂ। ਕਿਵੇਂ? ਪਰਮੇਸ਼ਰ ਨੇ ਸਾਨੂੰ ਮਨੁੱਖ ਬਣਾਇਆ ਹੈ। ਬਾਣੀ 'ਚ ਵੀ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਗੁਰੀਆ, ਤੁਮਰੀ ਕਿਰਪਾ ਤੇ
ਮਾਨੁਖ ਦੇਹ ਪਾਈ ਹੈ, ਮਨੁੱਖ ਬਣਾਇਆ ਹੈ। ਪਰ ਅਸੀਂ ਮਨੁੱਖ ਦੀ ਜ਼ਿੰਦਗੀ ਨਹੀਂ ਜੀ ਰਹੇ। ਕੋਈ ਸਿੱਖ ਦੀ ਜ਼ਿੰਦਗੀ ਜੀ ਰਿਹਾ, ਕੋਈ ਹਿੰਦੂ ਦੀ ਜੀ ਰਿਹਾ, ਕੋਈ ਮੁਸਲਿਮ ਦੀ ਜੀ ਰਿਹਾ, ਕੋਈ ਜ਼ਿੰਦਗੀ ਜੀ ਰਿਹਾ, ਕੋਈ ਜ਼ਿੰਦਗੀ ਜੀ ਰਿਹਾ। ਇੱਕ ਨਹੀਂ ਅਸੀਂ। ਪਰਮੇਸ਼ਰ ਦਾ ਗੁਣ ਹੈ ਕੋ ਇੱਕ ਹੈ, ਜੋ ਰੀਅਲ ਹੈ, ਸਰਬ ਵਿਆਪਕ ਹੈ। ਜਦੋਂ ਮਨੁੱਖ ਦੀ ਗੱਲ ਕਰਾਂਗੇ ਆਪਾਂ ਸਾਰੇ ਮਨੁੱਖ ਹਾਂ, ਸਰਬ ਵਿਆਪਕ ਹੋ ਗਏ। ਸਤਨਾਮ, ਸਤ ਦਾ ਅਰਥ ਕੀ ਹੈ? ਰਿਐਲਿਟੀ, ਰੀਅਲ, ਜੋ ਬਦਲਦਾ ਨਹੀਂ ਹੈ, ਜੋ ਜੁਗੋ ਜੁਗ ਅਟਲ ਰਹਿੰਦਾ ਹੈ। ਸੱਚ ਕਦੇ ਨਹੀਂ ਬਦਲੇਗਾ, ਸੱਚ ਹਮੇਸ਼ਾ ਕਾਇਮ ਰਹੇਗਾ। ਇਹ ਗੁਣ ਹੈ। ਗੁਰੂ ਬਖਸ਼ਿਸ਼ ਕਰੇ ਕਿਤੇ ਰੱਬੀ ਗੁਣ ਜਿਹੜੇ ਸਾਡਾ ਜੀਵਨ ਬਣ ਜਾਣ। ਜਦੋਂ ਸਾਡਾ ਜੀਵਨ ਇਹ ਗੁਣ ਬਣ ਜਾਂਦਾ ਹੈ, ਉਦੋਂ ਫਿਰ ਪ੍ਰਮਾਤਮਾ ਦੇ ਮਿਲਾਪ ਦਾ ਕਹਿ ਸਕਦੇ ਕਿ ਜੀਵਨ ਚੱਲ ਰਿਹਾ ਹੈ। ਉਹ ਰੱਬੀ ਜੀਵਨ ਹੈ। ਆਪਾਂ ਜਿੰਨਾ ਵੀ ਹੁਣ ਤੱਕ ਜਿਨ੍ਹਾਂ ਦੇ ਆਪਾਂ ਮੰਨਦੇ ਹਾਂ ਕਿ ਪਰਮਾਤਮਾ ਦੇ ਨਾਲ ਜਿਹੜੇ ਇੱਕਮਿਕ ਹੋਏ, ਜਦੋਂ ਉਹਨਾਂ ਦੇ ਜੀਵਨ 'ਚ ਝਾਤ ਮਾਰਾਂਗੇ, ਉਹ ਸਾਰੇ ਗੁਣ ਉਹਨਾਂ ਦੇ ਜੀਵਨ 'ਚੋਂ ਮਿਲਦੇ ਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ, ਹੋਰ ਵੀ ਜਿੰਨੇ ਕੋਈ ਰੱਬੀ ਪੁਰਸ਼ ਹੋਏ ਨੇ, ਉਹ ਸਾਰੇ ਗੁਣ ਉਹਨਾਂ ਦੇ ਜੀਵਨ 'ਚੋਂ ਮਿਲਦੇ ਆ। ਇਹ ਹੈ ਰੱਬੀ ਮਿਲਾਪ ਦਾ ਜੀਵਨ। ਇਹ ਗੁਣ ਸਾਡੇ ਜੀਵਨ ਵਿੱਚ ਕਿਵੇਂ ਪ੍ਰਗਟ ਹੋਣ, ਇਹਨਾਂ ਨੂੰ ਅਸੀਂ ਕਿਵੇਂ ਜੀ ਸਕੀਏ, ਇਹਦੇ ਲਈ ਸਮਝ ਹੋਣੀ ਜ਼ਰੂਰੀ ਹੈ। ਕਈ ਵਾਰ ਕੋਈ ਚੀਜ਼ ਕੋਲ ਤੇ ਹੁੰਦੀ ਹੈ, ਪਰ ਉਹਦੇ ਬਾਰੇ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਉਹ ਹੋਈ ਨਾ ਹੋਈ ਇੱਕ ਸਮਾਨ ਹੈ, ਸੌਖਾ ਕਰ ਲਈਏ। ਮੈਂ ਇੱਥੋਂ ਸਰੀ ਜਾਣਾ ਹੈ, ਗੱਡੀ ਮੇਰੇ ਕੋਲ ਹੈ, ਪਰ ਗੱਡੀ ਨੂੰ ਚਲਾਉਣਾ ਕਿਵੇਂ, ਇਸ ਗੱਲ ਦੀ ਮੈਨੂੰ ਜਾਚ ਹੀ ਨਹੀਂ, ਗਿਆਨ ਹੀ ਨਹੀਂ। ਉਹ ਗੱਡੀ ਹੋਈ ਨਾ ਹੋਈ ਮੇਰੇ ਲਈ ਕਿਸੇ ਅਰਥ 'ਚ ਨਹੀਂ ਰਹਿ ਗਈ। ਉਹਦੀ ਸਮਝ ਹੋਣੀ ਜ਼ਰੂਰੀ ਹੈ, ਗਿਆਨ ਹੋਣਾ ਜ਼ਰੂਰੀ ਹੈ। ਤੇ ਜਿਹੜਾ ਗਿਆਨ ਹੈ ਉਹ ਗੁਰੂ ਹੈ। ਗੁਰਮੁਖ ਦਾ ਅਰਥ ਕੀ ਹੈ? ਗੁਰਮੁਖ ਦੀ ਕਿਉਂ ਇੰਨੀ ਮਹਿਮਾ ਦੱਸੀ ਗਈ? ਵਾਰ-ਵਾਰ ਤੁਸੀਂ ਜਦੋਂ ਵੀ ਦੇਖੋਗੇ ਗੁਰਮੁਖ ਦੀ ਵਡਿਆਈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖ ਖੋਇਆ, ਗੁਰਮੁਖ ਲਾਧਾ, ਪਿਛਲੇ ਦਿਨੀ ਆਪਾਂ ਸਾਂਝਾ ਕੀਤਾ ਹੈ। ਗੁਰਮੁਖ ਦਾ ਅਰਥ ਕੀ ਹੈ? ਕਿ ਜੋ ਗੁਰੂ ਕਹਿ ਰਿਹਾ ਹੈ, ਜੋ ਗੁਰੂ ਉਪਦੇਸ਼ ਦੇ ਰਿਹਾ ਹੈ, ਜੋ ਗੁਰੂ ਸ਼ਬਦ ਦੇ ਰਿਹਾ ਹੈ, ਜੋ ਗੁਰੂ ਸਮਝਾ ਰਿਹਾ ਹੈ, ਜਦੋਂ ਉਹਦੇ ਮੁਤਾਬਕ ਅਸੀਂ ਜ਼ਿੰਦਗੀ ਜਿਉਂਦੇ ਹਾਂ, ਉਹ ਸਾਰੇ ਗੁਣ ਸਾਡੇ ਜੀਵਨ ਵਿੱਚ ਪ੍ਰਗਟ ਹੋ ਜਾਂਦੇ ਨੇ, ਜਿਹੜੇ ਰੱਬੀ ਗੁਣ ਹਨ। ਉਹਨੂੰ ਕਹਿੰਦੇ ਰੱਬੀ ਮਿਲਾਪ ਦਾ ਜੀਵਨ ਜਿਉਣਾ। ਮੈਂ ਫਿਰ ਦੁਹਰਾਵਾਂ, ਰੱਬ ਕੋਈ ਵਿਅਕਤੀ ਨਹੀਂ ਹੈ, ਰੱਬ ਕੋਈ ਆਕਾਰ ਨਹੀਂ ਹੈ, ਰੱਬ ਕੋਈ ਦਿਖਣ ਵਾਲੀ ਚੀਜ਼ ਨਹੀਂ ਹੈ। ਰੱਬ ਇੱਕ ਅਵਸਥਾ ਹੈ, ਉਹਨੂੰ ਜਿਉਣਾ ਹੈ। ਸੌਖਾ ਕਰ ਲਈਏ, ਇੱਕ ਵਿਸ਼ਾਲ ਸਮੁੰਦਰ ਹੈ, ਸਾਗਰ ਹੈ, ਸਭ ਤੋਂ ਵੱਡਾ ਹੈ। ਸਾਗਰ ਕੀ ਹੈ? ਕਿ ਜਿੰਨੀਆਂ ਨਦੀਆਂ ਦਰਿਆ ਨੇ, ਉਹਨਾਂ ਦੇ ਪਾਣੀ ਜਦੋਂ ਇਕੱਠੇ ਹੋ ਜਾਂਦੇ ਨੇ, ਉਹ ਸਾਗਰ ਹੈ। ਸਾਗਰ ਦਾ ਆਪਣਾ ਵਜੂਦ ਜਾਂ ਆਪਣਾ ਕੋਈ ਉਹਦਾ ਵੱਖਰਾ ਕੁਛ ਨਹੀਂ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਖੇਡ ਹੈ। ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਹੈ, ਉਹਨਾਂ ਨੂੰ ਵੀ ਪਤਾ ਹੈ 5 ਬਾਣੀਆਂ ਦਾ ਜ਼ਿਕਰ ਆਉਂਦਾ ਹੈ ਸਿੱਖ ਰਹਿਤ ਮਰਿਆਦਾ ਮੁਤਾਬਕ। ਮੇਰੀ ਕੋਸ਼ਿਸ਼ ਹੁੰਦੀ ਹੈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ, ਪੰਥਕ ਸਿਧਾਂਤ, ਸਿੱਖ ਰਹਿਤ ਮਰਿਆਦਾ, ਸ੍ਰੀ ਅਕਾਲ ਤਖਤ ਤੋਂ ਪ੍ਰਮਾਣਿਤ। ਬਾਕੀ ਮੈਂ ਹੋਰ ਕਿਸੇ ਚੀਜ਼ ਨੂੰ ਇੰਨੀ ਅਹਿਮੀਅਤ ਨਹੀਂ ਦਿੰਦਾ। ਉਹਦੇ ਵਿੱਚ 5 ਬਾਣੀਆਂ ਵਿੱਚ ਜਾਪ ਸਾਹਿਬ ਦਾ ਜ਼ਿਕਰ ਚੱਲਦਾ ਹੈ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ, ਸ਼ਾਇਦ ਬਹੁਤ ਵਾਰ ਪੜ੍ਹਿਆ ਹੋਵੇਗਾ। ਇੱਕ ਸਵਾਲ ਹੈ, ਪਰਮਾਤਮਾ ਹੈ, ਪੜ੍ਹਿਆ ਨਾ ਆਪਾਂ, ਪਰਮਾਤਮਾ ਹੈ ਕਿ ਰੱਬ ਹੈ? ਤੇ ਅੱਗੇ ਕੀ ਕਿਹਾ? ਸਰਬ ਆਤਮ ਹੈ। ਇਹਦਾ ਅਰਥ ਕੀ ਹੋਇਆ? ਸਰਬ ਆਤਮ, ਜਿੰਨੇ ਵੀ ਆ ਸਾਡੇ ਸਭਨਾਂ ਦੇ ਅੰਦਰ ਜੋ ਆਤਮਾ ਹੈ,
ਜਿਹਨੂੰ ਕਹਿੰਦੇ ਆ ਰੱਬੀ ਨੂਰ ਕਹਿੰਦੇ, ਜੋਤ ਕਹਿੰਦੇ, ਉਹੀ ਪਰਮਾਤਮਾ ਹੈ। ਇਹਦਾ ਅਰਥ ਹੀ ਹੋਇਆ ਕਿ ਵੱਖਰਾ ਹੋਰ ਕੁਛ ਨਹੀਂ ਹੈ। ਸਾਡਾ ਅਫਸੋਸ, ਅਸੀਂ ਵੱਖਰੇ ਰੱਬ ਦੀ ਤਲਾਸ਼ ਵਿੱਚ ਨਿਕਲੇ ਹਾਂ। ਅਸੀਂ ਕਿਸੇ ਵੱਖਰੇ ਰੱਬ ਨੂੰ ਪਾਉਣਾ ਚਾਹੁੰਦੇ ਹਾਂ, ਕਿਸੇ ਵੱਖਰੇ ਰੱਬ ਨੂੰ ਲੱਭਣਾ ਚਾਹੁੰਦੇ ਹਾਂ, ਕਿਸੇ ਵੱਖਰੇ ਰੱਬ ਨੂੰ ਮਿਲਣਾ ਚਾਹੁੰਦੇ ਹਾਂ ਜਿਹੜਾ ਸਾਡੇ ਤੋਂ ਵੱਖਰਾ ਹੈ, ਸਾਡੇ ਤੋਂ ਅਲੱਗ ਹੈ। ਅਸੀਂ ਉਹਦੀ ਤਲਾਸ਼ ਵਿੱਚ ਹਾਂ। ਬਸ ਇੱਥੇ ਹੀ ਸਾਰੀ ਘੁੰਡੀ ਅੜੀ ਹੋਈ ਹੈ। ਕਿਸੇ ਨੂੰ ਪੁੱਛੋ ਕੀ ਹਾਲ ਹੈ, ਉੱਪਰ ਵਾਲੇ ਦੀ ਬੜੀ ਕਿਰਪਾ। ਕਿਸੇ ਨੂੰ ਬਾਣੀ ਪੜਿਆ ਕਰ, ਭਾਈ ਸਾਹਿਬ ਉੱਪਰ ਵਾਲਾ ਕਿਰਪਾ ਕਰੂ, ਪੜ੍ਹ ਲਾਂਗੇ। ਤੁਹਾਡੇ ਤੇ ਉੱਪਰ ਵਾਲੇ ਦੀ ਕਿਰਪਾ ਵਾ, ਤੁਸੀਂ ਸਿੱਖੇ ਨੇ ਅਰਥ, ਤੁਹਾਨੂੰ ਤੁਸੀਂ ਪੜ੍ਹ ਲੈਂਦੇ ਹੋ। ਉੱਪਰ ਵਾਲਾ ਕਿਉਂ ਕਹਿੰਦੇ ਆ? ਉੱਪਰ ਵਾਲੇ ਦਾ ਮਤਲਬ ਕੀ ਹੁੰਦਾ? ਜਦੋਂ ਵੀ ਰੱਬ ਦੀ ਗੱਲ ਚੱਲੇ ਕਿ ਉਂਗਲ ਐਂ ਜਾਵੇਗੀ, ਮੇਰੀ ਵੀ ਜਾਂਦੀ ਹੈ ਕਈ ਵਾਰ, ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਐਂ ਕਰਦੇ ਕਿਉਂ ਕਰਦੇ ਆ? ਐਂ ਕਿਉਂ ਨਹੀਂ ਜਾਂਦੇ? ਜਦੋਂ ਕਿ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬੜਾ ਕਲੀਅਰਲੀ ਕਿਹਾ ਹੈ, ਸਭ ਕੁਛ ਘਰ ਮਹਿ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰ ਪ੍ਰਸਾਦ ਜਿਨੀ ਅੰਤਰ ਪਾਇਆ। ਇਹਦਾ ਅਰਥ ਹੈ ਨਾ ਕਿ ਪਰਮਾਤਮਾ ਦੀ ਜਦੋਂ ਗੱਲ ਚੱਲੇ ਤੇ ਅੰਦਰ ਦੀ ਗੱਲ ਚੱਲੇ। ਦਿਲ ਮਹਿ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਮੁਕਾਮ ਕਿਹਨੂੰ ਕਹਿੰਦੇ ਆ? ਜਗ੍ਹਾ, ਥਾਂ, ਜਿੱਥੇ ਰਹਿਣਾ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ। ਠੌਰ ਦਾ ਅਰਥ ਕੀ ਹੁੰਦਾ ਹੈ? ਠੌਰ, ਜਗ੍ਹਾ ਕਹਿ ਲਓ। ਜਿਸ ਦੀ ਤਲਾਸ਼ ਵਿੱਚ ਤੂੰ ਨਿਕਲਿਆ, ਜਿਸ ਰੱਬ ਦੀ ਤੂੰ ਗੱਲ ਕਰ ਰਿਹਾ ਜਾਂ ਸੁਣ ਰਿਹਾ, ਉਹਨੂੰ ਆਪਣੇ ਦਿਲ ਦੇ ਵਿੱਚ ਖੋਜ। ਉਹਦੀ ਜਗ੍ਹਾ ਇੱਥੇ ਹੈ। ਕੋਈ ਪੁੱਛਦਾ ਭਾਈ ਸਾਹਿਬ ਕੀ ਹਾਲ ਚਾਲ ਹੈ? ਅੰਦਰ ਵਾਲੇ ਦੀ ਬੜੀ ਕਿਰਪਾ ਮੈਂ ਕਦੇ ਨਹੀਂ ਕਹਿੰਦਾ, ਆਪਾਂ ਕੋਈ ਵੀ ਨਹੀਂ ਕਹਿੰਦੇ। ਜੇ ਕਹਿੰਦੀ ਅੰਦਰ ਵਾਲੇ ਦੀ ਬੜੀ ਕਿਰਪਾ, ਉਹਨੇ ਕਹਿੰਦਾ ਕਮਲਾ ਹੋ ਗਿਆ। ਲੋਕ ਉੱਪਰ ਵਾਲੇ ਦੀ ਕਿਰਪਾ ਕਹਿੰਦੇ, ਅੰਦਰ ਵਾਲੇ ਦੀ ਕਹੀ ਜਾਂਦਾ। ਇਹਦਾ ਅਰਥ ਹੈ ਕਿ ਅਸੀਂ ਰੱਬ ਨੂੰ ਬਾਹਰ ਮਿੱਥ ਕੇ ਬੈਠੇ ਹੋਏ, ਕਿਉਂਕਿ ਸਾਨੂੰ ਸਿੱਖਿਆ ਹੀ ਇਹ ਦਿੱਤੀ ਗਈ ਹੈ, ਤੁਸੀਂ ਬਾਣੀ ਪੜ੍ਹੋ, ਰੱਬ ਸੁਣੇਗਾ, ਰੱਬ ਸਭ ਦੇਖਦਾ ਹੈ। ਅਰਦਾਸ ਕਰਨੀ ਰੱਬ ਅੱਗੇ, ਰੱਬ ਪਤਾ ਨਹੀਂ ਕਿਤੋਂ ਸੁਣੇਗਾ ਸਾਡੀ। ਜਦੋਂ ਰੱਬ ਦੀ ਗੱਲ ਚੱਲਦੀ ਹੈ, ਬਾਹਰ ਨੂੰ ਦੌੜਦੇ ਆ। ਸਿੱਧ ਲੋਕ ਵੀ ਇਹੀ ਕੰਮ ਕਰ ਰਹੇ ਨੇ, ਪਹਾੜਾਂ ਦੇ ਵਿੱਚ ਜਾ ਕੇ, ਜੰਗਲਾਂ ਦੇ ਵਿੱਚ ਜਾ ਕੇ, ਹੋਰਨਾਂ ਥਾਵਾਂ ਤੇ, ਤੀਰਥਾਂ ਤੇ ਲੋਕ ਜਾਂਦੇ ਨੇ, ਇਸੇ ਤਲਾਸ਼ ਵਿੱਚ ਜਾਂਦੇ ਨੇ ਨਾ। ਗੁਰੂ ਸਾਹਿਬ ਜੀ ਨੇ ਇਹੀ ਚੀਜ਼ ਰੱਦ ਕੀਤੀ, ਨਹੀਂ, ਮੈਂ ਰੱਬ ਦੀ ਤਲਾਸ਼ ਵਿੱਚ ਨਹੀਂ, ਕਿਉਂਕਿ ਉਹ ਤੇ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਜ਼ਰੇ ਜ਼ਰੇ ਕਣ ਕਣ ਵਿੱਚ ਹੈ। ਜੇ ਉਹ ਨਾ ਹੁੰਦਾ ਤਾਂ ਅਸੀਂ ਜਿਉਂਦੇ ਹੀ ਨਾ ਹੁੰਦੇ। ਇਸੇ ਲਈ ਤੇ ਪਰਮੇਸ਼ਰ ਨੂੰ ਜਗ ਜੀਵਨ ਦਾਤਾ ਕਿਹਾ ਗਿਆ। ਜਗ ਜੀਵਨ, ਪਰਮਾਤਮਾ ਜੀਵਨ ਹੈ। ਗੁਰੂ ਕਿਰਪਾ ਕਰੇ ਇਹ ਨੁਕਤਾ ਸਾਡੀ ਕਿਤੇ ਸਮਝ ਆ ਜਾਏ। ਹਾਂ, ਉਹ ਪਰਮਾਤਮਾ ਸਾਡੇ ਅੰਦਰ ਹੈ, ਉਹਦੀ ਤਲਾਸ਼ ਵਿੱਚ ਨਹੀਂ ਹਾਂ। ਤਲਾਸ਼ ਕਿਹਦੇ ਵਿੱਚ ਹੈ? ਗੁਰਮੁਖ ਖੋਜਤ ਭਏ ਉਦਾਸੀ। ਜਿਹੜੇ ਗੁਰੂ ਦੀ ਦਿੱਸੀ ਹੋਈ ਸਿੱਖਿਆ ਦੇ ਮੁਤਾਬਕ ਉਹਨੂੰ ਜਿਉਂਦੇ ਨੇ, ਉਹਦੇ ਗੁਣਾਂ ਨੂੰ ਜੀਵਨ ਵਿੱਚ ਜਿਉਂਦੇ ਨੇ, ਉਹਦੇ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦੇ ਆ। ਅਸੀਂ ਗੁਰਬਾਣੀ ਕਾਹਦੇ ਲਈ ਪੜ੍ਹਨੀ ਹੈ? ਸਮਝ ਆਵੇ, ਉਹਨੂੰ ਜੀਵਨ ਵਿੱਚ ਜੀਏ। ਇਸ ਲਈ ਬਚਨ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸਤ ਦਾ ਅਰਥ ਕੀ ਹੈ? ਪਰਮੇਸ਼ਰ। ਸਤਿਗੁਰ ਕੀ ਬਾਣੀ, ਕਰੋ ਰਸਨਾ ਸਾਂਝੀ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਅੱਗੇ ਕੀ ਕਿਹਾ? ਗੁਰਬਾਣੀ ਬਣੀ ਹੈ। ਗੁਰਬਾਣੀ ਬਣਨਾ ਹੈ। ਗੁਰ ਕੈ ਸ਼ਬਦ ਬਣਾਵੋ, ਇਹ ਮਨ, ਇਸ ਮਨ ਨੂੰ ਗੁਰੂ ਦਾ ਸ਼ਬਦ ਬਣਾਉਣਾ ਹੈ। ਕਿੰਨਾ ਖੂਬਸੂਰਤ ਫਲਸਫਾ ਹੈ। ਅਸੀਂ ਤੇ ਬਾਣੀ ਪੜ੍ਹ ਰਹੇ ਕਿ ਰੱਬ ਸੁਣ ਰਿਹਾ। ਕਿਸੇ ਨੂੰ ਕਹੀਏ ਨਾ, ਭਾਈ ਤੂੰ ਇੱਥੇ ਬੈਠਾ ਹੈ, ਅਖੰਡ ਪਾਠ ਸਾਹਿਬ ਕਹਿੰਦਾ ਮੈਂ ਪੰਜਾਬ 'ਚ ਫਲਾਣੀ ਥਾਂ ਤੇ ਰਖਾਇਆ ਹੋਇਆ, ਤੂੰ ਤੇ ਇੱਥੇ ਬੈਠਾ ਹੈ, ਤੂੰ ਸੁਣ ਨਹੀਂ ਪਾ ਰਿਹਾ। ਤੈਨੂੰ ਭਾਈ ਸਾਹਿਬ ਕੋਈ ਨਹੀਂ, ਰੱਬ ਤੇ ਵੇਂਦਾ ਨਾ, ਰੱਬ ਤੇ ਸੁਣ ਹੀ ਰਿਹਾ ਨਾ। ਉੱਥੇ ਰੱਬ ਨੇ ਨਹੀਂ ਬਾਣੀ ਸੁਣਨੀ ਮੰਨਨੇ ਹੈ। ਇਸੇ ਲਈ ਵਾਰ-ਵਾਰ ਬਚਨ ਆਇਆ, ਕਹੋ ਨਾਨਕ ਸੁਣ ਰੇ ਮਣਾ, ਕਹੋ ਨਾਨਕ ਹਰ ਭਜ ਮਨਾ। ਮਨ ਨੂੰ ਸੰਬੋਧਨ ਹੈ, ਮਨ ਰੇ
कौन कुमत तै लीनी मन रे गहियो ना गुर उपदेश। तू गुरु के उपदेश नूं ग्रहण नहीं किया, पकड़िया नहीं, धारण नहीं किया, मन नूं संबोधन किया। गुरु बख्शिश करे। गुरु साहब जी ने उस 18वीं पौड़ी में ये जिहड़ा सी फलसफा समझाया। जदों इन्नी गल सुनी सिद्ध लोगों दियां, चानण हो गया, समझ आ गई भी जिहड़ी ये गल कर रहे हैं वो रियलिटी है। असीं रब की तलाश में ही तो बाहर भटक रहे हैं। उन्होंने फिर अगला सवाल किया, अज की जिहड़ी 19वीं पौड़ी जिथों शुरू होती है, वो गुरु नानक साहब जी नूं कहंदे ने, इन्ना खूबसूरत फलसफा, इन्ना खूबसूरत जीवन का किरदार, जीवन का यह आचरण, जीवन का यह जुगत, जीवन की मर्यादा, कित बिद पुरखा जन्म वटाया। ये पुरख दस तू किहड़े तरीके नाल अपना जीवन बदल रहा। असीं ते सारे रब की तलाश किसी होर पासे समझी बैठे सी, रब भी किसी होर नूं समझी बैठे सी कि साडे तो वखरा है रब, साडे तो अलग है रब। पर तुहाडी विचार जो तुसीं दस्सिआ है वो बिल्कुल डिफरेंट है। मैं कई बार मैं गुरुद्वारा बंगला साहब भी ये गल कहंदा हुंदा सी। मैं कहंदा सी जिस दिन सिख ने बाणी नूं समझना, सिक्ख्या लैनी शुरू कर दी, उन्होंने पता लग जाएगा कि जिहड़ी सिक्खी हुण तक मैं जिंदा आ रहा वां वो सिक्खी नहीं कि जिहड़ी गुरु की सिक्खी है। असीं व्यक्तियां की सिक्खी जी रहे हैं, गुरु की सिक्खी नहीं। गुरु की सिक्ख्या शब्द, गुरु की विचार, जो गुरु कह रहे इनू जीवना सी, इनू धारण करना सी। असीं तो कुछ होर समझ बैठे। हुण सवाल खड़ा होएगा, भीख की गल है, लिबास की गल है, मैं इंज समझदा हूँ आपां ना सारे इत्थे, क्योंकि इत्थे मैं ज़्यादा अजे नहीं इन्ना विचरिया, उत्थे पिंडां थावां दे रहण वाले लोग हैं आपां, ते उत्थे आपां ये चीज़ां देखदे हुंदे सां। सारियां बहारां आपां हंडाउंदे रहे हैं। पतझड़ का टाइम आना, पत्ते सब झड़ जाने, रुख बाहरों वेखण नूं इंज लगदा हुंदा सुक्का वा, कोई पत्ता नहीं इहदे ते, कोई फुੱਲ नहीं, कोई फल नहीं। पर जदों उपरों सक थोड़ा जिहा उतारदे सी ते अंदरों हरिया हुंदा सी। अंदर जीवन है, जे अंदर जीवन है ना, बाहर भी पत्ते खिड़नगे, बाहर भी बहार आवेगी। तो जे अंदरों सुक्का होवे, बाहरले ज़्यादा समय तक नहीं रहिंदे। जदों साडे जीवन विच गुरु की सिक्खी आ गई, मैं इहनूं इंज महसूस कीता है, साडा मन सिख बन गया ना, भाव गुरबाणी नूं जीउण लग पए, साडे तन दे उत्ते भी वो चीज़ जरूर प्रगट होगी। साडा लिबास, साडा रहन सहन, खाण पीण सारा कुछ हो जाएगा। पर जे बाहर का सारा कुछ है, अंदरों खाली है, अंदर सुक्का पिया है, बाहरला फिर ज़्यादा समय तक नहीं, वो सुक जाता है, अखीरों भी झाड़ ही जाता है, क्योंकि अंदर जीवन ही है नहीं। जीवन का होना अंदरों बहुत जरूरी है। इसलिए बचन आउंदा, पेड़ मुंडा हूँ कट्टिया तिस डाल सुकंदे। जिहड़ा पेड़ रुख मुढ़ नालों कट्टिया गया, भाव जीवन खत्म हो गया, मुढ़ नालों उहदियां टहनियां पत्ते सब सुक जाते हैं। यही कुछ होया पिया जे हुण भी, अंदरों खत्म है तो बाहरला जो कुछ भी साडे कोल आ वो ज़्यादा समय तक टिक नहीं पा रहा। कई सज्जण मिलणगे, भाई साहब खुशियां आउंदियां ने थोड़े दिनों बाद ही चले जांदियां ने, सुख आउंदा टिकदा नहीं। जीवन में आ चीज़ आई पर टिकदी नहीं। मैं इंज महसूस करदा ना कि असल कि अंदरों सुक्का होया है। जे अंदर जिउंदा हरिया होवे ना, फिर टिकेगा जरूर। जे चले भी गया आए, वापस जरूर आवेगा। बचन भी पढ़ते हैं, गई बहोड़ बंदी छोड़, जो गया है वापस आ जाएगा। बेशक वो अर्थ जिहड़े ने, जिहड़ी सुरत विकारां च चलेगी है वापस आ जाती है। इस तरह जिहड़े सुख खुशियां रस जीवन के साडे कोलों चले गए ने, जदों अंदर साडे शब्द का जीवन आ जाता है, वो सारे वापस आ जाते हैं। वो खुशियां, वो सुख, वो रस फिर साडे जीवन में उस तरह वरतते हैं, सगों अगे नालों भी दून सवाए होके वधदे ने।
ਉਹ ਸਵਾਲ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ, ਕਿਤ ਬਿਦ ਪੁਰਖਾ, ਬਿਦ ਅਰਥ ਹੋ ਗਿਆ ਤਰੀਕਾ, ਇਹ ਪੁਰਖਾ ਕਿਹੜੇ ਤਰੀਕੇ ਨਾਲ ਜਨਮ ਵਟਾਇਆ, ਇਹ ਜਿਹੜਾ ਜੀਵਨ ਹੈ ਤੂੰ ਬਦਲ ਲਿਆ ਆਪਣਾ, ਤੇਰਾ ਜੀਵਨ ਹੀ ਹੋਰ ਹੈ ਸਾਡੇ ਨਾਲੋਂ, ਤੇਰਾ ਰਹਿਣ ਸਹਿਣ, ਤੇਰਾ ਵਿਚਾਰਧਾਰਾ ਸਾਰੀ ਹੀ ਸਾਡੇ ਨਾਲੋਂ ਵੱਖਰੀ ਹੈ। ਕਾਹੇ ਕੋ ਤੁਝ ਇਹ ਮਨ ਲਾਇਆ, ਇਹ ਜਿਹੜਾ ਮਨ ਹੈ ਕਿਹੜੇ ਤਰੀਕੇ ਨਾਲ ਕਿਹਦੇ ਵਿੱਚ ਤੂੰ ਜੋੜਿਆ ਹੈ, ਤੂੰ ਮਨ ਨੂੰ ਜੋੜਿਆ ਕਿਹਦੇ ਵਿੱਚ ਹੈ, ਤੇ ਜੋੜਨ ਦਾ ਤਰੀਕਾ ਕਿਹੜਾ ਹੈ। ਕਿਉਂਕਿ ਕਈ ਲੋਕ ਮਾਲਾ ਫੇਰਦੇ ਆ, ਕਈ ਲੋਕ ਸਮਾਧੀਆਂ ਲਾਉਂਦੇ ਆ, ਕਈ ਲੋਕ ਸਾਹ ਚੜਾ ਆਪਣਾ ਸਵਾਸ ਉੱਪਰ ਨੂੰ ਖਿੱਚਦੇ ਆ, ਬਾਹਰ ਕੱਢਦੇ, ਯੋਗ ਸਾਧਨਾ ਕਦ ਲਈ ਕਰਦੇ, ਮਨ ਨੂੰ ਕੰਟਰੋਲ 'ਚ ਕਰਨਾ, ਮਨ ਨੂੰ ਰੱਬ ਵਾਲੇ ਪਾਸੇ ਜੋੜਨਾ। ਆ ਜਿੰਨੀਆਂ ਵੀ ਸਾਧਨਾ ਨੇ, ਯੋਗ ਸਾਧਨਾ, ਦੂਜਾ ਤੀਜਾ ਜਪ ਤਪ, ਸਾਰੇ ਇਸੇ ਲਈ ਹੈ ਕਿਸ ਤਰ੍ਹਾਂ ਮਨ ਟਿਕ ਜੇ, ਮਨ ਨੂੰ ਟਿਕਾਉਣਾ ਹੈ, ਜੋੜਨਾ ਹੈ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਸੀਂ ਆਪਣਾ ਮਨ ਫਿਰ ਜਿਹੜਾ ਕਿਹਦੇ ਵਿੱਚ ਜੋੜਿਆ ਤੇ ਕਿਸ ਤਰੀਕੇ ਦੇ ਨਾਲ ਜੋੜਿਆ। ਕਿਤ ਬਿਦ ਆਸਾ ਮਨਸਾ ਖਾਈ, ਮਨ ਦੀਆਂ ਇੱਛਾਵਾਂ, ਮਨਸ਼ਾ ਜਿਹੜੀ ਮਨ ਦੀਆਂ ਇੱਛਾਵਾਂ। ਇੱਕ ਚੀਜ਼ ਇੱਥੇ ਸਮਝਣ ਵਾਲੀ ਹੈ, ਦੋ ਚੀਜ਼ਾਂ ਨੇ, ਇੱਕ ਹੁੰਦੀ ਹੈ ਲੋੜ, ਇੱਕ ਹੁੰਦੀ ਇੱਛਾ। ਇੱਛਾ ਜਿਹੜੀ ਹੈ ਸਾਰੀ ਭਟਕਣਾ ਇਹਨੇ ਦਿੱਤੀ ਹੈ, ਲੋੜ ਨੇ ਕਦੇ ਨਹੀਂ ਦਿੱਤੀ। ਲੋੜ ਦੀ ਇਹਦਾ ਸੌਖਾ ਅਰਥ ਸਮਝ ਲਈਏ, ਮੈਂ ਇੱਥੋਂ ਸਰੀ ਜਾਣਾ ਹੈ, ਮੈਨੂੰ ਗੱਡੀ ਚਾਹੀਦੀ ਹੈ, ਮੇਰੀ ਲੋੜ ਹੈ, ਇਹ ਜ਼ਰੂਰਤ ਹੈ। ਪਰ ਮੇਰੇ ਕੋਲ ਗੱਡੀ BMW ਚਾਹੀਦੀ ਹੈ, ਰੇਂਜ ਰੋਵਰ ਹੋਣੀ ਚਾਹੀਦੀ ਹੈ, ਕੋਈ 2-2.5 ਲੱਖ ਡਾਲਰ ਦੀ ਹੋਣੀ ਚਾਹੀਦੀ ਹੈ, ਇਹ ਮੇਰੀ ਜ਼ਰੂਰਤ ਨਹੀਂ ਗੀ, ਇਹ ਮੇਰੇ ਮਨ ਦੀ ਇੱਛਾ ਹੈ। ਭੁੱਖ ਲੱਗੀ ਹੈ, ਭੋਜਨ ਖਾਣਾ, ਇਹ ਮੇਰੀ ਲੋੜ ਹੈ। ਮੈਂ ਕਿਸੇ 5 ਸਟਾਰ ਹੋਟਲ ਵਿੱਚ ਬੈਠ ਕੇ ਖਾਣਾ ਹੈ, ਇਹ ਮੇਰੇ ਮਨ ਦੀ ਇੱਛਾ ਹੈ। ਅਸੀਂ ਕਦੋਂ ਪਰੇਸ਼ਾਨ ਹੁੰਦੇ ਹਾਂ, ਕਦੋਂ ਦੁਖੀ ਹੁੰਦੇ, ਜਦੋਂ ਸਾਡੀ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ। ਆਪਾਂ ਜਿੰਨੇ ਬੈਠੇ ਹਾਂ ਕਦੇ ਝਾਤ ਮਾਰੀਏ, ਸਾਡੇ ਕੋਲ ਜੋ ਸਾਡੀਆਂ ਲੋੜਾਂ ਨੇ ਉਹ ਸਾਰਾ ਕੁਛ ਹੈ, ਸਾਰਾ ਕੁਛ ਹੈ। ਮੇਨ ਚੀਜ਼ਾਂ 3 ਹੁੰਦੀਆਂ ਨੇ, ਕੁੱਲੀ ਗੁੱਲੀ ਜੁੱਲੀ, ਬਜ਼ੁਰਗ ਕਹਿੰਦੇ ਹੁੰਦੇ ਸੀ। ਘਰ ਵੀ ਹੈ, ਰੋਟੀ ਵੀ ਹੈ, ਕੱਪੜਾ ਵੀ ਹੈ, ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਰਹੀਆਂ, ਫਿਰ ਵੀ ਦੁਖੀ ਕਿਉਂ? ਕਿਉਂਕਿ ਜੋ ਸਾਡੇ ਮਨ ਦੀ ਇੱਛਾ ਉਹ ਪੂਰੀ ਨਹੀਂ ਹੋ ਰਹੀ, ਮਨ ਦੀਆਂ ਇੱਛਾਵਾਂ ਨਹੀਂ ਸਾਡੀਆਂ ਪੂਰੀਆਂ ਹੋ ਰਹੀਆਂ। ਔਰ ਇਸੇ ਚੀਜ਼ ਨੇ ਭਟਕਾਇਆ ਹੋਇਆ ਹੈ ਹਰੇਕ ਮਨੁੱਖ। ਪਰਿਵਾਰਾਂ ਵਿੱਚ ਵੀ ਕਲੇਸ਼, ਰਿਸ਼ਤੇਦਾਰਾਂ ਨਾਲ ਕਲੇਸ਼, ਸਮਾਜ ਵਿੱਚ ਕਲੇਸ਼, ਹਰੇਕ ਮਨੁੱਖ ਦਾ ਇਹੀ ਕਲੇਸ਼ ਚੱਲ ਰਿਹਾ ਹੈ। ਉਹ ਚਾਹੁੰਦਾ ਜੋ ਮੇਰਾ ਮਨ ਚਾਹੁੰਦਾ, ਮੇਰੇ ਮਨ ਦੀ ਇੱਛਾ ਦੇ ਮੁਤਾਬਕ ਅਗਲਾ ਚੱਲੇ, ਜਾਂ ਮੇਰੇ ਮਨ ਦੀ ਇੱਛਾ ਦੇ ਮੁਤਾਬਕ ਆ ਕੁਛ ਹੋਵੇ। ਇੱਕ ਬੱਚਾ ਹੈ, ਉਹ ਖਿਡਾਰੀ ਬਣਨਾ ਚਾਹੁੰਦਾ ਹੈ, ਪਰ ਮਾਂ ਪਿਓ ਦੇ ਮਨ ਦੀ ਇੱਛਾ ਡਾਕਟਰ ਬਣੇ। ਉਹ ਮਾਂ ਪਿਓ ਦੇ ਮਨ ਦੀ ਇੱਛਾ ਮੁਤਾਬਕ ਨਹੀਂ ਚੱਲ ਰਿਹਾ ਤੇ ਮਾਂ ਪਿਓ ਦੁਖੀ ਹੈ, ਬੱਚਾ ਆਖੇ ਨਹੀਂ ਲੱਗਦਾ। ਬੱਚੇ ਦੇ ਮਨ ਦੀ ਇੱਛਾ ਹੈ ਮੈਂ ਆਹ ਕਰਨਾ ਹੈ, ਮਾਂ ਪਿਓ ਕਹਿੰਦਾ ਨਹੀਂ, ਉਹ ਦੁਖੀ, ਮੇਰਾ ਮਾਂ ਪਿਓ ਮੇਰੇ ਮਨ ਦੀ ਇੱਛਾ ਦੇ ਮੁਤਾਬਕ ਕਿਉਂ ਨਹੀਂ ਮੰਨ ਰਹੇ। ਸਭ ਥਾਵਾਂ ਤੇ ਇਹੀ ਕਲੇਸ਼ ਹੈ। ਉਹ ਪੁੱਛਦੇ ਨੇ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ, ਇਹ ਪੁਰਖਾ, ਪੁਰਖ ਕਿਹਾ ਜਾਂਦਾ ਸੀ ਜਿਹੜਾ ਕੋਈ ਸਿਆਣਾ ਹੋਵੇ, ਬਜ਼ੁਰਗ, ਵੱਡਾ, ਜਿਹਨੂੰ ਕਹਿ ਦੇਣਾ ਆਪਾਂ ਮਹਾਂਪੁਰਖ ਲਫ਼ਜ਼ ਵਰਤਦੇ ਹਾਂ। ਉਹਨਾਂ ਸਿੱਧ ਲੋਕਾਂ ਦੀ ਨਿਗਾਹ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਰੁਤਬਾ ਕੈਸਾ, ਪੁਰਖਾ ਸ਼ਬਦ ਵਰਤਦੇ। ਵੈਸੇ ਪੁਰਖ ਸ਼ਬਦ ਅਕਾਲ ਪੁਰਖ ਪਰਮਾਤਮਾ ਲਈ ਵਰਤਿਆ ਗਿਆ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਜਾਂ ਜਿਹੜਾ ਫਿਰ ਉਹਦਾ ਰੂਪ ਹੋ ਜਾਂਦਾ ਜੀਵਨ, ਉਹਨੂੰ ਕਿਹਾ ਜਾਂਦਾ ਹੈ ਹਰ ਕਾ ਸੇਵਕ ਸੋ ਹਰ ਜਿਹਾ। ਖੈਰ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਪੁਰਖਾ ਕਿਹੜੇ ਤਰੀਕੇ ਨਾਲ ਇਹ ਮਨ ਦੀਆਂ ਇੱਛਾਵਾਂ ਖਤਮ ਕਰ ਲਈਆਂ, ਕਿਹੜੇ ਤਰੀਕੇ ਨਾਲ ਜਿਹੜੀ ਆਸਾ, ਦੂਜੇ ਦੇ ਉੱਤੇ ਆਸ ਅਸੀਂ ਰੱਖੀ ਹੋਈ ਹੈ, ਇਹ ਚੀਜ਼ ਖਤਮ ਕਰ ਲਈ। ਕਿਤ ਬਿਦ ਆਸਾ ਮਨਸ਼ਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ। ਨਿਰੰਤਰ ਤਾਂ ਆਪਾਂ ਸਾਰੇ ਜਾਣਦੇ ਹਾਂ, ਇੱਕ ਰਸ, ਇੱਕ ਰਸ ਜਿਹੜੀ ਪਰਮਾਤਮਾ ਦੀ ਰੱਬੀ ਜੋਤ ਹੈ, ਉਹਨੂੰ ਤੁਸੀਂ ਪਾਇਆ ਕਿਵੇਂ, ਉਹਨੂੰ ਪ੍ਰਾਪਤ ਕਿਵੇਂ ਕੀਤਾ।
ਇੱਥੇ ਇੱਕ ਨੁਕਤਾ ਹੋਰ ਸਾਂਝਾ ਕਰਨਾ ਜੋ ਮੈਂ ਗੁਰਬਾਣੀ 'ਚੋਂ ਸਮਝਿਆ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਚਾਹੇ ਮੈਂ ਸਹਿਜ ਪਾਠ ਕਰਾਂ, ਚਾਹੇ ਜਦੋਂ ਵੀ ਕੋਈ ਵੀ ਸ਼ਬਦ ਮੇਰੇ ਸੁਰਤ ਵਿੱਚ ਆਵੇ, ਮੇਰੀ ਕੋਸ਼ਿਸ਼ ਹੁੰਦੀ ਕਿ ਇਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਇਹਦੀ ਗਹਿਰਾਈ 'ਚ ਕੀ ਹੈ। ਗੁਰਬਾਣੀ ਦਾ ਹਰ ਸ਼ਬਦ ਇੱਕ ਵਿਸ਼ਾਲ ਸਾਗਰ ਹੈ ਔਰ ਬਹੁਤ ਕੀਮਤੀ ਮੋਤੀ ਨੇ ਉਹਨਾਂ ਦੇ ਵਿੱਚ, ਜੋ ਮੈਂ ਮਹਿਸੂਸ ਕੀਤਾ ਹੈ। ਅਸਲ ਦੇ ਵਿੱਚ ਜੀਵਨ ਦੇ ਵਿੱਚ ਹੈ ਜੋ ਹੈ ਉਹਨੂੰ ਪ੍ਰਗਟ ਕਰਨਾ ਹੈ, ਬਾਹਰੋਂ ਕੁਛ ਨਹੀਂ ਪਾਉਣਾ, ਜੋ ਅੰਦਰ ਉਹਨੂੰ ਪ੍ਰਗਟ ਕਰਨਾ ਹੈ, ਉਹਨੇ ਪ੍ਰਗਟ ਹੋਣਾ ਸਾਡੇ ਅੰਦਰ, ਹੈ ਅੰਦਰ ਹੀ ਹੈ, ਉਹਨੇ ਪ੍ਰਗਟ ਹੋਣਾ ਹੈ। ਸੌਖਾ ਕਰ ਲਈਏ, ਪਹਿਲੇ ਸਮਿਆਂ ਦੇ ਵਿੱਚ ਆਪਣੇ ਘਰਾਂ 'ਚ ਆਮ ਇੱਕ ਲਾਲਟਨ ਹੁੰਦੀ ਸੀ। ਉਹ ਲਾਲਟਨ ਆਪਾਂ ਸਾਰਿਆਂ ਦੇਖੀ ਹੋਈ ਹੈ, ਉਹਨੂੰ ਟੰਗ ਦਿੰਦੇ ਹੁੰਦੇ ਸੀ ਰੋਸ਼ਨੀ ਕਰਨ ਵਾਸਤੇ। ਉਹ ਲਾਲਟਨ ਦੇ ਵਿੱਚ ਤੇਲ ਪਾਉਂਦੇ ਸੀ, ਵੱਟੀ ਬਲਦੀ ਸੀ, ਅਤੇ ਉਹਦੇ ਉੱਪਰ ਵੱਟੀ ਨੂੰ ਬਾਹਰੋਂ ਕਿਤੇ ਹਵਾ ਤੇਜ਼ ਕਿਤੇ ਉਹ ਬੁੱਝ ਨਾ ਜਾਵੇ, ਇੱਕ ਗਲਾਸ ਦੀ ਕੱਚ ਦਾ ਜਿਹੜਾ ਸੀ ਕਵਰ ਲਾ ਦਿੰਦੇ ਸੀ। ਸਾਡੇ ਇਲਾਕੇ 'ਚ ਉਹਨੂੰ ਕਹਿੰਦੇ ਹੁੰਦੇ ਸੀ ਚਿਮਨੀ, ਮਾਝੇ ਵਿੱਚ ਉਹਨੂੰ ਚਿਮਨੀ ਕਹਿੰਦੇ ਆ। ਉਹ ਕੀ ਹੁੰਦਾ ਸੀ ਕਿ ਜਦੋਂ ਅੰਦਰ ਵੱਟੀ ਬਲਦੀ ਰਹਿੰਦੀ ਸੀ, ਉਹਦੇ ਧੂਏਂ ਨਾਲ ਉਹ ਕਾਲੀ ਹੋ ਜਾਂਦੀ ਹੈ, ਰੋਸ਼ਨੀ ਨਹੀਂ ਪ੍ਰੋਪਰ ਮਿਲਦੀ, ਰੋਸ਼ਨੀ ਹੈ ਪ੍ਰੋਪਰ ਨਹੀਂ ਮਿਲਦੀ। ਅਤੇ ਫਿਰ ਜਿਹੜੇ ਬਜ਼ੁਰਗ ਮਾਤਾਵਾਂ ਹੁੰਦੀਆਂ ਸੀ, ਉਹ ਲਾਲਟਨ ਜਗਾਉਣ ਤੋਂ ਪਹਿਲਾਂ ਉਹਦੀ ਚਿਮਨੀ ਸਾਫ਼ ਕਰ ਲੈਂਦੀਆਂ ਸੀ, ਤਾਂ ਕਿ ਜਦੋਂ ਅੰਦਰ ਉਹ ਵੱਟੀ ਜਗਣੀ ਹੈ, ਲਾਈਟ ਜਗਣੀ ਹੈ, ਉਹਦੀ ਰੋਸ਼ਨੀ ਪ੍ਰੋਪਰ ਮਿਲੇ। ਸੇਮ ਚੀਜ਼ ਹੈ, ਪਰਮੇਸ਼ਰ ਦੀ ਰੱਬੀ ਜੋਤ ਸਾਡੇ ਅੰਦਰ ਹੈ। ਗੁਰੂ ਜੀ ਨੂੰ ਪੁੱਛ ਲੈਂਦੇ, ਗੁਰੂ ਜੀ ਕਹਿੰਦੇ ਨੇ ਸਭ ਮਹਿ ਜੋਤ, ਕਰੋ ਹਰਸਨ ਸਾਂਝੀ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਅੱਗੇ ਕੀ ਕਿਹਾ? ਗੁਰ ਸਾਖੀ ਜੋਤ ਪ੍ਰਗਟ ਹੋਣਾ। ਪਰਮੇਸ਼ਰ ਪਰਮਾਤਮਾ ਦੀ ਰੱਬੀ ਜੋਤ ਸਾਡੇ ਅੰਦਰ ਹੈ, ਉਹਨੂੰ ਪ੍ਰਗਟ ਕਰਨਾ ਹੈ। ਪਰ ਸਾਡੇ ਅੰਦਰ ਵਿਕਾਰਾਂ ਦੀ, ਬੁਰਾਈਆਂ ਦੀ, ਅਗਿਆਨਤਾ ਦੀ ਕਾਲਖ ਇੰਨੀ ਜੰਮੀ ਹੋਈ ਹੈ, ਉਸ ਜੋਤ ਦੀ ਰੋਸ਼ਨੀ ਸਾਨੂੰ ਮਿਲ ਨਹੀਂ ਰਹੀ। ਅਸੀਂ ਬਾਹਰ ਤਲਾਸ਼ ਕਰ ਰਹੇ ਹਾਂ, ਅਗਿਆਨਤਾ ਹੀ ਤੇ ਬਾਹਰੋਂ ਲੱਭ ਰਹੇ ਹਾਂ। ਉਹ ਸਵਾਲ ਕਰਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਕਿਤ ਬਿਦ ਜੋਤ ਨਿਰੰਤਰ ਪਾਈ, ਉਹ ਜਿਹੜੀ ਤੁਸੀਂ ਆਪਣੇ ਅੰਦਰੋਂ ਜੋਤ, ਰੋਸ਼ਨੀ, ਉਹ ਪ੍ਰਕਾਸ਼, ਉਹ ਰੱਬੀ ਨੂਰ ਜਿਹੜਾ ਤੁਸੀਂ ਆਪਣੇ ਅੰਦਰੋਂ ਪਾਇਆ ਹੈ, ਤਰੀਕਾ ਕਿਹੜਾ ਸੀ? ਕਿਵੇਂ ਉਹ ਰੱਬੀ ਜੋਤ ਜਿਹੜੀ ਤੁਹਾਡੇ ਅੰਦਰ ਇੱਕ ਰਸ ਜਿਹੜੀ ਹੈ ਉਹ ਜਗਣ ਲੱਗ ਪਈ? ਬਿਨ ਦੰਤਾ ਕਿਉਂ ਖਾਈਐ ਸਾਰ, ਕਿਉਂ ਦਾ ਅਰਥ ਹੈ ਕਿਵੇਂ, ਸਾਰ ਦਾ ਅਰਥ ਹੁੰਦਾ ਲੋਹਾ, ਸਖਤ ਜਿਹੜਾ ਹੁੰਦਾ, ਦੰਤਾਂ ਦਾ ਅਰਥ ਹੋ ਗਿਆ ਦੰਦ। ਹੁਣ ਲੋਹੇ ਨੂੰ ਖਾਣਾ ਜਿਹੜਾ ਬੜਾ ਔਖਾ ਹੈ, ਲੋਹਾ ਚਬਾਇਆ ਨਹੀਂ ਜਾ ਸਕਦਾ। ਉਹ ਸਵਾਲ ਕਰਦੇ ਨੇ ਕਿ ਜਿਹੜਾ ਇਹ ਹਉਮੈ ਕਹਿ ਲਓ, ਮਾਇਆ ਦਾ ਪ੍ਰਭਾਵ ਕਹਿ ਲਓ, ਜਿਹੜਾ ਲੋਹਾ ਹੈ, ਜਿਹੜਾ ਕਿਸੇ ਕੋਲੋਂ ਨਹੀਂ ਖਤਮ ਕੀਤਾ ਜਾ ਰਿਹਾ, ਤੁਸੀਂ ਇਹਨੂੰ ਕਿਵੇਂ ਖਤਮ ਕਰ ਲਿਆ? ਬਿਨ ਦੰਤਾ ਕਿਉਂ ਖਾਈਐ ਸਾਰ, ਜਿਵੇਂ ਦੰਦਾਂ ਤੋਂ ਬਗੈਰ ਕਿਵੇਂ ਖਾਧਾ ਜਾ ਸਕਦਾ? ਵੀ ਬਹੁਤ ਔਖਾ ਹੈ, ਬਹੁਤ ਕਠਿਨ ਹੈ ਇਸ ਹਉਮੈ ਨੂੰ, ਮਾਇਆ ਦੇ ਪ੍ਰਭਾਵ ਨੂੰ ਖਤਮ ਕਰਨਾ ਆਪਣੇ ਜੀਵਨ ਦੇ ਵਿੱਚ। ਨਾਨਕ ਸਾਚਾ ਕਰੋ ਵਿਚਾਰ, ਇਹ ਨਾਨਕ, ਇਹ ਜਿਹੜੀ ਸੱਚ ਦੀ ਵਿਚਾਰ ਹੈ ਨਾ, ਇਹ ਬਿਆਨ ਕਰਕੇ ਦੱਸ, ਤੂੰ ਜੀਵਨ ਕਿਵੇਂ ਬਦਲਿਆ। ਕਈ ਵਾਰ ਕੋਈ ਬੰਦਾ ਨਾ ਕੁਰਾਹੇ ਪਿਆ ਹੁੰਦਾ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਗੁਨਾਹ ਕਰਮਾਂ ਦੀ ਜ਼ਿੰਦਗੀ ਜੀ ਰਿਹਾ ਹੁੰਦਾ ਹੈ, ਅਚਨਚੇਤ ਕਈ ਵਾਰ ਉਹਦੇ ਜੀਵਨ 'ਚ ਤਬਦੀਲੀ ਆਉਂਦੀ ਹੈ, ਅਤੇ ਆਪਾਂ ਸਵਾਲ ਕਰਦੇ ਹਾਂ, ਤੂੰ ਆਪਣਾ, ਤੇਰਾ ਜੀਵਨ ਹੀ ਬਦਲ ਗਿਆ, ਕਿਵੇਂ ਬਦਲਿਆ ਤੇਰਾ ਜੀਵਨ? ਤੂੰ ਤਾਂ ਆਹ ਕੰਮ ਕਰਦਾ ਹੁੰਦਾ ਸੀ, ਤੇਰਾ ਜੀਵਨ ਕਿਵੇਂ ਬਦਲ ਗਿਆ? ਸਪੋਜ਼ ਕਰੋ ਕੋਈ ਕਬਰਾਂ 'ਤੇ ਮੜੀਆਂ 'ਤੇ ਦੀਵੇ ਜਗਾਉਂਦਾ ਸੀ, ਰਹਿ ਨਹੀਂ ਸੀ ਸਕਦਾ ਉਹਨਾਂ ਕੰਮਾਂ ਤੋਂ ਬਗੈਰ। ਜਦੋਂ ਸਮਝ ਆਈ ਉਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੋ ਗਿਆ, ਨਹੀਂ ਇਹ ਮਨਮੱਤ ਹੈ, ਕਰਮਕਾਂਡ ਹੈ, ਮੈਂ ਤੇ ਗੁਰੂ ਸ਼ਬਦ ਮੁਤਾਬਕ ਚੱਲਣਾ ਹੈ। ਅਤੇ ਉਹ ਫਿਰ ਕਈ ਸਵਾਲ ਕਰਦੇ ਨੇ, ਤੂੰ ਬਦਲ ਕਿਵੇਂ ਗਿਆ? ਤੂੰ ਤੇ ਉਹ ਚੀਜ਼ਾਂ ਛੱਡਦਾ ਨਹੀਂ ਸੀ, ਅਸੀਂ ਕਹਿੰਦੇ ਹਾਂ ਤੂੰ ਕੋਈ ਦਲੀਲਾਂ ਦਿੰਦਾ ਹੁੰਦਾ ਸੀ, ਵੀ ਕਿਹੜੇ ਤਰੀਕੇ ਨਾਲ ਚੀਜ਼ ਚੇਂਜ ਹੋ ਗਈ? ਇਹ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਉਹਨਾਂ ਨੇ ਫਿਰ ਕੀਤੇ। ਗੁਰੂ ਸਾਹਿਬ ਜੀ ਨੇ ਅੱਗੋਂ ਫਿਰ ਜਵਾਬ ਦਿੱਤਾ। ਹੁਣ ਜਿਹੜਾ
20ਵੀਂ ਪੌੜੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਕੋਈ ਜਵਾਬ ਹੈ। ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਗਵਨ ਦਾ ਅਰਥ ਹੁੰਦਾ ਭਟਕਣਾ, ਜਿਹੜਾ ਹਰ ਵੇਲੇ ਭਟਕਦੇ ਰਹਿਣਾ। ਸਤਿਗੁਰ ਕੈ ਜਨਮੇ, ਸਤਿਗੁਰੂ ਦੇ ਕੈ ਦਾ ਅਰਥ ਹੋ ਗਿਆ ਉਹਨਾਂ ਦੇ ਵਿੱਚੋਂ ਜਨਮ ਲਿਆ। ਇਹ ਚੀਜ਼ ਸਮਝਣੀ ਹੋਊਗੀ, ਥੋੜ੍ਹੀ ਜਿਹੀ ਜ਼ਰੂਰੀ ਹੈ। ਸਰੀਰ ਦਾ ਜਨਮ ਨਹੀਂ, ਇੱਥੇ ਸੁਰਤ ਦੇ ਜਨਮ ਦੀ ਗੱਲ ਹੈ, ਮਨ ਦੇ ਜਨਮ ਦੀ ਗੱਲ ਹੈ। ਸਤਿਗੁਰੂ ਕੀ ਹੈ? ਸ਼ਬਦ। ਜਦੋਂ ਸਾਡੀ ਸੁਰਤ, ਸਾਡੀ ਵਿਚਾਰ, ਸਾਡੀ ਸਮਝ, ਸਾਡਾ ਮਨ ਗੁਰੂ ਦੇ ਸ਼ਬਦ ਵਿੱਚੋਂ ਨਿਕਲਦਾ ਹੈ, ਭਾਵ ਗੁਰੂ ਦੀ ਸਿੱਖਿਆ ਦੇ ਮੁਤਾਬਕ ਜਦੋਂ ਚੱਲਦਾ ਹੈ, ਗੁਰੂ ਦੀ ਸਿੱਖਿਆ ਦੇ ਵਿੱਚੋਂ ਜਦੋਂ ਸਾਡਾ ਮਨ ਜਿਹੜਾ ਹੈ ਉਹਨੂੰ ਜਿਉਣਾ ਸ਼ੁਰੂ ਕਰ ਦਿੰਦਾ ਹੈ। ਸਾਡੀ ਸੋਚ, ਸਾਡੀ ਵਿਚਾਰ ਦਾ ਜਨਮ ਜਦੋਂ ਗੁਰੂ ਦੀ ਸਿੱਖਿਆ, ਗੁਰਬਾਣੀ ਦੇ ਵਿੱਚੋਂ ਹੁੰਦੀ ਹੈ, ਗੁਰੂ ਸਾਹਿਬ ਜੀ ਕਹਿੰਦੇ ਉਦੋਂ ਭਟਕਣਾ ਖਤਮ ਹੋ ਜਾਂਦੀ ਹੈ। ਉਦੋਂ ਫਿਰ ਮਨ 'ਚ ਭਟਕਣਾ ਨਹੀਂ ਰਹਿੰਦੀ, ਮਨ ਵਿੱਚ ਟਿਕਾ ਆ ਜਾਂਦਾ ਹੈ। ਜੇ ਮਨ 'ਚ ਭਟਕਣਾ ਹੈ, ਬੇਸ਼ੱਕ ਜਿੰਨੀ ਮਰਜ਼ੀ ਅਸੀਂ ਦਾਅਵਾ ਕਰੀਏ ਬਾਣੀ ਪੜ੍ਹਦੇ ਜਾਂ ਕੁਛ ਕਰਦੇ ਹਾਂ, ਇਹਦਾ ਅਰਥ ਹੈ ਕਿ ਸਾਡੀ ਜਿਹੜੀ ਸਮਝ ਹੈ ਅਜੇ ਵੀ ਗੁਰੂ ਦੇ ਸ਼ਬਦ ਵਿੱਚੋਂ ਪੈਦਾ ਨਹੀਂ ਹੋਈ, ਕਿਤੇ ਬਾਹਰ ਭਟਕ ਰਹੀ, ਕਿਸੇ ਹੋਰ ਥਾਂ ਤੋਂ ਪੈਦਾ ਹੋਈ ਹੈ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਜਦੋਂ ਸਾਡੇ ਮਨ, ਸਾਡੀ ਸੋਚ, ਸਾਡੀ ਵਿਚਾਰ ਦਾ ਜਨਮ ਸ਼ਬਦ ਵਿੱਚੋਂ ਹੁੰਦਾ ਹੈ, ਸਤਿਗੁਰੂ ਵਿੱਚੋਂ ਹੁੰਦਾ ਹੈ, ਫਿਰ ਭਟਕਣਾ ਜਿਹੜੀ ਹੈ ਮਨ ਦੀ, ਉਹ ਖਤਮ ਹੋ ਜਾਂਦੀ ਹੈ। ਭਟਕਣਾ ਖਤਮ ਹੋਣ ਦਾ ਅਰਥ ਕੀ ਹੈ? ਮਨੁੱਖ ਤੁਰਦਾ ਹੈ, ਸਫ਼ਰ ਕਰਦਾ ਹੈ, ਉਹਦੇ ਕਦਮ ਕਦੋਂ ਰੁਕਦੇ ਨੇ? ਜਦੋਂ ਘਰ ਪਹੁੰਚ ਜਾਂਦਾ ਹੈ। ਘਰ ਜਾ ਕੇ ਟਿਕਿਆ ਜਾਂਦਾ ਹੈ, ਘਰ ਤੁਰਿਆ ਨਹੀਂ ਜਾਂਦਾ, ਤੁਰਿਆ ਰਸਤੇ ਤੇ ਜਾਂਦਾ ਹੈ। ਇਕੱਲੇ ਬਹਿ ਕੇ ਕਿਤੇ ਇਸ ਚੀਜ਼ ਨੂੰ ਮਹਿਸੂਸ ਕਰਿਓ, ਤੁਰਦਾ ਸਫ਼ਰ ਜਿਹੜਾ ਉਹ ਰਸਤਾ ਹੈ, ਤੇ ਜਦੋਂ ਘਰ ਪਹੁੰਚ ਜਾਈਦਾ ਮੰਜ਼ਿਲ ਤੇ, ਫਿਰ ਤੁਰਦਾ ਨਹੀਂ ਹੈ, ਸਫ਼ਰ ਨਹੀਂ ਹੈ, ਉੱਥੇ ਕੀ ਹੈ? ਟਿਕਾ। ਗਵਨ ਮਿਟਾਇਆ ਦਾ ਅਰਥ ਕੀ ਹੈ? ਭਟਕਣਾ ਦਾ ਖਤਮ ਹੋਣ ਦਾ ਅਰਥ ਕੀ ਹੈ? ਘਰ ਪਹੁੰਚ ਗਏ। ਜਦੋਂ ਉਹ ਜੀਵਨ ਜਿਉਂਦੇ ਆ ਜਿਹੜਾ ਗੁਰੂ ਦੀ ਸਿੱਖਿਆ ਚੋਂ ਪੈਦਾ ਹੋਇਆ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਨ ਰੱਬ ਰੂਪੀ ਘਰ ਵਿੱਚ ਪਹੁੰਚ ਜਾਂਦਾ ਹੈ। ਇਹਦੀ ਭਟਕਣਾ ਖਤਮ ਹੋ ਜਾਂਦੀ, ਇਹਦਾ ਸਫ਼ਰ ਖਤਮ ਹੋ ਜਾਂਦਾ ਹੈ, ਇਹ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਅਨਹਤ ਰਾਤੇ ਇਹ ਮਨ ਲਾਇਆ। ਅਨਹਤ ਦਾ ਅਰਥ ਹੋ ਗਿਆ ਅਸੀਮ, ਜਿਹਦੀ ਹੱਦ ਕੋਈ ਨਹੀਂ, ਜਿਹਦਾ ਬੰਨਾ ਕੋਈ ਨਹੀਂ, ਅਸੀਮ ਹੈ, ਜਿਹਨੂੰ ਬੇਅੰਤ ਵੀ ਕਹਿੰਦੇ ਆਪਾਂ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇਹ ਮਨ ਉਸ ਪਰਮਾਤਮਾ ਦੇ ਵਿੱਚ ਜੋੜਿਆ, ਜਿਸ ਪਰਮਾਤਮਾ ਦੀ ਗੱਲ ਸ਼ਬਦ ਕਰ ਰਿਹਾ ਹੈ, ਇਹ ਮਨ ਜੁੜ ਗਿਆ, ਇਹ ਮਨ ਫਿਰ ਲੱਗ ਗਿਆ ਉਹਦੇ ਨਾਲ। ਕਿਉਂਕਿ ਉਹਨਾਂ ਨੇ ਸਵਾਲ ਕੀਤਾ ਸੀ ਨਾ ਗੁਰੂ ਸਾਹਿਬ ਜੀ ਨੂੰ, ਕਾਹੇ ਕੋ ਤੁਝ ਇਹ ਮਨ ਲਾਇਆ? ਕਿਹੜੇ ਤਰੀਕੇ ਨਾਲ ਇਸ ਮਨ ਨੂੰ ਤੁਸੀਂ ਜਿਹੜਾ ਜੋੜ ਲਿਆ? ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਜਦੋਂ ਜੋ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਅਸੀਮ ਪਰਮੇਸ਼ਰ ਪਰਮਾਤਮਾ ਦੇ ਨਾਲ ਇਸ ਮਨ ਨੂੰ ਜੋੜਿਆ ਤੇ ਮਨ ਜੁੜ ਗਿਆ। ਅਸੀਂ ਉਸ ਅਸੀਮ ਪਰਮਾਤਮਾ ਨਾਲ ਨਹੀਂ ਮਨ ਨੂੰ ਜੋੜ ਰਹੇ, ਅਸੀਂ ਇੱਕ ਕਾਲਪਨਿਕ ਰੱਬ ਦੇ ਨਾਲ ਮਨ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ, ਤਾਂ ਹੀ ਨਹੀਂ ਸਾਡਾ ਮਨ ਟਿਕ ਰਿਹਾ। ਕਈ ਪੁੱਛਣਗੇ ਸੌਖਾ ਕਰ ਲਓ ਅਰਥ, ਭਾਈ ਸਾਹਿਬ ਜਦੋਂ ਬਾਣੀ ਪੜ੍ਹਨੀ ਹੈ ਉਦੋਂ ਫਿਰ ਸੁਰਤ ਦੇ ਵਿੱਚ ਕੌਣ ਹੋਵੇ? ਵੀ ਕੋਈ ਤਸਵੀਰ, ਕੋਈ ਆਕਾਰ, ਕੁਛ ਨਾ ਕੁਛ ਤੇ ਰੱਖਣਾ ਪਊਗਾ। ਕੋਈ ਜੋਤ ਜਗਾਉਂਦਾ, ਜਿਸ ਤਰ੍ਹਾਂ ਦੀਵਾ ਜਿਹੜਾ ਜਗਾਉਂਦਾ, ਵੀ ਉਹ ਇਸ ਕਰਕੇ ਜਗਾਉਂਦੇ ਕਿ ਸੁਰਤ ਦੇ ਵਿੱਚ, ਧਿਆਨ ਦੇ ਵਿੱਚ, ਤਾਂ ਹੀ ਤੇ ਮਨ ਨਹੀਂ ਜੁੜ ਰਿਹਾ। ਕਿਉਂ? ਕਿਉਂਕਿ ਅਸੀਂ ਮਨ ਜੋੜ ਕਿਸੇ ਹੋਰ ਨਾਲ ਰਹੇ ਹਾਂ। ਮਨ ਜੋੜਨਾ ਸੀ ਸ਼ਬਦ ਨਾਲ, ਸ਼ਬਦ ਦੇ ਵਿੱਚ ਜੋ ਪਰਮੇਸ਼ਰ ਦਾ ਸਰੂਪ ਬਿਆਨ ਕੀਤਾ ਹੈ ਉਹਦੇ ਨਾਲ। ਪਰਮੇਸ਼ਰ ਨਿਰਵੈਰ ਕਿਹਾ ਹੈ, ਨਿਰਵੈਰਤਾ ਨਾਲ ਮਨ ਨੂੰ ਜੋੜਨਾ ਸੀ। ਪਰਮੇਸ਼ਰ ਨਿਰਭਉ ਕਿਹਾ ਹੈ, ਨਿਰਭਉਤਾ ਦੇ ਨਾਲ ਮਨ ਨੂੰ ਜੋੜਨਾ ਸੀ।
ਅਫਸੋਸ ਅਸੀਂ ਸ਼ਬਦ ਵਿੱਚ ਜੋ ਬਿਆਨ ਕੀਤਾ ਗਿਆ ਹੈ ਪਰਮੇਸ਼ਰ ਦਾ ਸਰੂਪ, ਸ਼ਬਦ ਪਰਮੇਸ਼ਰ ਦਾ ਸਰੂਪ ਹੈ। ਮੈਂ ਪਹਿਲਾਂ ਬੇਨਤੀ ਕੀਤੀ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਪਰਮੇਸ਼ਰ ਦਾ ਸਰੂਪ ਕੀ ਹੈ? ਪਰਮੇਸ਼ਰ ਦਾ ਸ਼ਬਦ, ਸ਼ਬਦ ਦੇ ਵਿੱਚ ਪਰਮੇਸ਼ਰ ਰਮਿਆ ਹੋਇਆ। ਅਰਦਾਸ ਤੋਂ ਬਾਅਦ ਦੋਹਰਾ ਪੜ੍ਹਦੇ ਆ ਨਾ, ਬੇਸ਼ੱਕ ਵਿਦਵਾਨਾਂ ਦੀ ਲਿਖਤ ਹੈ, ਪੰਥ ਪ੍ਰਮਾਣਿਤ ਮੰਨਿਆ ਗਿਆ ਹੈ। ਆਪਾਂ ਸਾਰੇ ਕਹਿੰਦੇ ਆ, ਕੀ ਕਹਿੰਦੇ? ਜੋ ਪ੍ਰਭ ਕੋ ਮਿਲਬੋ ਚਾਹੇ ਕੀ ਕਰਨ, ਖੋਜ ਸ਼ਬਦ ਮਹਿ ਲੈ। ਗੁਰੂ ਅਰਜਨ ਸਾਹਿਬ ਦੇ ਬਚਨ ਹੈ। ਗੁਰੂ ਸਾਹਿਬ ਜੀ ਕਹਿੰਦੇ, ਪੋਥੀ ਪਰਮੇਸ਼ਰ ਕਾ ਥਾਨ। ਥਾਨ ਦਾ ਅਰਥ ਕੀ ਹੁੰਦਾ? ਜਗ੍ਹਾ। ਪਰਮੇਸ਼ਰ ਦੀ ਜਗ੍ਹਾ ਕੀ? ਪੋਥੀ। ਤੇ ਪੋਥੀ ਵਿੱਚ ਕੀ ਹੈ? ਸ਼ਬਦ। ਇਹਦਾ ਮਤਲਬ ਸ਼ਬਦ ਤੇ ਪਰਮੇਸ਼ਰ ਬੜੇ ਕਹਿ ਲਓ ਇਹ ਇੰਝ ਹੀ ਹੈ ਜਿਸ ਤਰ੍ਹਾਂ ਸੂਰਜ ਦੀ ਕਿਰਨਾਂ ਤੇ ਉਹਨਾਂ ਕਿਰਨਾਂ ਚੋਂ ਪੈਦਾ ਹੋਇਆ ਪ੍ਰਕਾਸ਼। ਇਸ ਤਰ੍ਹਾਂ ਇੱਕ ਦੂਜੇ ਨਾਲ ਇੱਕ ਮਿਲ ਨੇ, ਕਿਰਨ ਤੇ ਕਿਰਨ ਚੋਂ ਪੈਦਾ ਹੋਈ ਰੋਸ਼ਨੀ। ਜਿਵੇਂ ਫੁੱਲ, ਫੁੱਲ ਚੋਂ ਪੈਦਾ ਹੋਈ ਸੁਗੰਧੀ। ਹੋਰ ਆਪਾਂ ਪੁੱਛ ਲੈਨੇ ਗੁਰੂ ਜੀ ਨੂੰ। ਗੁਰੂ ਸਾਹਿਬ ਦਾ ਬੜਾ ਖੂਬਸੂਰਤ ਬਚਨ ਹੈ ਆਸਾ ਦੀ ਵਾਰ ਵਿੱਚ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ। ਪਰਮੇਸ਼ਰ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਰੱਖਿਆ ਹੈ। ਤੇ ਸਤਿਗੁਰ ਕੀ ਹੈ? ਸਤਿਗੁਰ ਬਚਨ, ਬਚਨ ਹੈ ਸਤਿਗੁਰ ਸ਼ਬਦ। ਸਤਿਗੁਰ ਵਿੱਚ ਆਪ ਰੱਖਿਓਨ। ਅੱਗੇ ਕੀ ਕਿਹਾ? ਕਰ ਪ੍ਰਗਟ ਆਖ ਸੁਣਾਇਆ। ਅਸੀਂ ਗੁਰਬਾਣੀ ਸ਼ਬਦ ਦੇ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਕਰਨਾ ਹੈ। ਭਾਵ ਜੋ ਸ਼ਬਦ ਵਿੱਚ ਦੱਸਿਆ ਹੈ ਉਹਨੂੰ ਖੋਲ੍ਹਣਾ ਹੈ। ਸਾਡਾ ਅਫਸੋਸ, ਅਸੀਂ ਤੇ ਗੁਰਬਾਣੀ ਪੜ੍ਹ ਰਹੇ ਕਿਸੇ ਸਵਾਥ, ਕਿਸੇ ਹੋਰ ਕਿਸੇ ਨੇ ਕਹਿਤਾ ਇੰਨੇ ਵਾਰ ਸ਼ਬਦ ਪੜ੍ਹ ਲਓ ਇਹਦੇ ਨਾਲ ਆਹ ਹੋ ਜਾਏਗਾ, ਇੰਨੇ ਵਾਰ ਪੜ੍ਹ ਲਓ ਤੇ ਆਹ ਹੋਰ ਨਹੀਂ ਪਾਸੇ। ਇਹਦੇ ਵਿੱਚੋਂ ਪਰਮੇਸ਼ਰ ਨੂੰ ਥੋੜ੍ਹੀ, ਅਸੀਂ ਸ਼ਬਦ ਵਿੱਚੋਂ ਰੱਬ ਨੂੰ ਥੋੜ੍ਹੀ ਮਿਲਣ ਦੇ ਵਾਸਤੇ ਜਾਂ ਪਰਮਾਤਮਾ ਨੂੰ ਇਹਦੇ ਵਿੱਚੋਂ ਅਸੀਂ ਜਿਹੜਾ ਉਹਦਾ ਸਰੂਪ ਜਿਹੜਾ ਉਹਨੂੰ ਨੂੰ ਕੋਸ਼ਿਸ਼ ਕਰ ਰਹੇ ਹਾਂ ਦੇਖਣ ਦੀ। ਅਸੀਂ ਇਹਦੇ ਵਿੱਚੋਂ ਆਪਣੀਆਂ ਮਨ ਦੀਆਂ ਇੱਛਾਵਾਂ ਲੱਭ ਰਹੇ ਹਾਂ, ਮਨ ਦੀਆਂ ਇੱਛਾਵਾਂ। ਗੁਰੂ ਰਹਿਮਤ ਕਰੇ ਇਹ ਨੁਕਤਾ ਪਕੜ ਚ ਆ ਜਾਏ। ਇੱਕ ਚੀਜ਼ ਹੋਰ ਸੌਖੀ ਕਰ ਲਵਾਂ, ਜਿਹੜੀਆਂ ਸੰਸਾਰਕ ਚੀਜ਼ਾਂ ਨੇ ਨਾ ਇਹ ਸੰਸਾਰ ਚੋਂ ਹੀ ਮਿਲਦੀਆਂ। ਜਿਹੜੇ ਸਰੀਰ ਨੂੰ, ਜੋ ਸਾਡੇ ਸਰੀਰ ਨੂੰ ਚਾਹੀਦਾ ਨਾ ਇਹ ਸੰਸਾਰ ਚੋਂ ਮਿਲੇਗਾ, ਕਿਉਂਕਿ ਸਰੀਰ ਸੰਸਾਰ ਦੀ ਉਪਜ ਹੈ। ਸੰਸਾਰ 'ਚ ਮਿੱਟੀ ਹੈ, ਧਰਤੀ ਹੈ, ਮਿੱਟੀ ਤੋਂ ਅੰਨ, ਅੰਨ ਤੋਂ ਰਕਤ, ਰਕਤ ਤੋਂ ਬੌਡੀ। ਸਰੀਰ ਦੀ ਹਰ ਲੋੜ, ਹਰ ਜ਼ਰੂਰਤ ਇਸੇ ਸੰਸਾਰ ਵਿੱਚ ਹੈ। ਸਰੀਰ ਨੂੰ ਜਿਉਂਦੇ ਰਹਿਣ ਲਈ ਹਵਾ ਚਾਹੀਦੀ ਹੈ, ਸਾਹ ਲੈਣਾ ਹੈ, ਹਵਾ ਸੰਸਾਰ ਵਿੱਚ ਹੈ। ਸਰੀਰ ਨੂੰ ਪਾਣੀ ਦੀ ਲੋੜ ਹੈ, ਸੰਸਾਰ ਵਿੱਚ ਹੈ। ਸਰੀਰ ਨੂੰ ਅੰਨ ਦੀ ਲੋੜ ਹੈ, ਸੰਸਾਰ ਵਿੱਚ ਹੈ। ਸਰੀਰ ਨੂੰ ਜੋ ਕੁਝ ਵੀ ਚਾਹੀਦਾ ਉਹ ਸਾਰਾ ਕੁਝ ਸੰਸਾਰ ਵਿੱਚ ਹੈ। ਸਾਡੇ ਮਨ ਨੂੰ ਜੋ ਕੁਝ ਚਾਹੀਦਾ ਉਹ ਸੰਸਾਰ ਵਿੱਚ ਨਹੀਂ ਹੈ, ਉਹ ਸ਼ਬਦ ਵਿੱਚ ਹੈ। ਇਸੇ ਲਈ ਗੁਰਬਾਣੀ ਵਿੱਚ ਜਦੋਂ ਵੀ ਗੱਲ ਚੱਲੀ ਮਨ ਨੂੰ ਸੰਬੋਧਨ ਕੀਤਾ, ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਹਰਿ ਭਜ ਮਨਾ। ਮਨ ਨੂੰ ਜੋ ਚਾਹੀਦਾ ਹੈ ਜਾਂ ਮਨ ਦੀਆਂ ਜਿਹੜੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਉਸ ਸ਼ਬਦ ਵਿੱਚ ਹੈ। ਅਸੀਂ ਸਰੀਰ ਦੀਆਂ ਜ਼ਰੂਰਤਾਂ ਜਾਂ ਸਰੀਰ ਦੀਆਂ ਲੋੜਾਂ ਜਾਂ ਸਰੀਰ ਨਾਲ ਸੰਬੰਧਿਤ ਜੋ ਚੀਜ਼ਾਂ ਨੇ ਉਹਨਾਂ ਨੂੰ ਪ੍ਰਾਪਤ ਕਰਨ ਲਈ, ਹਾਸਲ ਕਰਨ ਲਈ ਸ਼ਬਦ ਨੂੰ ਵਰਤਣ ਦੀ ਕੋਸ਼ਿਸ਼ ਕਰ ਰਿਹਾ। ਇੱਥੋਂ ਖੇਡ ਵਿਗੜਦੀ ਸਾਰੀ। ਉਹ ਸ਼ਬਦ ਨੂੰ ਵਰਤਿਆ ਕਦੇ ਨਹੀਂ ਮਿਲਣੀ, ਭਾਵੇਂ ਲੱਖ ਯਤਨ ਕਰ ਲਈ। ਅੱਜ ਤੱਕ ਦੁਨੀਆ ਨੇ ਬੜੇ ਯਤਨ ਕੀਤੇ ਆ। ਉਹ ਉਦੋਂ ਹੀ ਮਿਲੇਗੀ ਜਦੋਂ ਅਸੀਂ ਕਿਰਤ ਕਰਾਂਗੇ ਤੇ ਸੰਸਾਰ 'ਚੋਂ ਹਾਸਲ ਕਰਾਂਗੇ। ਹੁਣ ਭੁੱਖ ਲੱਗੀ ਹੈ, ਮੈਂ ਕਹਾਂ ਬਾਣੀ ਪੜ੍ਹੀ ਜਾਵਾਂ ਕਿ ਮੈਨੂੰ ਰੋਟੀ ਮਿਲ ਜੇ, ਕਿਤੇ ਉੱਤੋਂ ਆਕਾਸ਼ ਵਿੱਚੋਂ ਥਾਲ ਡਿੱਗ ਜੇ ਜਾਂ ਜਿਸ ਤਰ੍ਹਾਂ ਧਰਤੀ 'ਚੋਂ ਬਾਹਰ ਨਿਕਲ ਕੇ ਆ ਜੇ। ਨਹੀਂ, ਜਦੋਂ ਮੈਂ ਉੱਠ ਕੇ ਕਿਰਤ ਕਰਾਂਗਾ,
ਕਿਰਤ ਕਰਕੇ ਅੰਨ ਪੈਦਾ ਕਰਾਂਗਾ, ਭੋਜਨ ਖਾਵਾਂਗਾ ਤੇ ਆਪੇ ਭੁੱਖ ਮਿਟ ਜੇਗੀ, ਕਿਉਂਕਿ ਸਰੀਰ ਦੀ ਲੋੜ ਹੈ ਭੋਜਨ। ਗੁਰੂ ਕਿਰਪਾ ਕਰ। ਉਹ ਸਵਾਲ ਕਰਦੇ ਨੇ, ਗੁਰੂ ਸਾਹਿਬ ਜੀ ਦੇ ਅੱਗੇ ਉਹਨਾਂ ਸਵਾਲ ਕੀਤਾ ਸੀ ਵੀ ਤੁਸੀਂ ਮਨ ਕਿਵੇਂ ਉਧਰ ਲਾਇਆ, ਤੇ ਦੂਜਾ ਸਵਾਲ ਸੀ ਕਿਤ ਬਿਦ ਆਸਾ ਮਨਸਾ ਖਾਈ। ਗੁਰੂ ਨਾਨਕ ਸਾਹਿਬ ਜੀ ਫਿਰ ਉਹਦਾ ਜਵਾਬ ਦਿੰਦੇ। ਗੁਰੂ ਸਾਹਿਬ ਜੀ ਕਹਿੰਦੇ ਮਨਸਾ ਆਸਾ ਸ਼ਬਦ ਜਲਾਈ। ਇਸ ਸ਼ਬਦ ਦੇ ਨਾਲ ਮਨ ਦੀਆਂ ਇੱਛਾਵਾਂ ਸਾੜ ਦਿੱਤੀਆਂ, ਕਿਉਂਕਿ ਸਮਝ ਆ ਗਈ ਨਾ 5 ਸਟਾਰ ਹੋਟਲ ਜਿਹੜਾ ਹੈ, ਗੱਲ ਉਹਨੇ ਭੁੱਖ ਦੂਰ ਨਹੀਂ ਕਰਨੀ, ਭੁੱਖ ਮੇਰੀ ਭੋਜਨ ਨੇ ਦੂਰ ਕਰਨੀ ਹੈ, ਤੇ ਭੋਜਨ ਮੈਂ ਘਰ 'ਚ ਬੈਠ ਕੇ ਵੀ ਖਾ ਸਕਦਾ। BMW ਨੇ ਮੈਨੂੰ ਮੰਜ਼ਿਲ 'ਤੇ ਨਹੀਂ ਪਹੁੰਚਾਉਣਾ, ਮੈਨੂੰ ਗੱਡੀ ਨੇ ਪਹੁੰਚਾਉਣਾ, ਤੇ ਗੱਡੀ ਕੋਈ ਵੀ ਹੋ ਸਕਦੀ ਹੈ। ਮਨ ਦੀਆਂ ਇੱਛਾਵਾਂ ਖਤਮ ਹੋ ਗਈਆਂ। ਸ਼ਬਦ ਜਦੋਂ ਸਾਡੇ ਮਨ ਵਿੱਚ ਵਰਤਦਾ ਹੈ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ। ਜਦੋਂ ਅਸੀਂ ਗੁਰੂ ਦੀ ਸਿੱਖਿਆ ਦੇ ਮੁਤਾਬਕ, ਗੁਰੂ ਦੇ ਉਪਦੇਸ਼ ਦੇ ਮੁਤਾਬਕ, ਗੁਰੂ ਦੇ ਕਹਿਣ ਦੇ ਮੁਤਾਬਕ ਜ਼ਿੰਦਗੀ ਜਿਉਂਦੇ ਹਾਂ, ਜਿਹੜੀ ਰੱਬੀ ਜੋਤ, ਜਿਸ ਜੋਤ ਨੂੰ ਪਰਮੇਸ਼ਰ ਕਿਹਾ ਜਾਂਦਾ ਹੈ, ਜਿਸ ਜੋਤ ਨੂੰ ਰੱਬ ਕਿਹਾ ਜਾਂਦਾ ਹੈ, ਉਹ ਸਾਨੂੰ ਸਾਡੇ ਅੰਦਰੋਂ ਫਿਰ ਪ੍ਰਗਟ ਹੋ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ। ਮੈਂ ਫਿਰ ਦੁਹਰਾਵਾਂ, ਰੱਬ ਕੋਈ ਬਾਹਰੀ ਨਹੀਂ ਹੈ, ਬਾਹਰ ਦਾ ਵਿਸ਼ਾ ਹੈ ਹੀ ਨਹੀਂ ਰੱਬ। ਜਿੰਨਾ ਬਾਹਰੋਂ ਟੋਲਣ ਦੀ ਕੋਸ਼ਿਸ਼ ਕਰਾਂਗੇ, ਬਾਹਰ ਟੋਲਾ ਸੋ ਭਰਮ ਭੁਲਾਹੀ, ਓਨਾ ਹੀ ਭਰਮਾਂ 'ਚ ਪਵਾਂਗੇ, ਭੁਲੇਖਿਆਂ 'ਚ ਡਿੱਗਾਂਗੇ, ਓਨਾ ਹੀ ਰੱਬ ਤੋਂ ਦੂਰ ਹੁੰਦੇ ਜਾਵਾਂਗੇ। ਰੱਬ ਬਾਹਰ ਦਾ ਵਿਸ਼ਾ ਨਹੀਂ ਹੈ, ਰੱਬ ਸਾਡੇ ਅੰਦਰ ਦਾ ਵਿਸ਼ਾ ਹੈ। ਅੰਦਰੋਂ ਕਿਵੇਂ ਉਹਨੂੰ ਪ੍ਰਾਪਤ ਕਰਨਾ ਹੈ, ਆਪਣੇ ਅੰਦਰੋਂ ਕਿਵੇਂ ਪ੍ਰਗਟ ਕਰਨਾ ਹੈ, ਉਹਦੇ ਲਈ ਸ਼ਬਦ ਹੈ, ਉਹਦੇ ਲਈ ਇਹ ਸ਼ਬਦ ਹੈ, ਇਹ ਬਾਣੀ ਹੈ, ਇਹ ਰੱਬੀ ਅਕਾਲ ਪੁਰਖ ਪ੍ਰਮਾਤਮਾ ਦਾ ਰੱਬੀ ਗਿਆਨ ਸ਼ਬਦ ਹੈ, ਜਿਸ ਵਿੱਚ ਪਰਮੇਸ਼ਰ ਵਰਤ ਰਿਹਾ ਹੈ। ਇਸ ਲਈ ਬਾਣੀ ਵਿੱਚ ਵਾਹ ਵਾਹ ਬਾਣੀ ਨਿਰੰਕਾਰ ਹੈ, ਇਹਨੂੰ ਨਿਰੰਕਾਰ ਕਿਹਾ ਗਿਆ ਬਾਣੀ, ਕਿਉਂਕਿ ਇਹਦੇ ਵਿੱਚ ਨਿਰੰਕਾਰ ਵਰਤ ਰਿਹਾ ਹੈ। ਗੁਰੂ ਕਿਰਪਾ ਕਰ। ਤ੍ਰੈ ਗੁਣ ਮੇਟੇ ਖਾਈਐ ਸਾਰ। ਉਹਨਾਂ ਸਵਾਲ ਕੀਤਾ ਸੀ ਬਿਨ ਦੰਦਾਂ ਤੋਂ ਬਗੈਰ ਕਿਵੇਂ ਆਪਾਂ ਲੋਹਾ ਚੱਬ ਸਕਦੇ ਹਾਂ। ਮਾਇਆ ਦਾ ਜਿਹੜਾ ਅਸਰ ਹੈ, ਪ੍ਰਭਾਵ ਹੈ। ਇੱਕ ਚੀਜ਼ ਹੋਰ ਸਾਂਝੀ ਕਰ ਲਾ, ਮਾਇਆ ਦਾ ਅਰਥ ਇਕੱਲਾ ਪੈਸਾ ਨਹੀਂ ਜੇ, ਇਹ ਤਾਂ ਸਾਨੂੰ ਸਾਡੇ ਬਾਬਿਆਂ ਨੇ ਕਹਿ ਛੱਡਿਆ ਮਾਇਆ ਨੂੰ ਹੱਥ ਨਾ ਲਾਓ, ਮਾਇਆ ਜਿਹੜੀ ਦਾਨ ਪੁੰਨ ਕਰ ਦਿਆ ਕਰੋ, ਮਾਇਆ ਜਿਹੜੀ ਇੰਜ ਕਰ ਦਿਆ ਕਰੋ। ਮਾਇਆ ਦਾ ਅਰਥ ਹੈ ਉਹ ਹਰ ਸ਼ੈ ਜਿਹੜੀ ਸਾਡੇ ਮਨ 'ਤੇ ਆਪਣਾ ਪ੍ਰਭਾਵ ਪਾਉਂਦੀ ਹੈ ਤੇ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ, ਜਿਹਦੇ ਪ੍ਰਭਾਵ ਥੱਲੇ ਆ ਕੇ ਮਨੁੱਖ ਜੀਵਨ ਦਾ ਮਕਸਦ ਭੁੱਲ ਜਾਂਦਾ ਹੈ, ਉਹ ਮਾਇਆ ਹੈ। ਉਹ ਕੋਈ ਉੱਚਾ ਅਹੁਦਾ ਵੀ ਹੋ ਸਕਦਾ ਹੈ, ਉਹ ਸਾਡੀ ਸੁੰਦਰਤਾ ਵੀ ਹੋ ਸਕਦੀ ਹੈ, ਉਹ ਕੋਈ ਗੁਣ ਵੀ ਹੋ ਸਕਦਾ ਹੈ ਕਿਸੇ ਮਨੁੱਖ ਦਾ, ਹੁਨਰ ਵੀ ਹੋ ਸਕਦਾ ਹੈ, ਮੈਂ ਇੰਨਾ ਗੁਣੀ। ਉਹ ਇਹ ਵੀ ਹੋ ਸਕਦਾ ਮੈਂ ਇੰਨੀ ਬਾਣੀ ਪੜ੍ਹਦਾ, ਜਾਂ ਮੈਨੂੰ ਇੰਨਾ ਪਤਾ ਵਾ, ਇੰਨਾ ਗਿਆਨ ਵੀ ਮਾਇਆ ਹੁੰਦੀ ਹੈ। ਇਸੇ ਲਈ ਪੰਡਤਾਂ ਦੀ ਗੱਲ, ਜਦੋਂ ਪਾਂਡਿਆਂ ਦੀ ਗੱਲ, ਮੁਲਾਣਿਆਂ ਦੀ ਗੱਲ ਚੱਲੀ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ, ਭਗਤਾਂ ਨੇ ਵੀ, ਭਗਤ ਕਬੀਰ ਜੀ ਨੇ ਵੀ ਉਹਨਾਂ ਨੂੰ ਸਾਹਮਣੇ ਖੜਾ ਕੀਤਾ ਕਟਹਿਰੇ ਦੇ ਵਿੱਚ। ਗਿਆਨੀ ਗੁਰ ਬਿਨ ਗਿਆਨ ਨਾ ਹੋਏ, ਗਿਆਨੀ ਨੂੰ ਵੀ ਕਿਹਾ। ਸਾਧੋ ਮਨ ਕਾ ਮਾਨ ਤਿਆਗੋ, ਖੜਾ ਕੀਤਾ ਕਟਹਿਰੇ ਵਿੱਚ ਲੈ ਕੇ ਉਹਨਾਂ ਨੂੰ। ਕਈਆਂ ਨੂੰ ਪ੍ਰੋਪਰਟੀ ਦਾ, ਪੈਸੇ ਦਾ, ਉੱਚੀ ਜਾਤ ਦਾ, ਇਹ ਸਾਰੀਆਂ ਚੀਜ਼ਾਂ ਮਾਇਆ ਨੇ, ਇਹਨਾਂ ਦਾ ਪ੍ਰਭਾਵ ਬਹੁਤ ਹੁੰਦਾ ਉਹਨਾਂ ਦੇ ਉੱਤੇ। ਔਰ 3 ਤਰੀਕਿਆਂ ਨਾਲ ਪ੍ਰਭਾਵ ਪਾਉਂਦੀ ਹਰ ਸ਼ੈ, ਜਿਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਮਾਇਆ ਦੇ 3 ਗੁਣ, 3 ਰੂਪ ਨੇ ਪ੍ਰਭਾਵ ਪਾਉਣ ਵਾਲੇ। ਆਉਣ ਵਾਲੇ ਸਮਿਆਂ ਦੇ ਵਿੱਚ ਮੈਂ ਇਹ ਵੀ ਨੁਕਤੇ ਖੋਲਾਂਗਾ ਵੀ ਅਸਲ 'ਚ ਇਹ 3 ਗੁਣ ਹੈ ਕੀ, ਰਾਜਸੀ ਕੀ ਹੈ, ਤਾਮਸੀ ਕੀ ਹੈ, ਸਾਤਕੀ ਕੀ ਹੈ। ਕਈਆਂ ਨੂੰ, ਜਿੰਨੇ ਆਪਾਂ ਪਹਿਲੇ ਸਮਿਆਂ ਵਿੱਚ ਵੱਡੇ ਵੱਡੇ ਵਿਚਾਰਵਾਨ ਪੁਰਸ਼, ਜਿਹੜੇ ਗਿਆਨੀ ਪੁਰਸ਼ ਹੁੰਦੇ ਸੀ, ਉਹ ਫਿਰ ਇੱਕ ਦੂਜੇ ਨਾਲ ਬਹਿਸ ਕਰਦੇ ਹੁੰਦੇ ਸੀ। ਕਦ ਲਈ ਕਰਦੇ ਹੁੰਦੇ ਸੀ ਕਿ ਮੈਂ ਇਹਦੇ ਨਾਲ ਵੱਡਾ ਗਿਆਨੀ ਹੈ,
ਤੇ ਸ਼ਰਤ ਰੱਖੀ ਜਾਂਦੀ ਸੀ ਵੀ ਇਹਦੇ ਸਾਰੇ ਗ੍ਰੰਥ ਜਿਹੜੇ ਆ, ਜੇ ਮੈਂ ਜਿੱਤ ਗਿਆ ਤੇ ਮੇਰੇ ਕੋਲ ਹੋਣਗੇ, ਨਹੀਂ ਤੇ ਮੇਰੇ ਇਹਦੇ ਕੋਲ ਹੋਣਗੇ। ਫਿਰ ਉਹਨਾਂ ਨੇ ਜੋ ਗ੍ਰੰਥ ਜਿੱਤ ਕੇ ਲਿਆਉਣੇ ਘਰਾਂ 'ਚ, ਫਿਰ ਕੀ ਕਰਨਾ, ਉਹਨਾਂ ਨੇ ਜਗ੍ਹਾ ਜਿਸ ਤਰ੍ਹਾਂ ਨਾ ਆਪਾਂ ਬੇਸਮੈਂਟਾਂ ਇਸ ਤਰ੍ਹਾਂ ਦੀਆਂ ਪੱਟ ਕੇ ਉਹਨਾਂ ਵਿੱਚ ਗ੍ਰੰਥ ਫਿਰ ਉਹਨਾਂ ਨੇ ਰੱਖਣੇ। ਉਹਨਾਂ ਵਾਸਤੇ ਇੱਕ ਬੜਾ ਵੱਡੀ ਪ੍ਰਾਪਤੀ ਹੁੰਦੀ ਸੀ, ਉਪਲਬਧੀ ਹੁੰਦੀ ਸੀ, ਇੰਨੇ ਗ੍ਰੰਥ ਜਿੱਤੇ। ਆਸਾ ਦੀ ਵਾਰ 'ਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਫਿਰ ਉਹਨਾਂ ਦਾ ਖੁਲਾਸਾ ਵੀ ਕੀਤਾ, ਜਿੱਥੇ ਲਿਖਿਆ ਪੜ੍ਹ ਪੜ੍ਹ ਗੱਡੀ ਲੱਦੀ ਹੈ, ਜਿੱਥੇ ਲਿਖਿਆ ਨਾ ਪੜ੍ਹ ਪੜ੍ਹ ਭਰੀ ਹੈ ਖਾਤ, ਬੇਸਮੈਂਟਾਂ ਦੀ ਜੀ ਗੱਲ ਕੀਤੀ ਉੱਥੇ ਫਿਰ ਗੁਰੂ ਸਾਹਿਬ ਜੀ ਨੇ। ਇਹ ਵੀ ਇੱਕ ਬਹੁਤ ਵੱਡੀ ਮਾਇਆ ਹੈ, ਇਹ ਸਾਤਕੀ ਮਾਇਆ ਹੈ। ਇਹ ਤਿੰਨ ਗੁਣ ਨੇ ਮਾਇਆ ਦੇ। ਕਈ ਮਨੁੱਖ ਐਸੇ ਨੇ ਕਿ ਜਿਨ੍ਹਾਂ ਕੋਲ ਪਦਾਰਥ ਬਹੁਤ ਹੈ, ਉਹਦੇ ਦਾਨ ਪੁੰਨ ਦੇ ਪ੍ਰਭਾਵ ਵਿੱਚ ਹੀ ਜੀਵਨ ਦਾ ਮਕਸਦ ਭੁੱਲ ਜਾਂਦੇ ਨੇ। ਸਾਤਕੀ ਮਾਇਆ ਜਿਹਨੂੰ ਕਹਿੰਦੇ ਆ, ਸਤੋ ਗੁਣ ਜਿਹਨੂੰ ਕਹਿ ਦਿੰਦੇ ਆ ਆਪਾਂ। ਇਸੇ ਤਰ੍ਹਾਂ ਤਮੋ ਗੁਣ ਹੈ, ਰਜੋ ਗੁਣ ਹੈ। ਖੈਰ, ਇਹਨੂੰ ਫਿਰ ਆਪਾਂ ਕਿਤੇ ਖੋਲਾਂਗੇ। ਇਹਨਾਂ ਤਿੰਨਾਂ ਗੁਣਾਂ ਦਾ ਪ੍ਰਭਾਵ ਜਦੋਂ ਸਾਡੇ ਮਨ ਦੇ ਉੱਪਰੋਂ ਮਿਟ ਜਾਂਦਾ ਹੈ, ਮਨ ਇਹਨਾਂ ਦੇ ਪ੍ਰਭਾਵ ਵਿੱਚ ਨਹੀਂ ਜਾਂਦਾ, ਮਨ ਸ਼ਬਦ ਦੇ ਪ੍ਰਭਾਵ ਵਿੱਚ ਆ ਜਾਂਦਾ ਹੈ। ਤ੍ਰੈ ਗੁਣ ਮੇਟੇ ਖਾਈਏ ਸਾਰ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਲੋਹੇ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਦੰਦਾਂ ਤੋਂ ਬਗੈਰ ਕਿਵੇਂ ਚੱਬਿਆ ਜਾ ਸਕਦਾ ਹੈ, ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਨੂੰ ਜਦੋਂ ਮਿਟਾ ਦਿੱਤਾ ਜਾਂਦਾ ਹੈ ਸ਼ਬਦ ਦੇ ਨਾਲ, ਉਹ ਲੋਹਾ ਵੀ ਖਾ ਲਿਆ ਜਾਂਦਾ ਇੱਕ ਹਿਸਾਬ ਨਾਲ। ਭਾਵ ਉਹਦੇ ਉੱਪਰ ਫਤਿਹ ਪਾ ਲਈ ਜਾਂਦੀ ਹੈ, ਉਹਦੇ ਉੱਪਰ ਜਿੱਤ ਹਾਸਲ ਕਰ ਲਈ ਜਾਂਦੀ ਹੈ। ਨਾਨਕ ਤਾਰੇ ਤਾਰਨਹਾਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਸ ਮਨੁੱਖ ਦਾ ਜੀਵਨ ਇਸ ਤਰੀਕੇ ਦਾ ਹੋ ਜਾਂਦਾ ਹੈ, ਤਾਰਨਹਾਰ ਅਕਾਲ ਪੁਰਖ ਪ੍ਰਮਾਤਮਾ ਉਸ ਮਨੁੱਖ ਦੇ ਜੀਵਨ ਨੂੰ ਤਾਰ ਦਿੰਦਾ ਹੈ। ਭਾਵ ਉਹ ਇਸ ਭਵ ਸਾਗਰ ਵਿੱਚ, ਇਸ ਭਵ ਜਲ ਦੇ ਵਿੱਚ ਜੀਵਨ ਗੋਤੇ ਨਹੀਂ ਖਾਂਦਾ। ਪਦਾਰਥ ਬਹੁਤ ਹੋਵੇਗਾ, ਪਰ ਉਹਨਾਂ ਪਦਾਰਥਾਂ ਦੇ ਹੰਕਾਰ ਦੇ ਵਿੱਚ ਉਹ ਕਦੇ ਵੀ ਗੁਨਾਹ ਨਹੀਂ ਕਰੇਗਾ। ਸੌਖਾ ਕਰ ਲਵਾਂ, ਇੱਕ ਤਸਵੀਰ ਅਜਾਇਬ ਘਰਾਂ 'ਚ ਆਪਾਂ ਬਹੁਤ ਵੇਖੀ ਹੋਵੇਗੀ, ਹੈ ਤੇ ਤਸਵੀਰਾਂ, ਮੈਂ ਇਹਨਾਂ ਨੂੰ ਇੰਝ ਸਮਝਦਾ ਹੁੰਦਾ ਤਸਵੀਰਾਂ ਨੂੰ ਵੀ। ਅਸਲ ਵਿੱਚ ਨਾ ਕਈ ਜਿਹੜੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਵਿੱਚ ਆਪਾਂ ਕੋਈ ਗੱਲ ਸਮਝਾ ਦਈਏ, ਸਮਝ ਜਾਂਦੇ ਆ। ਅਤੇ ਜੇ ਕੋਈ ਘੱਟ ਪੜ੍ਹਿਆ ਲਿਖਿਆ ਹੋਵੇ, ਤਾਂ ਪਹਿਲੇ ਸਮੇਂ 'ਚ ਕਹਿੰਦੇ ਤਰ੍ਹਾਂ ਬੱਚੇ ਸੀ ਨਾ ਛੋਟੇ, ਉਹਨਾਂ ਨੇ ਊੜਾ ਐੜਾ ਸਿੱਖਣਾ ਅਤੇ ਤਸਵੀਰ ਵਾਹ ਦੇਣੀ, ਊੜਾ ਊਠ, ਐੜਾ ਅੱਖ, ਈੜੀ ਇੱਟ, ਇਸੇ ਤਰੀਕੇ ਨਾਲ ਸਾਰਾ ਉਹਨਾਂ ਨੇ ਬਣਾਇਆ ਹੁੰਦੀ ਸੀ 35 ਦੇ 35 ਅੱਖਰੀ। ਉਹ ਤਸਵੀਰਾਂ ਕੀ ਸੀ, ਤਾਂ ਕਿ ਊੜਾ ਜਿਹੜਾ ਵਾ ਉਹ ਬੰਦੇ ਧਿਆਨ 'ਚ, ਉਹਨੂੰ ਪਤਾ ਲੱਗੇ ਵੀ ਊੜੇ ਤੋਂ ਆਹ ਚੀਜ਼ ਬਣ ਜਾਂਦੀ ਹੈ। ਮੈਂ ਇਹਨਾਂ ਤਸਵੀਰਾਂ ਨੂੰ ਇੰਝ ਸਮਝਦਾ ਕਿ ਸਿੱਖਿਆ ਦੇਣ ਲਈ ਹੋ ਸਕਦਾ ਹੈ ਕਿਸੇ ਨੇ ਕੋਈ ਕਾਲਪਨਿਕ ਤਸਵੀਰਾਂ ਬਣਾਈਆਂ, ਪਰ ਅਸਲ ਵਿੱਚ ਉਹ ਅਸਲੀ ਚੀਜ਼ ਤਸਵੀਰ ਨਹੀਂ ਹੁੰਦੀ। ਅਸਲੀ ਚੀਜ਼ ਜਿਹੜੀ ਹੈ ਊੜਾ ਹੈ। ਪੜ੍ਹਾਈ ਊੜਾ ਹੈ, ਊਠ ਪੜ੍ਹਾਈ ਨਹੀਂ ਹੈ। ਊਠ ਦੇ ਇੱਕ ਥੋੜ੍ਹੇ ਸਮੇਂ ਜਿਸ ਤਰ੍ਹਾਂ ਪੂਰਨੇ ਪਾਏ ਜਾਂਦੇ ਸੀ ਫੱਟੀਆਂ ਦੇ ਉੱਤੇ ਨਾ ਲਿਖਣ ਲਈ, ਥੱਲੇ ਪੈਨਸਲ ਨਾਲ ਪੂਰਨੇ ਪਾਉਣੇ ਜਦੋਂ ਆਪਾਂ ਪੜ੍ਹਦੇ ਹੁੰਦੇ ਸਾਂ, ਉੱਤੇ ਫਿਰ ਆਪਾਂ ਕਲਮ ਨਾਲ ਨਾ ਸ਼ਾਹੀ ਹੁੰਦੀ ਸੀ ਕਾਲੀ ਜੀ, ਉਹਦੇ ਨਾਲ ਫਿਰ ਊੜੇ ਦੇ ਉੱਤੇ ਊੜਾ ਬਣਾਉਣਾ, ਐੜੇ ਦੇ ਉੱਤੇ ਐੜਾ ਬਣਾਉਣਾ। ਮੈਨੂੰ ਇੰਝ ਸਮਝਦਾ। ਖੈਰ, ਉਹਦੇ ਵਿੱਚ ਮਲਕ ਭਾਗੋ ਤੇ ਭਾਈ ਲਾਲੋ ਜੀ ਦਾ ਇੱਕ ਪ੍ਰਸੰਗ ਆਉਂਦਾ ਹੈ ਵੀ ਕਿਸ ਤਰ੍ਹਾਂ ਇੱਕ ਪਾਸੇ ਜਿਹੜਾ ਵਾ ਭੋਜਨ ਹੈ ਉਹਦੇ 'ਚੋਂ ਅੰਮ੍ਰਿਤ ਅਤੇ ਦੂਜੇ ਵਿੱਚੋਂ ਖੂਨ ਜਿਹੜਾ ਹੈ ਉਹ ਦਿਸ ਰਿਹਾ ਹੈ, ਨਿਕਲ ਰਿਹਾ ਹੈ। ਫਿਰ ਬੇਨਤੀ ਕਰੇ ਕਾਲਪਨਿਕ ਚੀਜ਼ਾਂ, ਤਸਵੀਰਾਂ, ਇਹ ਰਿਐਲਿਟੀ ਨਹੀਂ ਹੈ। ਕਦੀ ਰੋਟੀ ਨੂੰ ਨਿਚੋੜਿਆ ਖੂਨ ਨਹੀਂ ਨਿਕਲਦਾ, ਗੁਰਮਤਿ ਦਾ ਫਲਸਫਾ ਹੈ। ਕਦੀ ਵੀ ਰੋਟੀ ਨਿਚੋੜਿਆ ਉਹਦੇ ਵਿੱਚੋਂ ਦੁੱਧ ਅੰਮ੍ਰਿਤ ਨਹੀਂ ਚੋਂਦਾ। ਅਸਲ ਵਿੱਚ ਕੀ ਹੈ ਕਿ ਉਹ ਸਮਝਾਉਣ ਦੀ ਚੀਜ਼ਾਂ ਵਰਤੀਆਂ ਗਈਆਂ, ਪਰ ਹੋਇਆ ਇਹ ਕਿ ਉਹ ਚੀਜ਼ਾਂ ਜਿਹੜੀਆਂ ਸੀ ਨਾ, ਤਸਵੀਰਾਂ, ਅਸੀਂ ਉਹਨਾਂ ਨੂੰ ਪਕੜ ਲਿਆ, ਜਿਹੜੀ ਸਿੱਖਿਆ ਸੀ, ਜਿਹੜਾ ਅਸਲੀ ਸਿਧਾਂਤ ਸੀ, ਫਲਸਫਾ ਸੀ, ਉਹ ਛੱਡਤਾ, ਉਹ ਉਹਦੇ ਵਿੱਚੋਂ ਨਿਕਲ ਗਿਆ। ਉਹਦੇ ਵਿੱਚ ਭਾਈ ਲਾਲੋ ਦਾ ਜਦੋਂ ਜ਼ਿਕਰ ਆਉਂਦਾ ਹੈ, ਸਾਡੇ ਬਹੁਤ ਸਾਰੇ ਬੁਲਾਰਿਆਂ ਨੇ ਨਾ, ਤਕਰੀਬਨ ਬਹੁਤਿਆਂ ਬੁਲਾਰਿਆਂ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਲੋਕਾਂ ਦੇ ਅੰਦਰ ਨਾ ਇੱਕ ਇਮੋਸ਼ਨਲ ਕਰਨ ਲਈ ਕਹਿ ਲਓ, ਜਾਂ ਰਸ ਜਿਹਾ ਭਰਨ ਲਈ ਆਪਣੀਆਂ ਗੱਲਾਂ ਵਿੱਚ ਮਸਾਲੇ ਬੜੇ ਪਾਏ, ਸੁਣਨ ਨੂੰ ਚੰਗੀਆਂ ਵੀ ਲੱਗਦੀਆਂ। ਭਾਈ ਲਾਲੋ ਗਰੀਬੜਾ ਜਿਹਾ ਸਿੱਖ ਸੀ ਵਿਚਾਰਾ, ਕੋਧਰੇ ਦੀ ਰੋਟੀ ਸੀ, ਅੱਧੀ ਰੋਟੀ ਘਰ ਉਹਦੇ ਪਈ ਸੀ, ਇੱਕ ਡੰਗ ਰੋਟੀ ਮਿਲਦੀ ਹੁੰਦੀ ਸੀ ਉਹਨੂੰ,
ਲੀਰਾਂ ਵਿਚਾਰੇ ਦੇ ਗਲ 'ਚ ਪਈਆਂ ਹੋਈਆਂ ਕਵਿਤਾਵਾਂ ਵੀ ਉਹੋ ਜਿਹੀਆਂ ਬਣਾ ਲਈਆਂ। ਤੁਹਾਡੇ 'ਚੋਂ ਪਾਕਿਸਤਾਨ ਬਹੁਤ ਸਾਰੇ ਸੱਜਣ ਗਏ ਹੋਣਗੇ ਤੇ ਤੁਸੀਂ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਆ, ਏਮਨਾਬਾਦ ਗਏ ਹੋਵੋਗੇ, ਭਾਈ ਲਾਲੋ ਦੀ ਖੂਹੀ ਵੀ ਵੇਖੀ ਹੋਣੀ ਹੈ। ਉਹਨਾਂ ਸਮਿਆਂ ਦੇ ਵਿੱਚ ਖੂਹ, ਬੜੀਆਂ ਬੜੀਆਂ ਜ਼ਮੀਨਾਂ ਦੇ ਵਿੱਚ ਇੱਕ ਖੂਹ ਹੁੰਦਾ ਸੀ, ਤੇ ਜਿਹਨੇ ਸਪੈਸ਼ਲ ਆਪਣੇ ਘਰ 'ਚ ਆਪਣਾ ਖੂਹ ਬਣਾਇਆ ਹੋਵੇ, ਇਹਦਾ ਮਤਲਬ 4 ਛਿੱਲੜਾਂ ਉਹਦੇ ਕੋਲ ਹੈਗੀਆਂ ਨੇ, ਕੋਈ ਸਰਮਾਏਦਾਰ ਬੰਦਾ ਏ। ਨਹੀਂ ਤੇ ਇੱਕ ਖੂਹ ਤੋਂ ਹੀ ਸਾਰਾ ਪਿੰਡ ਵਿਚਾਰਾ ਪਾਣੀ ਲੈਣ ਜਾਂਦਾ ਹੁੰਦਾ ਸੀ। ਉਹਨਾਂ ਸਮਿਆਂ ਦੀਆਂ ਜੋ ਗੱਲਾਂ, ਉਹਨਾਂ ਸਮਿਆਂ ਤੋਂ ਬਾਅਦ ਦੀਆਂ ਗੱਲਾਂ ਵੀ ਵੇਖ ਲਈਏ ਨਾ, ਬਹੁਤ ਘੱਟ ਸੀ ਲੋਕਾਂ ਨੇ ਆਪਣੇ ਸਾਧਨ ਜਿਹੜੇ ਪੈਦਾ ਕੀਤੇ। ਉਹਨਾਂ ਸਮਿਆਂ 'ਚ ਭਾਈ ਲਾਲੋ ਦੀ ਆਪਣੀ ਖੂਹੀ ਹੁੰਦੀ ਸੀ। ਗੱਲ ਕੀ ਸੀ, ਗੁਰੂ ਨਾਨਕ ਸਾਹਿਬ ਨੇ ਫਲਸਫਾ ਦੱਸਿਆ ਸੀ, ਪਦਾਰਥ ਮਲਕ ਭਾਗੋ ਤੇਰੇ ਕੋਲ ਵੀ ਬਹੁਤ ਹੈ ਤੇ ਪਦਾਰਥ ਭਾਈ ਲਾਲੋ ਕੋਲ ਵੀ ਬਹੁਤ ਹੈ। ਫਰਕ ਇਹ ਹੈ, ਤੇਰੇ ਪਦਾਰਥ ਉਹ ਨੇ ਜਿਹੜੇ ਲੋਕਾਂ ਦਾ ਖੂਨ ਪੀਂਦਾ ਹੈ ਤੂੰ, ਲੋਕਾਂ ਦਾ ਹੱਕ ਮਾਰਦਾ ਹੈ ਤੂੰ। ਉਹ ਇਧਰੋਂ ਆ ਜਿਹੜੀ 10 ਨੌਵਾਂ ਦੀ ਕਿਰਤ ਕਰਕੇ ਇਸ ਨੇ ਆਪਣਾ ਜੋ ਕੁਛ ਤਿਆਰ ਕੀਤਾ ਹੋਇਆ। ਇਹਦੇ ਕੋਲ ਪਦਾਰਥ ਹੁੰਦਿਆਂ ਵੀ ਪਦਾਰਥਾਂ ਦਾ ਪ੍ਰਭਾਵ ਇਹਦੇ ਉੱਤੇ ਨਹੀਂ ਹੈ। ਤੇਰੇ ਕੋਲ ਜਿਹੜੇ ਪਦਾਰਥ ਨੇ, ਦੂਜਿਆਂ ਦਾ ਹੱਕ ਮਾਰਿਆ, ਤੂੰ ਉਹਦੇ ਪ੍ਰਭਾਵ ਦੇ ਵਿੱਚ ਹੰਕਾਰੀ ਹੋਇਆ ਪਿਆ। ਗੱਲ ਇਹ ਨਹੀਂ ਹੈ। ਪਦਾਰਥ, ਸੁੰਦਰਤਾ, ਗਿਆਨ, ਸਮਝ, ਸਾਰਾ ਕੁਝ ਹੋਣ ਦੇ ਬਾਵਜੂਦ ਉਹਦੇ ਪ੍ਰਭਾਵ ਵਿੱਚ ਨਹੀਂ ਹੈ ਮਨ। ਮਨ ਜਿਹੜਾ ਹੈ ਜੁੜਿਆ ਹੋਇਆ ਸ਼ਬਦ ਦੇ ਵਿੱਚ, ਸ਼ਬਦ ਦੇ ਪ੍ਰਭਾਵ ਦੇ ਵਿੱਚ ਹੈ, ਸ਼ਬਦ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਤਾਰਨਹਾਰ ਪਰਮੇਸ਼ਰ ਪਰਮਾਤਮਾ ਨੇ ਇਸ ਤਰ੍ਹਾਂ ਤਾਰਿਆ ਹੈ। ਹੋਰ ਤਾਰਨ ਦਾ ਅਰਥ ਕੀ ਹੈ? ਉਹਦੇ ਵਿੱਚ ਗਲਤਾਨ ਨਹੀਂ ਹੋਣ ਦਿੱਤਾ। ਜੋ ਕੁਛ ਹੈਗਾ ਹੈ ਉਹਦੇ ਵਿੱਚ ਉਹਨੂੰ ਗਲਤਾਨ ਨਹੀਂ ਹੋਣ ਦਿੱਤਾ। ਜੋ ਕੁਛ ਉਹਦੇ ਕੋਲ ਹੈ ਉਹਦੇ ਵਿੱਚ ਡੁੱਬਣ ਨਹੀਂ ਦਿੱਤਾ ਉਹਨੂੰ, ਉਹਦੇ ਤੋਂ ਉਹਨੂੰ ਉੱਪਰ ਰੱਖਿਆ ਹੋਇਆ ਹੈ। ਉਸ ਤੋਂ ਤਰ ਚੁੱਕਾ ਹੈ। ਤਰਨ ਦਾ ਅਰਥ ਹੁੰਦਾ ਜਿਹੜਾ ਉੱਪਰ ਹੋਵੇ। ਦੋ ਹੀ ਚੀਜ਼ਾਂ ਹੁੰਦੀਆਂ, ਜਾਂ ਡੁੱਬ ਗਿਆ ਜਾਂ ਤਰ ਗਿਆ। ਤਰਿਆ ਕੌਣ? ਜਿਹੜਾ ਉੱਪਰ ਹੈ। ਡੁੱਬਿਆ ਕੌਣ? ਜਿਹੜਾ ਵਿੱਚ ਗਰਕ ਹੋ ਗਿਆ, ਗਲਤਾਨ ਹੋ ਗਿਆ, ਅੰਦਰ ਚਲੇ ਗਿਆ। ਅਕਾਲ ਪੁਰਖ ਪਰਮਾਤਮਾ ਜਿਸ ਮਨੁੱਖ ਦਾ ਜੀਵਨ ਐਸਾ ਹੋ ਜਾਂਦਾ ਹੈ, ਜਿਹੜਾ ਉੱਪਰ ਸ਼ਬਦ ਵਿੱਚ ਆਪਾਂ ਸਮਝਿਆ ਹੈ, ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਜਿਹੜਾ ਗੁਰੂ ਦੀ ਸਿੱਖਿਆ ਦੇ ਮੁਤਾਬਕ ਆਪਣਾ ਜੀਵਨ ਜਿਉਂਦਾ ਹੈ। ਇਸੇ ਤਰੀਕੇ ਨਾਲ ਮਨਸਾ ਆਸਾ ਸ਼ਬਦ ਜਲਾਈ, ਜਿਹਨੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਦੀਆਂ ਇਛਾਵਾਂ ਨੂੰ, ਆਸਾਵਾਂ ਨੂੰ ਸਾੜ ਦਿੱਤਾ ਹੈ, ਖਤਮ ਕਰ ਲਿਆ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹ ਤਾਰਨਹਾਰ ਪਰਮੇਸ਼ਰ ਪਰਮਾਤਮਾ ਉਹਦੇ ਜੀਵਨ ਨੂੰ ਤਾਰ ਦਿੰਦਾ ਹੈ। ਭਾਵ ਉਹਦਾ ਜੀਵਨ ਫਿਰ ਕਦੇ ਗਰਕ ਨਹੀਂ ਹੁੰਦਾ, ਇਹਨਾਂ ਚੀਜ਼ਾਂ 'ਚ ਡੁੱਬਦਾ ਨਹੀਂ ਹੈ। ਹੁਣ ਅੱਗੋਂ ਸਵਾਲ ਕਰਦੇ ਨੇ 21ਵੀਂ ਪੌੜੀ ਵਿੱਚ। ਫਿਰ ਉਹ ਕਹਿੰਦੇ ਨੇ, ਆਦ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਘਰ ਵਸ। ਗੁਰੂ ਨਾਨਕ ਜੀ, ਆਦ ਦਾ ਅਰਥ ਹੈ ਆਰੰਭਤਾ। ਜਿੱਦਾਂ ਕਹਿੰਦੇ ਆਦ ਸੱਚ ਜਾਂ ਆਦ ਕਾਲ ਦੀ ਗੱਲ ਕਰਦੇ, ਆਰੰਭਤਾ, ਮੁੱਢ, ਸ਼ੁਰੂਆਤ। ਇਸ ਸ੍ਰਿਸ਼ਟੀ ਦੀ ਆਰੰਭਤਾ ਦੇ ਬਾਰੇ ਵਿਚਾਰ ਦੱਸੋ। ਆਦ ਕੋ ਕਵਨ ਵਿਚਾਰ ਕਥੀਅਲੇ, ਕਥੀਅਲੇ ਦਾ ਮਤਲਬ ਕਥਨ ਕਰਨਾ, ਦੱਸਣਾ। ਗੁਰੂ ਨਾਨਕ ਜੀ, ਇਸ ਸ੍ਰਿਸ਼ਟੀ ਦੇ ਮੁੱਢ ਦੇ ਬਾਰੇ ਵਿਚਾਰ ਦੱਸੋ, ਸ੍ਰਿਸ਼ਟੀ ਦੇ ਮੂਲ ਦੇ ਬਾਰੇ ਵਿਚਾਰ ਦੱਸੋ, ਆਰੰਭਤਾ ਦੇ ਬਾਰੇ ਵਿਚਾਰ ਦੱਸੋ। ਸੁਨ ਕਹਾਂ ਘਰ ਵਾਸੋ, ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਉਹ ਸੁਨ ਅਵਸਥਾ ਦੇ ਵਿੱਚ ਹੈ, ਤੇ ਸੁਨ ਅਵਸਥਾ ਦੇ ਵਿੱਚ ਸੀ ਤੇ ਉਹ ਹੈ ਕਿੱਥੇ ਸੀ? ਉਹਦਾ ਕਿਹੜੇ ਘਰ ਵਿੱਚ ਵਾਸਾ ਸੀ, ਜਦੋਂ ਕੁਛ ਵੀ ਨਹੀਂ ਸੀ? ਇਹ ਸ੍ਰਿਸ਼ਟੀ, ਇਹ ਰਚਨਾ ਕੁਛ ਵੀ ਨਹੀਂ ਸੀ। ਗਿਆਨ ਕੀ ਮੁੰਦਰਾ ਕਵਨ ਕਥੀਅਲੇ, ਗਿਆਨ ਦਾ ਅਰਥ ਹੁੰਦਾ ਡੂੰਘੀ ਜਾਣ ਪਹਿਚਾਣ, ਸਾਂਝ, ਡੂੰਘੀ ਸਾਂਝ ਕਹਿ ਲਓ। ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਲ, ਮੁੰਦਰਾ ਦਾ ਅਰਥ ਹੁੰਦਾ ਨਿਸ਼ਾਨੀ, ਉਸ ਪਰਮੇਸ਼ਰ ਨਾਲ ਡੂੰਘੀ ਜਿਹੜੀ ਜਾਣ ਪਹਿਚਾਣ ਹੈ, ਸਾਂਝ ਹੈ, ਉਹਦੀ ਨਿਸ਼ਾਨੀ ਕੀ ਹੈ? ਗਿਆਨ ਕੀ ਮੁੰਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ। ਹਰੇਕ ਹਿਰਦੇ ਦੇ ਵਿੱਚ ਜੋ ਕੁਛ ਵੀ ਹੈ ਦਿਖਾਈ ਦੇ ਰਿਹਾ, ਦ੍ਰਿਸ਼ਟਮਾਨ ਹੈ, ਇਸ ਸਾਰੇ ਦ੍ਰਿਸ਼ਟਮਾਨ ਦੇ ਅੰਦਰ ਵਾਸਾ ਕਿਹਦਾ ਹੈ? ਕੌਣ ਰਹਿ ਰਿਹਾ? ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਰੱਬ ਬਾਹਰ ਦਾ ਵਿਸ਼ਾ ਨਹੀਂ ਹੈ,
ਰੱਬ ਕਦੇ ਬਾਹਰੋਂ ਨਹੀਂ ਸਾਨੂੰ ਮਿਲ ਸਕਦਾ, ਸਾਰੀ ਜ਼ਿੰਦਗੀ ਭਾਵੇਂ ਭਟਕਦੇ ਰਹੀਏ, ਕਿਉਂਕਿ ਪਰਮੇਸ਼ਰ ਅਕਾਲ ਪੁਰਖ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਬਸੈ। ਕਿੱਡਾ ਖੂਬਸੂਰਤ ਬਚਨ ਪੜ੍ਹਦੇ ਹੁੰਦੇ ਆਪਾਂ, ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੋਹੀ ਦਾ ਅਰਥ ਕੀ ਹੈ? ਤੇਰੇ ਵੀ। ਪੁਹਪ ਮੱਧ ਜਿਉ ਬਾਸ ਬਸਤ ਹੈ, ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਹੈ। ਮੁਕਰ ਮਾਹੇ ਜੈਸੇ ਛਾਈ, ਜਿਵੇਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਈਏ ਅਕਸ ਉਹਦੇ ਵਿੱਚ ਦਿਖਾਈ ਦਿੰਦਾ ਸਾਨੂੰ ਸਾਡਾ। ਤੈਸੇ ਹੀ ਹਰ ਬਸੈ ਨਿਰੰਤਰ, ਨਿਰੰਤਰ ਦਾ ਅਰਥ ਹੈ ਸਦਾ। ਤੈਸੇ ਹੀ ਹਰ ਬਸੈ ਨਿਰੰਤਰ। ਅਗਲੀ ਗੱਲ ਪੜੋ ਭਲਾ, ਘਟ ਹੀ ਖੋਜੋ। ਫਿਰ ਰੱਬ ਦੀ ਤਲਾਸ਼ ਕਿੱਥੋਂ ਕਰਨੀ ਆ? ਘਟ ਹੀ। ਘਟ ਦਾ ਅਰਥ ਕੀ ਹੈ? ਹਿਰਦਾ। ਅਸੀਂ ਤੇ ਬਾਹਰੋਂ ਲੱਭ ਰਹੇ ਹਾਂ, ਸਾਡੀ ਤਲਾਸ਼ ਹੀ ਕਿਸੇ ਹੋਰ ਪਾਸੇ ਭਟਕ ਰਹੀ ਹੈ। ਬਾਹਰ ਦੀਆਂ ਤਸਵੀਰਾਂ ਨੂੰ ਅਸੀਂ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਨਾਨਕ ਦੀ ਤਸਵੀਰ ਬਾਹਰ ਕਾਲਪਨਿਕ ਜਿਹੜੀ ਕਿਸੇ ਨੇ ਬਣਾਈ ਹੈ ਉਹ ਵੇਖੀ, ਉਹਨੂੰ ਹੀ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ। ਬਾਹਰ ਦੀ ਚੀਜ਼ ਨੂੰ ਆਪਣੇ ਅੰਦਰੋਂ ਨਹੀਂ ਲੱਭਣਾ, ਜਿਹੜੀ ਸਾਡੇ ਅੰਦਰ ਹੈ ਉਹਨੂੰ ਅਸੀਂ ਉਹਨੂੰ ਬਾਹਰ ਲੈ ਕੇ ਆਉਣਾ ਹੈ, ਉਹਨੂੰ ਪ੍ਰਗਟ ਕਰਨਾ ਹੈ। ਅੱਜ ਤੱਕ ਇਹੀ ਚੀਜ਼ ਹੈ ਜਿਨਨੇ ਸਾਡੀ ਸਾਰੀ ਸਾਧਨਾ ਨੂੰ ਕੁਰਾਹੇ ਪਾਇਆ ਹੋਇਆ ਹੈ ਕਿ ਬਾਹਰ ਜੋ ਚੀਜ਼ ਦੇਖ ਰਹੇ ਉਹਨੂੰ ਅਸੀਂ ਆਪਣੇ ਅੰਦਰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਹਰ ਕਿਸੇ ਨੇ ਮੂਰਤੀ ਬਣਾ ਦਿੱਤੀ, ਉਹਨੂੰ ਅਸੀਂ ਆਪਣੇ ਅੰਦਰ ਆਪਣੀ ਸੁਰਤ ਆਪਣੇ ਧਿਆਨ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੀ ਰਿਐਲਿਟੀ ਸਾਡੇ ਧਿਆਨ 'ਚ ਸੁਰਤ 'ਚ ਹੋਵੇ। ਬਾਹਰ ਕਿਸੇ ਨੇ ਤਸਵੀਰ ਬਣਾਈ ਹੈ, ਉਹਨੂੰ ਅਸੀਂ ਆਪਣੇ ਧਿਆਨ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ, ਜੋ ਸਾਡੇ ਅੰਦਰ ਹੈ ਘਟ ਹੀ ਖੋਜੋ ਭਾਈ। ਜੋ ਸਾਡੇ ਅੰਦਰ ਹੈ ਰੱਬੀ ਜੋਤ, ਉਹਨੂੰ ਅਸੀਂ ਬਾਹਰ ਲੈ ਕੇ ਆਉਣਾ, ਪ੍ਰਗਟ ਕਰਨਾ ਹੈ। ਸਾਡੀ ਸੁਰਤ ਵਿੱਚ ਉਹ ਆਵੇ, ਸਾਡੀ ਸਮਝ ਵਿੱਚ ਉਹ ਆਵੇ। ਨਹੀਂ ਆ ਰਹੀ, ਉਹਦੇ ਲਈ ਸ਼ਬਦ ਹੈ, ਇਹ ਬਾਣੀ ਹੈ। ਜਿਵੇਂ ਜਿਵੇਂ ਗੁਰਬਾਣੀ ਨੂੰ ਜੀਵਾਂਗੇ ਪ੍ਰੈਕਟੀਕਲ, ਉਹ ਪ੍ਰਗਟ ਹੋਵੇਗੀ। ਪਹਿਲਾਂ ਵੀ ਆਪਾਂ ਉਹ ਪ੍ਰਮਾਣ ਸਾਂਝਾ ਕੀਤਾ ਨਾ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਅੱਗੇ ਕੀ ਕਿਹਾ? ਗੁਰ ਸਾਖੀ। ਸਾਖੀ ਦਾ ਅਰਥ ਕੀ? ਸਿੱਖਿਆ। ਜੋਤ ਪ੍ਰਗਟ ਹੋਏ, ਉਹਨੇ ਪ੍ਰਗਟ ਹੋਣਾ। ਜਿਵੇਂ ਜਿਵੇਂ ਫਿਰ ਅਸੀਂ ਇਸ ਸਿੱਖਿਆ ਨੂੰ, ਇਸ ਸ਼ਬਦ ਨੂੰ ਜੀਵਨ ਵਿੱਚ ਜੀਵਾਂਗੇ, ਜਿਵੇਂ ਜਿਵੇਂ ਗੁਰਬਾਣੀ ਨੂੰ ਅਸੀਂ ਜੀਵਾਂਗੇ, ਇਹਨੂੰ ਇੰਝ ਕਹਿ ਲਓ ਕਿ ਅਕਾਲ ਪੁਰਖ ਪ੍ਰਮਾਤਮਾ ਰੱਬ ਸਾਡੇ ਜੀਵਨ 'ਚ ਪ੍ਰਗਟ ਹੋਵੇਗਾ। ਬਾਹਰੋਂ ਮੱਤ ਲਿਆਉਣ ਦੀ ਕੋਸ਼ਿਸ਼ ਕਰੀਏ, ਬਾਹਰਲੇ ਰੱਬ ਨੂੰ ਮੱਤ ਲਿਆਉਣ ਦੀ ਕੋਸ਼ਿਸ਼ ਕਰੀਏ ਆਪਣੇ ਅੰਦਰ। ਫਿਰ ਜਿਹੜਾ ਸਾਡੇ ਅੰਦਰ ਪ੍ਰਗਟ ਹੋਇਆ ਸਭਨਾਂ ਦੇ ਅੰਦਰ ਉਹੀ ਦਿਖਾਈ ਦੇਵੇਗਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਫਿਰ ਉਹ ਚੀਜ਼ ਬਣੇਗੀ, ਜਿਹੜੀ ਚੀਜ਼ ਅੰਦਰ ਹੈ ਨਾ, ਉਹ ਫਿਰ ਸਭਨਾਂ ਵਿੱਚੋਂ ਦਿਖਾਈ ਦੇਵੇਗੀ। ਸੌਖਾ ਕਰ ਲੈਂਦੇ ਹਾਂ। ਗੁਰੂ ਸਾਹਿਬ ਜੀ ਨੇ ਬੜੀ ਖੂਬਸੂਰਤ ਇੱਕ ਐਗਜ਼ਾਮਪਲ ਦਿੱਤੀ ਹੈ। ਗੁਰੂ ਜੀ ਕਹਿੰਦੇ, ਸੁਖੀਏ ਕੋ ਪੇਖੈ ਸਭ, ਰੋਗੀ ਕੈ ਭਾਣੈ। ਜਿਹੜਾ ਸੁਖੀ ਹੋ, ਉਹਦੇ ਭਾਅ 'ਚ ਸਾਰੇ ਸੁਖੀ ਦਿਖਾਈ ਦਿੰਦੇ। ਰੋਗੀ ਨੂੰ ਸਾਰੇ ਰੋਗੀ, ਚੋਰ ਨੂੰ ਸਾਰੇ ਚੋਰ, ਸਾਧ ਨੂੰ ਸਾਰੇ ਸਾਧ। ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਜੀਵਨ ਵਿੱਚ ਅਕਾਲ ਪੁਰਖ ਪਰਮਾਤਮਾ ਰੱਬੀ ਜੋਤ ਪ੍ਰਗਟ ਹੋ ਜਾਂਦੀ ਹੈ, ਫਿਰ ਸਭ ਵਿੱਚ ਉਹੀ ਦਿਖਾਈ ਦਿੰਦੀ ਹੈ। ਸਭਨਾਂ ਦੇ ਵਿੱਚ ਫਿਰ ਉਹੀ ਪਰਮੇਸ਼ਰ ਦੀ ਰੱਬੀ ਜੋਤ ਵਰਤ ਰਹੀ ਹੈ। ਭਾਈ ਕਨ੍ਹੱਈਆ ਜੀ ਦੀ ਗਾਥਾ ਸਾਡੇ ਸਾਹਮਣੇ ਹੈ। ਸਵਾਲ ਉੱਠਦਾ, ਦੁਸ਼ਮਣ ਨੂੰ ਪਾਣੀ ਪਿਲਾ ਰਹੇ ਹੋ। ਗੁਰੂ ਸਾਹਿਬ ਜੀ, ਮੈਂ ਤੇ ਜਿਹੜੇ ਪਾਸੇ ਦੇਖਦਾ ਮੈਨੂੰ ਤੇ ਤੁਹਾਡਾ ਨੂਰ ਦਿਖਾਈ ਦਿੰਦਾ ਹੈ। ਘੁੱਟ ਕੇ ਸੀਨੇ ਨਾਲ ਲਾਇਆ ਤੇ ਮਲਮ ਪੱਟੀ ਦੇ ਦਿੱਤੀ। ਜਿੱਥੇ ਪਾਣੀ ਉੱਥੇ ਨਾਲ ਜ਼ਖਮਾਂ ਦੀ ਇਹ ਟਰੀਟਮੈਂਟ ਵੀ ਜ਼ਰੂਰੀ ਹੈ। ਜਦੋਂ ਸਾਡੇ ਅੰਦਰ ਜਿਹੜੀ ਚੀਜ਼ ਸਾਡੇ ਅੰਦਰ ਹੋਵੇਗੀ ਨਾ, ਸੌਖਾ ਗੱਲ ਆਪਾਂ ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ, ਜੋ ਜੀਏ ਹੋਏ ਸੋ ਉਗਵੈ। ਜੋ ਸਾਡੇ ਜੀਏ ਦੇ ਵਿੱਚ ਹੈ ਨਾ, ਉਹੀ ਉਗਣਾ ਹੈ, ਉਹੀ ਪ੍ਰਗਟ ਹੋਣਾ ਹੈ। ਜੋ ਜੀਏ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਕਿੱਡਾ ਖੂਬਸੂਰਤ ਬਚਨ ਹੈ। ਬੀਜੈ ਬਿਖ ਮੰਗੈ ਵੇਖ ਹੋਏ।
ਕਾਲਪਨਿਕ ਤਸਵੀਰਾਂ ਨੂੰ ਅੰਦਰ ਬੀਜ ਰਹੇ ਹੋ ਤੇ ਚਾਹੁੰਦੇ ਹੋ ਕਿ ਸੱਚ ਪ੍ਰਗਟ ਹੋ ਜੇ। ਗੁਰੂ ਕਿਰਪਾ ਕਰੇ ਕਿਤੇ ਸਮਝੀਏ। ਸਾਨੂੰ ਜਿੰਨਾ ਭਟਕਣਾ ਸਾਡੇ ਵਿੱਚ, ਜਿੰਨੇ ਭਰਮ ਨੇ, ਭੁਲੇਖੇ ਨੇ, ਇਸੇ ਚੀਜ਼ ਨੇ ਪਾਏ ਹੋਏ ਨੇ ਕਿ ਅਸੀਂ ਜਿਹੜੀ ਵਿਅਕਤੀਆਂ ਦੀ ਦੱਸੀ ਗਈ ਡੈਫੀਨੇਸ਼ਨ ਹੈ ਰੱਬ ਦੀ, ਉਹਨੂੰ ਮੰਨ ਕੇ ਬਾਹਰਲੀਆਂ ਚੀਜ਼ਾਂ, ਕਾਲਪਨਿਕ ਚੀਜ਼ਾਂ ਨੂੰ ਜਿਹੜਾ ਵਾ ਅਸੀਂ ਸੱਚ ਦੇ ਰੂਪ 'ਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਇਦ ਇਹੀ ਸੱਚ ਹੈ, ਪਰ ਉਹ ਚੀਜ਼ ਅਸਲ ਵਿੱਚ ਰਿਐਲਿਟੀ ਨਹੀਂ ਹੈ। ਜਿਹੜੀ ਗੱਲ ਗੁਰੂ ਜੀ ਕਹਿ ਰਹੇ ਹੈ, ਸ਼ਬਦ ਕਹਿ ਰਹੇ ਹੈ, ਬਾਣੀ ਕਹਿ ਰਹੀ ਹੈ, ਉਹ ਸੱਚ ਹੈ। ਬਾਣੀ ਸੱਚ ਹੈ। ਬਾਣੀ ਤੋਂ ਇਲਾਵਾ, ਸ਼ਬਦ ਤੋਂ ਇਲਾਵਾ ਬਾਕੀ ਸਭ ਸਮਝਣਾ ਮਿੱਥਿਆ ਹੈ। ਮਿੱਥਿਆ ਦਾ ਅਰਥ ਹੁੰਦਾ ਜਿਹੜੀਆਂ ਕਾਲਪਨਿਕ ਮਿੱਥੀਆਂ ਹੋਈਆਂ, ਇਸ ਤਰ੍ਹਾਂ ਹੋਵੇਗਾ, ਇਹ ਮਿੱਥਿਆ ਇਹਨੂੰ ਕਹਿ ਦਿੰਦੇ ਆ, ਮਿੱਥ ਤਿਆਰ ਕੀਤੀ ਗਈ ਹੈ। ਗੁਰੂ ਬਖਸ਼ਿਸ਼ ਕਰੇ। ਉਹ ਕਹਿੰਦੇ ਨੇ ਗੁਰੂ ਸਾਹਿਬ ਜੀ ਨੂੰ ਕਿ ਗਿਆਨ ਕੀ ਮੁੰਦਰਾ ਕਵਣ ਕਥੀਅ ਨੇ, ਪਰਮੇਸ਼ਰ ਨਾਲ ਡੂੰਘੀ ਜਾਣ ਪਹਿਚਾਣ ਜਿਹੜੀ ਸਾਂਝ ਹੈ, ਉਹਦੀ ਨਿਸ਼ਾਨੀ ਕੀ ਹੈ। ਅਸੀਂ ਤੇ ਲਿਬਾਸ ਵੇਖ ਕੇ ਸਮਝਦੇ ਵੀ ਸ਼ਾਇਦ ਇਹ ਰੱਬ ਦੇ ਨੇੜੇ ਜਾਂਦਾ ਹੈ। ਜਿਹਦਾ ਜਿੰਨਾ ਮੋਟਾ ਢਿੱਡ ਮੇਰੇ ਵਰਗਾ ਹੋਏਗਾ ਨਾ, ਇਹ ਵੱਡਾ ਬ੍ਰਹਮ ਗਿਆਨੀ ਹੈ। ਤੁਸੀਂ ਵੇਖ ਲਓ 80% ਜਿਹੜੇ ਬਾਬੇ ਨੇ ਨਾ, ਮੇਰੇ ਵਰਗੇ ਸਰੀਰਾਂ ਵਾਲੇ ਆ। ਨਿਸ਼ਾਨੀਆਂ ਨੇ, ਲੀੜੇ ਇਹੋ ਜਿਹੇ ਪਏ, ਲਫ਼ਜ਼ ਇਹੋ ਜਿਹੇ ਵਰਤਦੇ ਆ। ਨਿਸ਼ਾਨੀ ਕੀ ਹੈ? ਜਿਨ੍ਹਾਂ ਦੀ ਪਰਮਾਤਮਾ ਨਾਲ ਡੂੰਘੀ ਜਾਣ ਪਹਿਚਾਣ ਹੈ। ਘਟ ਘਟ ਕਵਣ ਨਿਵਾਸ, ਕਾਲ ਕਾ ਠੀਗਾ ਕਿਉਂ ਜਲਾਈ ਅਲੇ। ਠੀਗਾ ਕਹਿੰਦੇ ਨੇ ਠੋਕਰ ਮਾਰਨੀ, ਸੱਟ ਮਾਰਨੀ, ਚੋਟ ਮਾਰਨੀ। ਜਿਹੜੀ ਕਾਲ ਦੀ ਚੋਟ ਹੈ, ਕਾਲ ਦੀ ਸੱਟ ਹੈ, ਇਹਨੂੰ ਕਿਵੇਂ ਸਾੜਿਆ ਜਾਂਦਾ ਹੈ, ਇਹਨੂੰ ਖਤਮ ਕਿਵੇਂ ਕੀਤਾ ਹੈ? ਹਰ ਸਮੇਂ ਦੇ ਪ੍ਰਭਾਵ ਤੋਂ ਅਸੀਂ ਬਾਹਰ ਨਿਕਲ ਹੀ ਨਹੀਂ ਪਾਉਂਦੇ। ਕਾਲ ਦਾ ਅਰਥ ਕੀ ਹੈ? ਸਮਾਂ। ਸਮੇਂ ਦੇ ਪ੍ਰਭਾਵ ਤੋਂ ਅਸੀਂ ਬਾਹਰ ਨਹੀਂ ਨਿਕਲ ਪਾ ਰਹੇ। ਸਰੀਰ ਜਿਹੜਾ ਹੈ ਉਹ ਤੇ ਸਮੇਂ ਦੇ ਮੁਤਾਬਕ ਪੈਦਾ ਹੋਇਆ ਤੇ ਸਮੇਂ ਦੇ ਮੁਤਾਬਕ ਉਹਨੇ ਚਲੇ ਜਾਣਾ ਹੈ, ਪਰ ਜਿਹੜਾ ਸਾਡਾ ਜੀਵਨ ਹੈ ਉਹ ਸਮੇਂ ਤੋਂ ਰਹਿਤ ਹੋਣਾ ਚਾਹੀਦਾ, ਅਕਾਲ ਹੋਣਾ ਚਾਹੀਦਾ। ਤਾਂ ਹੀ ਤੇ ਪ੍ਰਮਾਤਮਾ ਦਾ ਰੱਬੀ ਮਿਲਾਪ ਦਾ ਜੀਵਨ ਜੀਵਾਂਗੇ ਨਾ, ਕਿਉਂਕਿ ਪ੍ਰਮਾਤਮਾ ਅਕਾਲ ਹੈ। ਰੋਜ਼ ਹੀ ਪੜ੍ਹਦੇ ਅਕਾਲ ਮੂਰਤ, ਸਮੇਂ ਦੇ ਪ੍ਰਭਾਵ ਤੋਂ ਰਹਿਤ ਸਰੂਪ ਹੈ, ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ। ਨਾ ਇਹ ਬੁੱਢਾ, ਨਾ ਇਹ ਬਾਲਾ, ਜਿਹਦੇ ਤੇ ਸਮੇਂ ਦਾ ਕੋਈ ਅਸਰ ਨਹੀਂ ਹੈ, ਨਾ ਜਨਮ ਦਾ, ਨਾ ਜਵਾਨੀ ਦਾ, ਨਾ ਬੁਢੇਪੇ ਦਾ, ਨਾ ਮੌਤ ਦਾ। ਉਹ ਜੀਵਨ ਜਿਹੜਾ ਇਸ ਕਾਲ ਦੀ ਚੋਟ ਤੋਂ ਮੁਕਤ ਹੋ ਜਾਂਦਾ ਹੈ। ਉਹ ਪੁੱਛਦੇ ਨੇ ਇਹ ਕਾਲ ਦੀ ਸੱਟ ਜਿਹੜੀ ਹੈ, ਕਾਲ ਦੀ ਚੋਟ ਜਿਹੜੀ ਹੈ, ਗੁਰੂ ਨਾਨਕ ਜੀ ਇਹਨੂੰ ਕਿਵੇਂ ਜਲਾਈ ਵਾਲੇ। ਵਾਹਿਗੁਰੂ। ਕਾਲ ਕਾ ਠੀਗਾ ਕਿਉਂ ਜਲਾਈ ਵਾਲੇ, ਕਿਉਂ ਤਾਂ ਕਿਵੇਂ, ਕਿਵੇਂ ਇਹਨੂੰ ਸਾੜਿਆ ਜਾਂਦਾ ਹੈ। ਕਿਉਂ ਨਿਰਭਉ ਘਰ ਜਾਈਏ। ਉਹ ਅਵਸਥਾ, ਘਰ ਦਾ ਅਰਥ ਕੀ ਇੱਥੇ? ਅਵਸਥਾ ਜਿਹੜੀ ਡਰ ਤੋਂ ਰਹਿਤ ਹੈ, ਨਿਰਭੈਤਾ ਵਾਲੀ। ਮੈਂ ਕਈ ਵਾਰ ਮਹਿਸੂਸ ਕੀਤਾ ਅਸੀਂ ਸਹਿਮ ਦੀ ਜ਼ਿੰਦਗੀ ਜੀਂਦੇ ਹਾਂ। ਨਿਰਭਉਤਾ ਵਾਲੀ ਜ਼ਿੰਦਗੀ ਨਹੀਂ ਹੈ, ਸਹਿਮ ਹੈ। ਹਰ ਵੇਲੇ ਇੱਕ ਸਹਿਮ ਹੈ, ਡਰ ਹੈ। ਜੇ ਇੰਜ ਨਾ ਕੀਤਾ ਇੰਜ ਨਾ ਹੋ ਜਾਏ, ਇੰਜ ਨਾ ਕੀਤਾ ਇੰਜ ਨਾ ਹੋ ਜਾਏ, ਕੱਲ੍ਹ ਨੂੰ ਕੀ ਹੋਏਗਾ, ਪਰਸੋਂ ਕੀ ਹੋਵੇ। ਇੱਕ ਸਹਿਮ ਦੇ ਵਿੱਚ ਜੀਵਨ ਜੀ ਰਹੇ ਹਾਂ। ਅਸੀਂ ਰੱਬ ਨੂੰ ਵੀ ਜਿਹੜਾ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ, ਸਹਿਮ ਦੇ ਵਿੱਚ ਹੀ, ਡਰ ਦੇ ਵਿੱਚ। ਮੈਂ ਮਹਿਸੂਸ ਕੀਤਾ, ਮੈਂ ਅਕਸਰ ਕਹਿੰਦਾ ਹੁੰਦਾ, ਰੱਬ ਨੂੰ ਦੋ ਰੂਪ ਵਿੱਚ ਆਪਾਂ ਲੋਕਾਂ ਨੇ ਮੰਨਿਆ ਤੇ ਸਾਨੂੰ ਮਨਾਇਆ ਵੀ ਇਸੇ ਰੂਪ 'ਚ ਗਿਆ। ਰੱਬ ਜਾਂ ਤੇ ਕਿਸੇ ਨਾ ਚੰਗੇ ਗੁਦਾਮ ਦਾ, ਜਿਸ ਗੁਦਾਮ ਵਿੱਚ ਸਾਰਾ ਕੁਛ ਹੈ, ਵੇਅਰ ਹਾਊਸ ਵਿੱਚ, ਉੱਥੋਂ ਦਾ ਕੋਈ ਮੁਨੀਮ ਆ। ਰੱਬ ਜੀ ਆਹ ਦੇ ਦਿਓ, ਰੱਬ ਜੀ ਆਹ ਦੇ ਦਿਓ, ਰੱਬ ਜੀ ਆਹ ਦੇ ਦਿਓ, 2 ਕਿਲੋ ਖੰਡ ਦੇ ਦਿਓ, 2 ਕਿਲੋ ਪੱਤੀ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਉਹਦੇ ਕੋਲੋਂ ਚੀਜ਼ਾਂ ਲੈਣ ਲਈ ਉਹ ਮੁਨੀਮ ਬੈਠਾ ਹੋਇਆ ਉੱਥੇ। ਜਾਂ ਰੱਬ ਕਿਸੇ ਥਾਣੇ ਦਾ SHO ਆ, ਆਹ ਨਾ ਕੀਤਾ ਸਜ਼ਾ ਦਿੰਦਾ ਹੈ, ਆਹ ਨਾ ਕੀਤਾ ਉਹਨੇ ਮਾਰ ਮਾਰਨੀ ਹੈ। ਕੋਈ ਦੁੱਖ ਆ ਗਿਆ, ਵੇਖਿਆ ਤੁਹਾਨੂੰ ਕਿਹਾ ਸੀ ਨਾ, ਰੱਬ ਨੇ ਸਜ਼ਾ ਦਿੱਤੀ ਹੈ। ਇਹ ਦੁੱਖ ਰੱਬ ਨੇ ਸਜ਼ਾ ਦਿੱਤੀ ਸਾਨੂੰ। ਮੈਂ ਫਿਰ ਬੇਨਤੀ ਕਰਾਂ, ਰੱਬ ਦੁੱਖ ਨਹੀਂ ਕਿਸੇ ਨੂੰ ਦਿੰਦਾ, ਕਿਸੇ ਨੂੰ ਸਜ਼ਾ ਨਹੀਂ ਦਿੰਦਾ। ਦੁੱਖ ਤਾਂ ਦੇਵੇਗਾ ਜੇ ਦੁੱਖ ਉਹਦੇ ਕੋਲ ਹੈ, ਜੇ ਉਹ ਦੁੱਖਾਂ ਦਾ ਦਾਤਾ ਹੈ। ਅਸੀਂ ਤਾਂ ਰੋਜ਼ ਪੜ੍ਹਦੇ ਹਾਂ, ਸਭ ਸੁੱਖ ਦਾਤਾ ਰਾਮ ਹੈ, ਇੱਛਾ ਪੂਰਕ
ਸਰਬ ਸੁਖ ਦਾਤਾ ਹਰ। ਫਿਰ ਦੁੱਖ ਕੀ ਹੈ? ਦੁੱਖ ਹੈ ਜਦੋਂ ਸਾਡਾ ਜੀਵਨ ਕੁਰਾਹੇ ਪੈ ਜਾਂਦਾ ਹੈ, ਕਿਸੇ ਹੋਰ ਪਾਸੇ ਚਲੇ ਜਾਂਦਾ ਹੈ, ਗਲਤ ਪਾਸੇ ਚਲੇ ਜਾਂਦਾ ਹੈ, ਤੇ ਜੀਵਨ ਦੇ ਸੁੱਖ ਜਿਹੜੇ ਨੇ ਉਹਨਾਂ ਨੂੰ ਮਾਨਣ ਤੋਂ ਅਸੀਂ ਉੱਕ ਜਾਂਦੇ ਆ। ਦੁੱਖ ਹੈ। ਪ੍ਰਕਾਸ਼ ਦਾ ਖਤਮ ਹੋਣਾ ਹੀ ਅੰਧੇਰਾ ਹੈ, ਖੁਸ਼ੀਆਂ ਦਾ ਖਤਮ ਹੋਣਾ ਹੀ ਗਮੀ ਹੈ, ਸੁੱਖਾਂ ਦਾ ਖਤਮ ਹੋਣਾ ਹੀ ਦੁੱਖ ਹੈ। ਦੁੱਖ ਕੋਈ ਸ਼ੈ ਨਹੀਂ ਹੈ। ਮੈਂ ਫਿਰ ਦੁਬਾਰਾ ਦੁਹਰਾਵਾਂ, ਜਦੋਂ ਸਾਡਾ ਜੀਵਨ ਸੁੱਖਾਂ ਨੂੰ ਮਾਨਣਾ ਛੱਡ ਦਿੰਦਾ ਹੈ, ਹੋਰ ਪਾਸੇ ਚਲੇ ਜਾਂਦਾ ਹੈ, ਦੁੱਖ ਹੈ। ਪਰਮੇਸ਼ਰ ਨੇ ਨਹੀਂ ਦਿੱਤਾ। ਆਪਾਂ ਹਾਲ ਦੇ ਵਿੱਚ ਹਾਂ, ਹਾਲ ਵਿੱਚ ਰੌਸ਼ਨੀ ਹੈ, ਬਾਹਰ ਅੰਧੇਰਾ ਹੈ। ਜਦੋਂ ਅਸੀਂ ਹਾਲ ਚੋਂ ਬਾਹਰ ਨਿਕਲ ਜਾਂਗੇ ਅੰਧੇਰਾ ਹੈ। ਜਦੋਂ ਹਾਲ ਦੇ ਵਿੱਚ ਰਵਾਂਗੇ ਚਾਨਣ ਹੈ। ਇਸੇ ਤਰ੍ਹਾਂ ਜਦੋਂ ਰੱਬੀ ਹੁਕਮ ਦਾ ਜੀਵਨ ਜਿਉਂਦੇ ਹਾਂ ਸੁੱਖ ਹੈ, ਰੱਬੀ ਹੁਕਮ ਦੇ ਜੀਵਨ ਤੋਂ ਬਾਹਰ ਜਾ ਕੇ ਜੀਵਨ ਜਿਉਂਦੇ ਹਾਂ ਰੱਬੀ ਹੁਕਮ ਤੋਂ ਦੁੱਖ ਹੈ। ਇਹਦੀ ਇੰਨੀ ਕੀ ਪਰਿਭਾਸ਼ਾ ਹੈ। ਖੈਰ, ਕਿਉਂ ਨਿਰਭਉ ਘਰ ਜਾਈਏ? ਕਿਵੇਂ ਉਸ ਨਿਰਭੈਤਾ ਵਾਲੀ ਅਵਸਥਾ ਦੇ ਵਿੱਚ ਟਿਕਿਆ ਜਾਂਦਾ ਹੈ? ਸਹਿਜ ਸੰਤੋਖ ਕਾ ਆਸਣ ਜਾਣੈ, ਕਿਉਂ ਛੇਦੇ ਬਹਿਰਾਈ ਹੈ। ਬਹਿਰਾਈ ਦਾ ਅਰਥ ਹੁੰਦਾ ਹੈ ਵੈਰੀ। ਵੈਰੀ ਕੀ ਹੈ? ਹਉਮੈ। ਛੇਦੇ ਦਾ ਅਰਥ ਹੁੰਦਾ ਉਹਨੂੰ ਛੇਦ ਦੇਣਾ, ਛੇਕ ਕਰ ਦੇਣੇ, ਉਹਦੇ ਵਿੱਚ ਭਾਵ ਉਹਨੂੰ ਵਿੰਨ ਦੇਣਾ। ਇਸ ਹਉਮੈ ਨੂੰ ਕਿਵੇਂ ਵਿੰਨਿਆ ਜਾਵੇ, ਜਿਹੜੀ ਸਭ ਤੋਂ ਵੱਡੀ ਦੁਸ਼ਮਣ ਹੈ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਕੰਧ ਬਣ ਕੇ ਖੜੀ ਹੈ। ਹਉ ਹਉ ਭੀਤ ਭਇਓ ਹੈ ਬੀਚੋ, ਮੈਂ ਸੁਣਤ ਦੇਸ ਨਿਕਟਾਇਓ। ਮੈਂ ਸੁਣਿਆ ਹੈ ਮੇਰੇ ਪ੍ਰਭੂ ਪਰਮੇਸ਼ਰ ਦਾ ਦੇਸ਼ ਬਹੁਤ ਨੇੜੇ ਹੈ, ਪਰ ਹਉਮੈ ਦੀ ਕੰਧ ਵਿੱਚ ਖੜੀ ਹੈ। ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ। ਕੰਧ ਹੈ ਵੀ ਇੰਨੀ ਬਰੀਕ, ਪਾਭੀਰੀ ਕੇ ਪਾਤ ਪਾਰ ਦੋ। ਭਾਬੀਰੀ ਤਿਤਲੀ ਵੇਖੀ ਜੇ ਨਾ, ਭਬੀਰੀ ਜਿਹੜੇ ਇਸ ਤਰ੍ਹਾਂ ਘੁੰਮਦੀਆਂ ਤਿਤਲੀਆਂ ਵਰਗੀਆਂ ਹੁੰਦੀਆਂ, ਕਿੰਨਾ ਬਰੀਕ ਖੰਭ ਹੁੰਦਾ ਉਹਦਾ। ਬਸ ਇੰਨਾ ਕੀ ਹੈ, ਸੂਖਸ਼ਮ ਜਿਹਾ ਪੜਦਾ ਹੈ। ਬਿਨ ਪੇਖੇ ਦੂਰ ਆਇਓ, ਪਰ ਇਸ ਪਰਦੇ ਦੇ ਕਾਰਨ ਉਹ ਪਰਮੇਸ਼ਰ ਪਰਮਾਤਮਾ ਦੀ ਰੱਬੀ ਜੋਤ ਨਹੀਂ ਮੈਨੂੰ ਮੇਰੇ ਅੰਦਰ ਦਿਖਾਈ ਦੇ ਰਹੀ, ਤੇ ਬੜੀ ਦੂਰ ਸਮਝੀ ਬੈਠਾ, ਕਿਤੇ ਦੂਰ ਮਹਿਸੂਸ ਹੋ ਰਹੀ ਹੈ। ਪਾਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਸਵਾਲ ਕਰਦੇ ਨੇ ਸਿੱਧ ਲੋਕ, ਗੁਰੂ ਨਾਨਕ ਜੀ ਇਹ ਜਿਹੜਾ ਹਉਮੈ ਦਾ, ਹਉਮੈ ਰੂਪੀ ਵੈਰੀ ਹੈ, ਇਹਨੂੰ ਵਿੰਨਿਆ ਕਿਵੇਂ ਜਾਵੇ? ਜਿਹੜਾ ਸਹਿਜ ਤੇ ਸੰਤੋਖ, ਸਿਦਕ ਜਿਹਨੂੰ ਕਹਿੰਦੇ, ਸਬਰ ਕਹਿੰਦੇ ਆ। ਸੰਤੋਖ ਦਾ ਅਰਥ ਕੀ ਹੈ? ਸੰਤੋਖ ਦਾ ਅਰਥ ਇਹ ਨਹੀਂ ਹੁੰਦਾ ਭੁੱਖੇ ਮਰਨਾ। ਸੰਤੋਖ ਦਾ ਅਰਥ ਹੋਣਾ ਵੀ ਜਿਸ ਤਰ੍ਹਾਂ ਅਸੀਂ ਸੈਟਿਸਫਾਈ, ਸੰਤੁਸ਼ਟੀ, ਸੰਤੁਸ਼ਟ ਹੋ ਜਾਣਾ। ਹਾਂ, ਬਹੁਤ ਜੋ ਕੁਛ ਚਾਹੀਦਾ ਸਭ ਕੁਛ ਹੈ, ਸੰਤੁਸ਼ਟ ਆ, ਇਹਨੂੰ ਕਹਾਂਗੇ ਸੰਤੋਖ। ਸੰਤੋਖ ਦਾ ਅਰਥ ਇਹ ਨਹੀਂ ਹੈ ਕਿ ਜੇ ਕੋਲ ਕੁਛ ਨਹੀਂ ਤੇ ਭੁੱਖੇ ਬੈਠਣੇ ਜੀ ਸੰਤੋਖ ਹੀ, ਬੜਾ ਸੰਤੋਖ ਹੀ ਹੈ ਨਾ। ਸੰਤੋਖ ਦਾ ਅਰਥ ਕੀ ਹੈ? ਸੈਟਿਸਫਾਈਂਗ ਹੈ। ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਸੈਟਿਸਫਾਈਂਗ ਆ। ਕੋਈ ਸ਼ਿਕਵਾ ਨਹੀਂ ਉਹਦੇ ਨਾਲ, ਕੋਈ ਸ਼ਿਕਵਾ ਨਹੀਂ ਉਹਦੇ ਨਾਲ, ਕੋਈ ਗਿਲਾ ਨਹੀਂ ਉਹਦੇ ਨਾਲ। ਜੇ ਮੇਰੇ ਕੋਲ ਕੁਛ ਘੱਟ ਹੈ, ਇਹ ਮੇਰੀ ਕੋਈ ਕਮੀ ਹੋਵੇਗੀ, ਮੇਰੀ ਊਣਤਾਈ ਹੋਵੇਗੀ, ਪਰ ਉਹਦੇ ਵੱਲੋਂ ਮੈਂ ਸੈਟਿਸਫਾਈ ਹਾਂ। ਉਹਨੇ 100% ਦਿੱਤਾ ਹੈ। ਕਿਉਂ? ਕਿਉਂਕਿ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਹੀਂ। ਪਰਮੇਸ਼ਰ ਪੂਰਾ ਹੈ, ਤੇ ਉਹ ਜੋ ਕੁਛ ਕਰਦਾ ਹੈ ਪੂਰਾ ਹੀ ਕਰਦਾ ਹੈ। ਤੇ ਜੇ ਮੇਰੀ ਜ਼ਿੰਦਗੀ 'ਚ ਕੁਛ ਅਧੂਰਾ ਹੈ, ਉਹਨੇ ਤੇ ਪੂਰਾ ਕੀਤਾ ਹੈ, ਉਹ ਮੇਰੇ ਜੀਵਨ ਦੀ ਕੋਈ ਨਾ ਕੋਈ ਕਮੀ ਹੈ। ਪਿਛਲੇ ਦਿਨ ਮੈਂ ਮਸਕੀਨ ਸਾਹਿਬ ਜੀ ਵਾਲੀ ਉਹ ਸੁਣਾਇਆ ਸੀ ਲਤੀਫਾ, ਕਿ 3 ਬੀਬੀਆਂ ਦਰਿਆ ਤੋਂ ਪਾਣੀ ਲੈਣ ਜਾਂਦੀਆਂ, ਇੱਕ ਕੋਲ 2 ਘੜੇ, ਇੱਕ ਕੋਲ 1 ਘੜਾ, ਇੱਕ ਕੋਲ ਲੋਟਾ ਹੈ। ਤੇ ਲੋਟੇ ਵਾਲੀ ਸ਼ਿਕਵਾ ਕਰੇ, ਦੂਜਿਆਂ ਨੂੰ ਇੰਨਾ ਪਾਣੀ ਦੇਤਾ, ਉਹਨਾਂ ਦੇ ਸਾਰੇ ਪਰਿਵਾਰ ਦੀ ਪਿਆਸ ਮਿਟ ਗਈ, ਕੱਲ੍ਹ ਵਾਸਤੇ ਵੀ ਹੈਗਾ, ਤੇ ਮੈਨੂੰ ਇੰਨਾ ਕਿ ਪਾਣੀ ਦਰਿਆ ਨੇ ਦਿੱਤਾ ਹੈ, ਮੇਰੇ ਨਾਲ ਪਤਾ ਨਹੀਂ ਕੀ ਵੈਰ ਸੀ। ਕਹਿੰਦੇ ਭਲਾ ਪੁਰਸ਼ ਕਹਿ ਕਰ ਨਹੀਂ, ਉਹ ਤੇ ਵਗ ਰਿਹਾ ਹੈ, ਤੇਰਾ ਬਰਤਨ ਹੀ ਛੋਟਾ ਹੈ। ਪਰਮੇਸ਼ਰ ਪੂਰਾ ਹੈ, ਉਹਨੇ ਸੁੱਖ, ਖੁਸ਼ੀਆਂ, ਰਸ, ਆਨੰਦ ਸਾਰਿਆਂ ਨੂੰ ਪੂਰੇ ਹੀ ਦਿੱਤੇ ਹੋਏ ਆ। ਕੋਈ ਕਿਸੇ ਨੂੰ ਘੱਟ ਵੱਧ ਵਾਲੀ ਗੱਲ ਨਹੀਂ ਕੀ।
ਇਹ ਨਹੀਂ ਉਹਨੂੰ ਜ਼ਿਆਦਾ ਤੇ ਉਹਨੂੰ ਘੱਟ। ਮੇਰੇ ਜੀਵਨ ਦੀ ਮੇਰੀ ਸਮਝ ਦਾ ਬਰਤਨ ਬੜਾ ਛੋਟਾ ਹੈ। ਮੇਰੇ ਆਪਣੇ ਜੀਵਨ ਦੇ ਕਿਰਦਾਰ ਦਾ ਬਰਤਨ ਬੜਾ ਛੋਟਾ ਹੈ। ਇਸ ਕਰਕੇ ਉਹ ਖੁਸ਼ੀਆਂ, ਉਹ ਸੁੱਖ, ਉਹ ਰਸ ਪੂਰਨ ਰੂਪ ਵਿੱਚ ਮੈਂ ਮਾਣ ਹੀ ਨਹੀਂ ਪਾ ਰਿਹਾ। ਕਈ ਸੱਜਣ ਕਹਿਣਗੇ ਭਾਈ ਸਾਹਿਬ ਰੱਬ ਖੁਸ਼ੀਆਂ ਤੇ ਦਿੰਦਾ ਪਰ ਥੋੜ੍ਹੀਆਂ ਦਿੰਦਾ ਹੈ। ਰੱਬ ਕਦੇ ਥੋੜ੍ਹਾ ਨਹੀਂ ਦਿੰਦਾ, ਉਹਨੇ ਸਾਰਿਆਂ ਨੂੰ ਹੀ ਪੂਰਾ ਦਿੱਤਾ ਹੈ। ਕਿਸੇ ਬੱਚੇ ਨੂੰ ਥੋੜ੍ਹੀ ਮਾਂ ਦਿੱਤੀ ਹੈ, ਪੂਰੀ ਦਿੱਤੀ ਹੈ। ਕਦੀ ਹਵਾ ਕਿਸੇ ਨੂੰ ਸਾਹ ਲੈਣ ਲਈ ਥੋੜ੍ਹੀ ਦਿੱਤੀ ਉਹਨੇ, ਵੀ ਤੁਹਾਨੂੰ ਜ਼ਿਆਦਾ ਦਿੱਤੀ ਤੇ ਮੈਨੂੰ ਘੱਟ ਦਿੱਤੀ। ਇੱਕੋ ਜਿਹੀ, ਕਿਉਂਕਿ ਉਹ ਵਿਤਕਰਾ ਨਹੀਂ ਉਹਦੇ ਉਹ ਇੱਕ ਸਾਰ ਹੈ। ਕਿਤੇ ਹੈ ਵੀ ਤੁਹਾਨੂੰ ਸੂਰਜ ਜ਼ਿਆਦਾ ਦਿੱਤਾ ਹੋਵੇ, ਉਹਨੇ ਰੋਸ਼ਨੀ ਲਈ ਮੈਨੂੰ ਘੱਟ ਦਿੱਤਾ ਹੋਵੇ, ਨਹੀਂ। ਮੈਂ ਹੀ ਭੋਰੇ ਚੋਂ ਬਾਹਰ ਨਾ ਨਿਕਲਾਂ ਤੇ ਮੈਨੂੰ ਸੂਰਜ ਦੀ ਰੋਸ਼ਨੀ ਮਿਲਣੀ ਕਿੱਥੋਂ ਆ? ਇਹ ਮੇਰੀ ਗਲਤੀ ਹੈ, ਮੈਂ ਵਰਤਣਾ ਕਿਵੇਂ। ਜਿਹੜੇ ਲੋਕ ਕਹਿੰਦੇ ਨੇ ਰੱਬ ਨੇ ਕਿਰਪਾ ਘੱਟ ਕੀਤੀ ਹੈ ਜਾਂ ਰੱਬ ਨੇ ਕਿਰਪਾ ਨਹੀਂ ਕੀਤੀ ਜਾਂ ਰੱਬ ਦੀ ਕਿਰਪਾ ਸੀ ਕਰਾ ਦੇ, ਝੂਠ ਬੋਲਦੇ ਨੇ। ਰੱਬ ਨੇ ਸਭਨਾਂ ਦੇ ਉੱਤੇ ਇੱਕੋ ਜਿਹੀ ਕਿਰਪਾ ਕੀਤੀ ਹੈ। ਹਾਂ, ਜੇ ਉਸ ਚੀਜ਼ ਦੀ ਨਹੀਂ ਸਮਝ ਆ ਰਹੀ, ਉਹਨੂੰ ਪੂਰਨ ਰੂਪ ਵਿੱਚ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ, ਉਹਦੇ ਲਈ ਸ਼ਬਦ ਹੈ, ਉਹਦੇ ਲਈ ਬਾਣੀ ਹੈ। ਕੋਈ ਬਾਬਾ ਨਹੀਂ, ਕੋਈ ਵਿਅਕਤੀ ਨਹੀਂ, ਬਾਣੀ ਹੈ। ਹਾਂ, ਸਤ ਸੰਗਤ ਵਿੱਚ ਉਸ ਬਾਣੀ ਨੂੰ ਸਮਝਦਾ ਆਪਾਂ, ਸਤ ਸੰਗਤ ਵਿੱਚ ਟਿਕ ਕੇ ਉਸ ਗੁਰਬਾਣੀ ਨੂੰ ਸਮਝਣਾ ਹੈ ਤੇ ਫਿਰ ਉਹਨੂੰ ਪ੍ਰੈਕਟੀਕਲ ਜੀਵਨ ਵਿੱਚ ਜਿਉਣਾ ਹੈ। ਮਹਿਸੂਸ ਕਰੋਗੇ ਕਿ ਜੋ ਖੁਸ਼ੀਆਂ, ਜੋ ਤੁਹਾਨੂੰ ਇੰਝ ਲੱਗੇਗਾ ਜਿੰਨੀਆਂ ਖੁਸ਼ੀਆਂ ਰੱਬ ਨੇ ਮੈਨੂੰ ਦਿੱਤੀਆਂ ਹੋਰ ਕਿਸੇ ਕੋਲ ਹੈ ਹੀ ਨਹੀਂ। ਸੈਟਿਸਫਾਈ ਹੋ ਜਾਗੇ ਆਪਾਂ, ਸੰਤੁਸ਼ਟ ਹੋ ਜਾਗੇ ਆਪਾਂ। ਇਹਨੂੰ ਕਹਿੰਦੇ ਸੰਤੋਖ। ਜੋ ਕੋਲ ਨਹੀਂ ਹੈ ਉਹਦਾ ਮਲਾਲ ਕੋਈ ਨਹੀਂ ਹੈ, ਜੋ ਕੋਲ ਹੈ ਉਹਦੇ ਤੇ ਸੈਟਿਸਫਾਈ ਹੈ। ਸਾਡਾ ਅਫਸੋਸ ਹੈ ਜੋ ਕੋਲ ਹੈ ਉਹਦੇ ਤੇ ਸੈਟਿਸਫਾਈ ਨਹੀਂ ਹਾਂ, ਜੋ ਨਹੀਂ ਕੋਲ ਉਹਨੂੰ ਲੈ ਕੇ ਸ਼ਿਕਵੇ ਕਰਦੇ ਹਾਂ, ਉਹਨੂੰ ਲੈ ਕੇ ਅਸੀਂ ਕਲੇਸ਼ ਕਰਦੇ ਹਾਂ। ਸਾਡੀ ਦੌੜ, ਸਾਡਾ ਸਾਰਾ ਕੁਝ ਉਸ ਪਾਸੇ ਨਹੀਂ ਹੈ ਕਿ ਜੋ ਕੋਲ ਹੈ ਉਹਦੇ 'ਚੋਂ ਖੁਸ਼ੀਆਂ ਲਈਏ, ਉਹਦੇ 'ਚੋਂ ਸੁੱਖ ਲਈਏ। ਉਸ ਪਾਸੇ ਨਹੀਂ ਅਸੀਂ ਦੌੜ ਰਹੇ। ਅਸੀਂ ਦੌੜ ਰਹੇ ਹਾਂ ਜੋ ਸਾਡੇ ਕੋਲ ਨਹੀਂ ਹੈ ਉਹਦੇ 'ਚੋਂ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰੀਏ। ਪਹਿਲਾਂ ਜੋ ਸਾਡੇ ਕੋਲ ਹੈ ਉਹਦੇ ਵਿੱਚੋਂ ਤੇ ਆਪਾਂ ਖੁਸ਼ੀਆਂ ਮਾਣੀਏ, ਸੁੱਖ ਮਾਣੀਏ, ਉਹ ਰਸ ਮਾਣੀਏ। ਜਦੋਂ ਉਹਦੇ 'ਚੋਂ ਸੁੱਖ, ਖੁਸ਼ੀਆਂ, ਰਸ ਮਾਣਾਂਗੇ, ਮਹਿਸੂਸ ਕਰਾਂਗੇ ਸਾਰੀਆਂ ਖੁਸ਼ੀਆਂ ਸਾਡੇ ਕੋਲ ਹੈ, ਸਾਰਾ ਸੁੱਖ ਹੀ ਰੱਬ ਨੇ ਸਾਨੂੰ ਦਿੱਤਾ ਹੋਇਆ, ਦੁੱਖ ਹੈ ਹੀ ਨਹੀਂ ਕੋਈ ਜੀਵਨ ਵਿੱਚ। ਸਾਰਾ ਕੁਛ ਹੀ ਪਰਮੇਸ਼ਰ ਨੇ ਦਿੱਤਾ ਹੈ। ਮੈਂ ਤਾਂ ਐਵੇਂ ਸਮਝੀ ਬੈਠਾ ਸੀ ਕੁਛ ਨਹੀਂ ਦਿੱਤਾ ਉਹਨੇ ਜਾਂ ਘੱਟ ਦਿੱਤਾ ਹੈ। ਫਿਰ ਦੁਹਰਾਵਾਂ, ਮੇਰੇ ਜੀਵਨ ਨੂੰ ਜਿੰਨੀਆਂ ਖੁਸ਼ੀਆਂ ਤੇ ਸੁੱਖ ਚਾਹੀਦੇ ਨੇ ਉਹ ਰੱਬ ਨੇ ਮੈਨੂੰ ਦਿੱਤੇ ਨੇ। ਮੈਂ ਉਹਨਾਂ ਵਿੱਚੋਂ ਉਹਨਾਂ ਨੂੰ ਮਾਨਣਾ ਹੈ, ਪਰ ਮੈਂ ਉਹਨਾਂ 'ਚੋਂ ਨਹੀਂ ਮਾਣ ਰਿਹਾ। ਮੈਂ ਜੋ ਦੂਜਿਆਂ ਦੇ ਕੋਲ ਹੈ ਉਹ ਹਾਸਲ ਕਰਨੇ ਚਾਹੁੰਦਾ, ਉਹ ਵੀ ਨਹੀਂ ਮਾਣ ਰਿਹਾ। ਦੂਜਿਆਂ ਦੇ ਮਿਲ ਨਹੀਂ ਰਹੇ, ਦੁਖੀ। ਸਾਡੀ ਸਾਰੀ ਭਟਕਣਾ ਹੈ। ਮੈਂ ਜਿਹੋ ਜਿਹੀ ਪੱਗ ਬੰਨ੍ਹਦਾ ਮੈਨੂੰ ਵਧੀਆ ਲੱਗਦੀ ਹੈ, ਪਰ ਨਹੀਂ, ਉਹਦੀ ਪੱਗ ਬੜੀ ਸੋਹਣੀ, ਮੈਂ ਉਹਦੇ ਵਰਗੀ ਪੱਗ ਬੰਨਣੀ ਹੈ। ਇਹ ਹੈ ਸਾਡੀ ਸਾਰੀ ਦੌੜ। ਜਿਹੜਾ ਸਾਡਾ ਘਰ ਹੈ, ਮੈਂ ਕਈ ਵਾਰ ਸੋਚਦਾ, ਮੈਂ ਇੱਥੋਂ ਦੀ ਮਾਹੌਲ ਵੇਖਦਾ ਨਾ ਤੇ ਮੈਂ ਮਹਿਸੂਸ ਕਰਦਾ, ਹੱਸਦਾ ਵੀ ਹੁੰਦਾ। ਘਰੇ ਰੋਟੀ ਖਾਣੀ, ਕੋਈ ਚੀਜ਼ ਖਾਣੀ, ਬੜਾ ਵਧੀਆ ਸਿੰਪਲ ਜਿਹਾ ਤਰੀਕਾ, ਰੱਜ ਕੇ ਖਾ ਲੈਣੀ, ਸਵਾਦ ਬੜਾ ਆਉਣਾ। ਤੇ ਇੱਥੇ ਕਿਤੇ ਪੀਜ਼ਾ ਖਾਣਾ ਹੋਵੇ ਤਾਂ ਉਹ ਛੁਰੀਆਂ ਜਿਹੀਆਂ ਨਾਲ ਕੱਟ ਕੁੱਟ ਕੇ ਖਾਂਦੇ ਆਪਾਂ। ਉਹ ਕਈ ਵਾਰ ਮੇਰੇ ਵਰਗਿਆਂ ਬਹੁਤਿਆਂ ਨੂੰ ਜਾਚ ਹੀ ਨਹੀਂ ਆਉਂਦੀ। ਕਿਉਂ? ਕਿਉਂਕਿ ਅਸੀਂ ਦੂਜਿਆਂ ਦੇ ਪ੍ਰਭਾਵ 'ਚ ਆ ਕੇ ਜੋ ਦੂਜੇ ਰਸ ਲੈ ਰਹੇ ਨੇ, ਜੋ ਦੂਜਿਆਂ ਨੂੰ ਸਵਾਦ ਆ ਰਿਹਾ ਹੈ, ਉਹ ਸਵਾਦ ਲੈਣ ਦੀ ਕੋਸ਼ਿਸ਼ ਕਰ ਰਿਹਾ ਮੈਂ। ਪਰ ਜੋ ਮੇਰੇ ਕੋਲ ਹੈ ਮੈਂ ਉਹਦੇ 'ਚੋਂ ਨਹੀਂ ਲੈਣ ਦੀ ਕੋਸ਼ਿਸ਼ ਕਰ। ਇੱਥੇ ਸਾਰੀ ਗੇਮ ਖੜੀ ਜੀ। ਜੋ ਸਾਡੇ ਕੋਲ ਹੈ ਅਸੀਂ ਉਹਦੇ ਵਿੱਚੋਂ ਖੁਸ਼ੀਆਂ ਤੇ ਸੁੱਖ ਲਈਏ, ਉਹਦੇ 'ਚੋਂ ਰਸ ਲਈਏ, ਉਹਦੇ 'ਚੋਂ ਆਨੰਦ ਲਈਏ। ਜਦੋਂ ਉਹਦੇ ਵਿੱਚੋਂ ਸੁੱਖ ਲਵਾਂਗੇ, ਚਾਹੇ ਉਹ ਵਾਈਫ ਹਸਬੈਂਡ ਹੈ, ਚਾਹੇ ਪੇਰੈਂਟਸ ਦੇ ਬੱਚੇ ਨੇ, ਚਾਹੇ ਕੋਈ ਵੀ ਹੈ, ਜਦੋਂ ਜੋ ਕੋਲ ਹੈ ਉਹਦੇ ਵਿੱਚੋਂ ਅਸੀਂ ਜੀਵਨ ਦਾ ਸੁੱਖ ਲੈ ਆਵਾਂਗੇ ਨਾ, ਮਹਿਸੂਸ ਕਰੋਗੇ ਸਾਡੇ ਵਰਗਾ ਸੁਖੀ ਕੋਈ ਨਹੀਂ, ਸਾਡੇ ਵਰਗਾ ਖੁਸ਼ਹਾਲ ਕੋਈ ਨਹੀਂ। ਸੈਟਿਸਫਾਈ ਹੋ ਜਾਗੇ, ਸੰਤੁਸ਼ਟ ਹੋ ਜਾਗੇ। ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ। ਸਾਡੀ ਹਾਲਤ ਪਤਾ ਕਿਹੋ ਜਿਹੀ ਹੈ? ਜਦੋਂ ਡੰਗਰਾਂ ਨੂੰ ਪੱਠੇ ਪਾਉਂਦੇ ਹੁੰਦੇ ਹੈ ਨਾ, ਅਸੀਂ
ਮੈਂ ਦੇਖਦਾ ਹੁੰਦਾ ਸੀ, ਉਦੋਂ ਨਹੀਂ ਸੀ ਇਹਨਾਂ ਚੀਜ਼ਾਂ ਦੀ ਸਮਝ। ਹੁਣ ਉਹ ਜਿਵੇਂ ਜਿਵੇਂ ਸੁਰਤ ਦਾ ਵਿਕਾਸ ਹੁੰਦਾ ਨਾ, ਉਹਨਾਂ ਚੀਜ਼ਾਂ ਨੂੰ ਸਮਝੀਦਾ। ਖੁਰਲੀ ਤੇ ਪਸ਼ੂ ਬੱਧੇ ਹੋਏ ਆ, ਐਗਜ਼ਾਮਪਲ ਦੇ ਤੌਰ ਤੇ 2 ਮੱਝਾਂ 4 ਮੱਝਾਂ ਬੰਨੀਆਂ ਨੇ, ਉਹਨਾਂ ਨੂੰ ਪੱਠੇ ਪਾ ਦਿੱਤੇ। ਜਿਹੜੇ ਉਹਦੇ ਅੱਗੇ ਪੱਠੇ ਨਾ ਉਹ ਨਹੀਂ ਖਾਂਦੀ, ਉਹ ਦੂਜੇ ਨੂੰ ਸਿੰਗ ਮਾਰ ਕੇ ਪਾਸੇ ਕਰਕੇ ਤੇ ਮੂੰਹ ਮਾਰਦੀ ਕਿ ਉਹਦੇ ਖਾਓ। ਜੋ ਉਹਦੇ ਕੋਲ ਹੈ ਉਹਦੇ ਨਾਲ ਨਹੀਂ ਵੀ ਮੈਂ ਇਹ ਖਾ ਕੇ ਰੱਜਾਂ। ਛੋਟੇ ਹੁੰਦੇ ਨਾ, ਕਈ ਵਾਰ ਜਦੋਂ ਮਾਤਾ ਨੇ ਬਾਹਰੋਂ ਆਉਣਾ, ਉਹਨੇ ਟੌਫੀਆਂ ਜਾਂ ਮੂੰਗਫਲੀ ਜਾਂ ਕੋਈ ਨਾ ਕੋਈ ਚੀਜ਼ ਬੱਚਿਆਂ ਲਈ ਖਾਣ ਨੂੰ ਲੈ ਆਉਣੀ, ਤੇ ਸਾਨੂੰ ਸਾਰਿਆਂ ਨੇ ਇੱਕੋ ਜਿਹੀ ਵੰਡ ਦੇਣੀ, ਤੇ ਆਪਣੀ ਲੈ ਕੇ ਨਾ ਹੌਲੀ ਜਿਹੀ ਥੱਲੇ ਦਬਾ ਲੈਣੀ, ਕੋਸ਼ਿਸ਼ ਕਰਨੀ ਵੀ ਦੂਜਿਆਂ ਦੇ ਕੋਲੋਂ ਇੱਕ ਇੱਕ ਹੋਰ ਮਿਲ ਜੇ। ਜੋ ਕੋਲ ਹੈ ਉਹਦਾ ਨਹੀਂ ਅਸੀਂ ਉਦੋਂ ਆਨੰਦ ਲਿਆ, ਰਸ ਲਿਆ। ਦੂਜਿਆਂ ਦੇ ਕੋਲੋਂ ਕੋਸ਼ਿਸ਼ ਕਰ ਰਹੇ, ਨਹੀਂ ਮਿਲਦੀ ਫਿਰ ਲੜਦੇ ਸਾਂ। ਖੋਹਣੀ, ਇੱਕ ਦੂਜੇ ਨਾਲ ਲੜਨਾ, ਝਗੜਨਾ। ਸੇਮ ਚੀਜ਼ ਜਿਹੜੀ ਹੈ ਜੀਵਨ ਵਿੱਚ ਹੁਣ ਵੀ ਚੱਲ ਰਹੀ ਹੈ। ਫਰਕ ਹੈ ਟੌਫੀਆਂ ਦੀ ਜਗ੍ਹਾ ਕੁਝ ਹੋਰ ਹੋ ਗਿਆ। ਖੇਡ ਉਹੀ ਹੈ। ਜੋ ਕੋਲ ਹੈ ਉਹਦੇ ਚੋਂ ਸੁੱਖ ਨਹੀਂ ਲੈਣ ਦੀ ਕੋਸ਼ਿਸ਼ ਕਰ ਰਹੇ, ਜੋ ਨਹੀਂ ਹੈ ਦੂਜਿਆਂ ਦੇ ਕੋਲ ਹੈ ਉਹਦੇ ਚੋਂ ਸੁੱਖ ਲੈਣ ਦੀ ਕੋਸ਼ਿਸ਼ ਕਰ ਰਹੇ। ਜੇ ਕਿਸੇ ਦਾ ਬਿਜ਼ਨਸ ਚੱਲ ਰਿਹਾ, ਉਹ ਕੋਸ਼ਿਸ਼ ਕਰ ਰਿਹਾ ਜਿਹੜੇ ਐਮਪਲਾਈ ਕੰਮ ਕਰ ਰਹੇ ਨੇ ਕਿਸੇ ਤਰੀਕੇ ਨਾਲ ਜਿਹੜਾ ਉਹਨਾਂ ਦੇ ਵਿੱਚੋਂ ਮੈਂ ਕਾਟ ਕੱਟਾਂ। ਜੋ ਆਪਣਾ ਮੁਨਾਫਾ ਉਹਨੂੰ ਮਿਲ ਰਿਹਾ ਉਹਦੇ ਚੋਂ ਸੈਟਿਸਫਾਈ ਨਹੀਂ ਹੋ ਰਿਹਾ, ਉਹਦੇ ਚੋਂ ਨਹੀਂ ਉਹਨੂੰ ਸੁੱਖ ਲੈਣ ਦੀ ਕੋਸ਼ਿਸ਼ ਕਰ ਰਿਹਾ। ਬਹੁਤ ਸਾਰੇ ਤੁਸੀਂ ਵੇਖੋਗੇ ਸਟੂਡੈਂਟ, ਬੱਚੇ, ਦੂਜੇ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਕਰਦੇ ਨੇ ਨਾ, ਬਹੁਤਿਆਂ ਦੇ ਸ਼ਿਕਵੇ ਇਹੀ ਹੁੰਦੇ ਨੇ, ਸਾਡਾ ਹੱਕ ਨਹੀਂ ਪੂਰਾ ਦਿੱਤਾ ਜਾ ਰਿਹਾ, ਪੈਸੇ ਮਾਰ ਲਿਆ, ਆਹ ਕਰ ਲਿਆ। ਜੋ ਮੁਨਾਫਾ ਮਿਲ ਰਿਹਾ ਉਹਦੇ ਤੇ ਸੈਟਿਸਫਾਈ ਨਹੀਂ ਹੈ ਇਨਸਾਨ। ਔਰ ਐਸੇ ਇਨਸਾਨ ਜ਼ਿੰਦਗੀ 'ਚ ਕਦੇ ਸੈਟਿਸਫਾਈ ਨਹੀਂ ਹੁੰਦੇ, ਉਹਨਾਂ ਦੇ ਅੰਦਰ ਕਦੇ ਸੰਤੁਸ਼ਟੀ ਨਹੀਂ ਹੁੰਦੀ, ਉਹਨਾਂ ਦੇ ਅੰਦਰ ਭੁੱਖ ਉਸੇ ਤਰ੍ਹਾਂ ਵੱਧਦੀ ਤੇ ਜਾਏਗੀ। ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ, ਗੁਰੂ ਜੀ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁਚੀ। ਕਦੇ ਸੈਟਿਸਫਾਈ ਨਹੀਂ ਐਸੇ ਹੁੰਦੇ। ਤ੍ਰਿਸ਼ਨਾ ਇੱਕ ਖੂਹ ਹੈ, ਜਿੰਨੀਆਂ ਮਰਜ਼ੀ ਬਾਲਟੀਆਂ ਭਰ ਭਰ ਪਾਈ ਜਾਓ, ਪਾਣੀ ਦੀਆਂ ਭਰਦਾ ਹੀ ਨਹੀਂ। ਸੰਤੋਖ ਦਾ ਅਰਥ ਹੁੰਦਾ ਸੈਟਿਸਫਾਈ, ਸੰਤੁਸ਼ਟ ਹੋ ਜਾਣਾ, ਤ੍ਰਿਪਤ ਹੋ ਜਾਣਾ, ਅਘਾਈ ਜਿਸ ਤਰ੍ਹਾਂ ਰੱਜ ਜਾਣਾ। ਹਾਂ, ਜੋ ਕੁਛ ਚਾਹੀਦਾ ਸੀ ਸਾਰਾ ਕੁਛ ਹੈ। ਜਦੋਂ ਜ਼ਿੰਦਗੀ ਦੇ ਵਿੱਚੋਂ ਅਸੀਂ ਆਪਣਾ ਜਿਹੜਾ ਰੱਬ ਦਾ ਬਖਸ਼ਿਆ ਸੁੱਖ ਹੈ ਉਹਨੂੰ ਮੰਨਣਾ ਸ਼ੁਰੂ ਕਰ ਦਾਂਗੇ, ਸਾਨੂੰ ਇੰਝ ਮਹਿਸੂਸ ਹੋਵੇਗਾ ਜਦੋਂ ਸੁੱਖ ਉਸ ਨੂੰ ਮਾਣਾਂਗੇ, ਸਾਡੀ ਔਕਾਤ ਤੋਂ ਕਈ ਗੁਣਾ ਵੱਧ ਸੁੱਖ ਸਾਡੇ ਕੋਲ ਹੈ, ਸਾਡੀ ਔਕਾਤ ਤੋਂ ਕਈ ਗੁਣਾ ਵੱਧ ਖੁਸ਼ੀਆਂ ਸਾਡੇ ਕੋਲ ਨੇ। ਪਰ ਨਹੀਂ, ਅਸੀਂ ਉਸ ਚੀਜ਼ ਨੂੰ ਮੰਨਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਸਾਡੀ ਹਾਲਤ ਪਤਾ ਕਿਹੋ ਜਿਹੀ ਹੈ? ਮੈਂ ਆਪਣੀ ਘਟਨਾ ਦੱਸਦਾ ਇੱਕ, ਸੌਖੀ ਸਮਝ ਪਕੜ 'ਚ ਆ ਜਾਏਗੀ ਗੱਲ। ਮੇਰੇ ਕੋਲ ਸੀ ਮਰੂਤੀ ਵੈਗਨਰ ਕਾਰ, ਤੇ ਮੈਂ ਦਿੱਲੀ ਜਾਣਾ ਸੀ ਅੰਮ੍ਰਿਤਸਰ ਤੋਂ। ਬੜਾ ਵਧੀਆ ਫੈਮਿਲੀ ਨਾਲ ਮੈਂ ਇੰਜੋਏ ਕਰਦਾ ਜਾ ਰਿਹਾ, ਗੱਲਾਂ ਬਾਤਾਂ ਹੱਸਦੇ ਖੇਡਦੇ ਜਾ ਰਹੇ ਹਾਂ, ਬੱਚੇ ਵੀ ਨਾਲ ਨੇ। ਮੇਰੇ ਕੋਲ ਦੀ ਲੱਗੀ BMW। ਹੁਣ ਉਹ ਮਹਿੰਗੀ ਗੱਡੀ, ਉਹਦੀ ਸਪੀਡ ਵੀ ਤਕੜੀ ਹੈ। ਤੇ ਮੇਰੇ ਬੱਚੇ ਨੇ ਕਿਹਾ ਵੀ ਇਹ ਤੇ ਅੱਗੇ ਲੰਘ ਗਿਆ ਆਪਣੇ ਤੋਂ। ਮੈਂ ਵੀ ਕੋਸ਼ਿਸ਼ ਕੀਤੀ, ਹੁਣ ਮੈਂ ਵੀ ਭਜਾਵਾਂ। ਜਦੋਂ ਗੱਡੀ ਸਪੀਡ ਨਾਲ ਭਜਾਈ ਤੇ ਫਿਰ ਮੈਂ ਬੱਚਿਆਂ ਨੂੰ, ਮੈਂ ਬੋਲਣਾ ਨਹੀਂ ਕਿਸੇ ਨੇ, ਮੈਨੂੰ ਡਿਸਟਰਬ ਨਾ ਕਰੋ। ਜਿਹੜਾ ਖੁਸ਼ੀਆਂ ਭਰਿਆ ਸਫ਼ਰ ਸੀ ਨਾ ਸਾਡਾ, ਹੱਸਦਿਆਂ ਖੇਡਦਿਆਂ ਦਾ, ਖਤਮ ਹੋ ਗਿਆ। ਮਨ ਦੁਖੀ ਇੰਨਾ, ਰਿਝੇ ਇੰਨਾ ਅੰਦਰੇ ਅੰਦਰ ਹੀ ਵੀ ਇਹ ਮੇਰੀ ਗੱਡੀ ਕਿਉਂ ਨਹੀਂ ਉਦੋਂ ਤੱਕ ਪਹੁੰਚ ਰਹੀ, ਉਹ ਅਜੇ ਵੀ ਅੱਗੇ ਹੋਰ ਅੱਗੇ ਜਾ ਰਹੀ ਹੈ। ਪਰ ਹੁਣ ਜਿਹੜੀ ਚੀਜ਼ ਜਿੰਨੀ ਮੈਨੂੰ ਤੇ ਮੇਰੇ ਕੋਲ ਹੈ, ਉਹਨੇ ਤਾਂ ਉਨਾ ਹੀ ਕੰਮ ਕਰਨਾ ਹੈ ਨਾ। ਉਹ ਜਿਹੜਾ ਸਫ਼ਰ ਖੁਸ਼ੀਆਂ ਵਾਲਾ ਸੀ, ਉਹ ਖੁਸ਼ੀਆਂ ਖਤਮ ਕਰਕੇ ਸਫ਼ਰ ਬਤੀਤ ਕੀਤਾ। ਕਿਤੇ ਨਾ ਕਿਤੇ ਮਹਿਸੂਸ ਕਰਿਓ, ਜ਼ਿੰਦਗੀ ਦੇ ਵਿੱਚ ਇਹ ਰਿਐਲਿਟੀ ਹੈ ਸਾਡੀ। ਮੈਂ ਆਪਣੇ ਜੀਵਨ ਦੀਆਂ ਘਟਨਾਵਾਂ ਤੋਂ ਬਹੁਤ ਕੁਝ ਮਹਿਸੂਸ ਕਰਦਾ, ਸਿੱਖਦਾ। ਜੋ ਕੁਝ ਜੇ ਘਰ ਸਾਡੇ ਕੋਲ ਹੈ ਨਾ, ਅਸੀਂ ਉਹਦੇ ਤੇ ਸੈਟਿਸਫਾਈ ਨਹੀਂ ਹੈ। ਦੂਜਿਆਂ ਦਾ ਘਰ ਇਸ ਤਰ੍ਹਾਂ ਦਾ ਵਾ, ਉਹੋ ਜਿਹਾ ਘਰ ਸਾਨੂੰ ਚਾਹੀਦਾ। ਉਹਦੇ ਲਈ ਫਿਰ ਸਾਨੂੰ 8 ਘੰਟੇ ਤਾਂ 16 ਘੰਟੇ ਕੰਮ ਕਰਦੇ ਆ। ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤੇ ਸਮਝ ਆ ਜਾਣ। ਜੋ ਕੋਲ ਹੈ ਉਹਦੇ ਵਿੱਚੋਂ ਸੁੱਖ ਲਈਏ ਪਹਿਲਾਂ, ਤੁਸੀਂ ਮਹਿਸੂਸ ਕਰੋਗੇ ਸੁੱਖ ਹੋਰ ਵਧੇਗਾ। ਜਿਵੇਂ ਜਿਵੇਂ ਸੁੱਖ ਮਾਣਾਂਗੇ, ਹੋਰ ਸਾਡੇ ਕੋਲ ਸੁੱਖ ਆਵੇਗਾ।
रब दे दिती हुई जिहड़ी रब चीज़ दिंदा दात दिंदा कदे मुकदी नहीं, क्योंकि परमेशर आप असीम है, उसकी दात भी असीम है। नहीं यकीन गुरु जी नूं पुछ लेंगे आप। गुरु जी कहते जेवड़ आप करो रसना सांझी, रहरा साहब का पाठ रोज करते आप। जेवड़ आप जिन्ना वड्डा परमेशर आप है, जेवड़ आप तेवड़ तेरी, ये परमेशर तेरी दात भी उन्नी महान उन्नी वड्डी। दुनिया के किसी कोने चले जाओ रब हर थां ते बहुत वड्डा है। साडे जन्म तो लैके मरण तक रब मौजूद है, तो उसकी दात जिहड़ी चीज़ उन्हें दिती है वो भी नाल निभदी उस तरह हर थां ते। दुनिया के किसी कोने च होवांगे सुख खुशियां साडे नाल होणगे। किते आ समझ विच आ जाए साडे नुकता, रब दियां दित्तियां दातां नूं माणीए, दूजियां दे खो के मानण की कोशिश ना करिए। दूजियां दे सुख दूजियां लई है, मेरा सुख मेरे लिए है। गुरु बख्शिश करे। वो पुछते हैं कहते यानी संतोख वाली अवस्था है, सैटिस्फाई होना, संतुष्ट होना, ये इस विच टिकिया किवें जा सकता है। सहज संतोख का आसन जाना है, इसकी समझ किवें आवे। क्यों छेदे बह राइए, यह जिहड़े हौमे रूपी वैरी है इनू विन्निया किवें जावे। अगों गुरु नानक साहब पातशाह जी फिर जवाब देते हैं। गुरु साहब जी कहते हैं गुर का शब्द हौमै बिख मार है। जिहड़े हौमे का जहर है गुरु के शब्द के नाल इनू मारिया जाता है। जिहड़ा बचन आप पढ़ रहे थे ना, एक साझा किया है प्रमाण पा भीरी के पात पार दो बिन पेखे दूर आए, वो फिर अगे बचन आता है। गुरु साहब कहते हों हों भीत भयो है बीचो सुनत देस निकटायो। अगे बचन आता है गुर शब्द है, गुरु शब्द नाल हौमै भीत खोई। जदों गुरु शब्द दे नाल भाव गुरबाणी दे ज्ञान नाल गुरबाणी दे मुताबिक जो जीवन जीवन लग पे, जिहड़ी हौमे दी कंध सी ढह गई। गुर शब्द है हौमै भीत खोई, होया कि तो दयार पीठ लो पायो। दया का घर परमेश्वर वाहिगुरु परमात्मा प्राप्त हो गया जो हौमे की कंध खत्म हो गई। गुर शब्द है गुरु के शब्द राही गुरु साहब जी इत्थे बख्शिश करते हैं। गुर कै शब्द गुरु के शब्द के राही हौमै बिख मारै। हौमै की जिहड़ी जहर है इनू खत्म किया जाता है। तो जदों ये जहर खत्म हो जाती है, हौमै की जहर नूं जिहड़ा जीवन चों खत्म कर लेंदा है गुरु के शब्द राही, तां निज घर होवै वासो। उहदा फिर अपने जीवन दे विच निज घर विच वासा होंदा है। निज घर दा अर्थ की है? निज घर दा अर्थ है जो साडे कोल है उन्हां दे विच फिर वो जुड़ जाता है, उन्हां चों रस लैंदा है, उन्हां चों आनंद लैंदा है। जो परिवार मेरे कोल है, जो शरीर मेरे कोल है, जो पदार्थ मेरे कोल है, जो कुछ मेरे कोल मैनूं परमेश्वर ने दिता है, उन्हां विचों फिर वो सुख लैंदा है, उन्हां चों खुशियां लैंदा है। उन्हां नूं छड्ड के बाहर नहीं भटकदा, किसी होर पासे नहीं जाता। जिन रच रचिया, जिस परमेश्वर ने सारी रचना रची हुई है, तिस शब्द पछाणै। गुरु शब्द दे राही उत्थे सवाल आया सी ना कि ज्ञान की मुंदरा कवन कथिया ने। ज्ञान का तो डूंगी जान पहचान, परमेश्वर नाल डूंगी जान पहचान किवें होवे, उहदी निशानी की है, साधन की है, तरीका की है। गुरु साहब जी ने इत्थे बख्शिश की जिन रच रचिया, जिस परमेश्वर ने सारी रचना रची है, तिस शब्द पछाणै। उस परमेश्वर वाहिगुरु परमात्मा नाल जिहड़ी जान पहचान है, डूंगी साझ है, शब्द दे राही पैंदी है, शब्द दे राही हुंदी है। ते जिहड़े शब्द दे राही परमेश्वर नाल अपनी साझ बना लैंदे ने, नानक तां का दासो। ये नानक उन्हां दा सेवक है, दास है, जिहड़े शब्द दे राही गुरु शब्द दे राही परमात्मा नाल साझ बनाउंदे ने। आओ कोशिश करिए आपां भी अपने जीवन दे विचों
ਉਸ ਪਰਮੇਸ਼ਰ ਪਰਮਾਤਮਾ ਦੀ ਰੱਬੀ ਨੂਰ ਰੱਬੀ ਜੋਤ ਸ਼ਬਦ ਦੇ ਰਾਹੀਂ ਪ੍ਰਗਟ ਕਰੀਏ, ਕੋਸ਼ਿਸ਼ ਕਰੀਏ। ਬਾਹਰਲੀਆਂ ਤਸਵੀਰਾਂ, ਬਾਹਰਲੇ ਜੋ ਵੀ ਬਾਹਰ ਦਾ ਅਡੱਬਰ ਹੈ, ਉਹਦੇ ਤੋਂ ਸੁਰਤ ਨੂੰ ਮੋੜ ਕੇ ਆਪਣੇ ਅੰਦਰ ਅੰਤਹਿਕਰਨ ਨਾਲ ਜੋੜ ਲਈਏ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦ ਜਿਨੀ ਅੰਤਰ ਪਾਇਆ। ਗੁਰੂ ਬਖਸ਼ਿਸ਼ ਕਰੇ ਤੇ ਜਦੋਂ ਉਹਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਨਾ, ਸੋ ਅੰਤਰ ਬਾਹਰ ਸੁਹੇਲਾ। ਭਾਵ ਉਹ ਸੰਸਾਰ ਵਿੱਚ ਵਿਚਰਦਿਆਂ ਵੀ, ਜੀਵਨ ਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਹਰ ਥਾਂ 'ਤੇ ਇੰਝ ਮਹਿਸੂਸ ਹੋਵੇਗਾ, ਮੇਰੇ ਨਾਲ ਖੜਾ ਹੈ, ਮੇਰਾ ਸਹਾਈ ਹੈ। ਗੁਰੂ ਬਖਸ਼ਿਸ਼ ਕਰੇ ਇੱਥੇ ਸਮਾਪਤੀ ਕਰਦੇ ਜੀ। ਬਾਕੀ ਜਿਹੜੀ ਅਗਲੀ ਵਿਚਾਰ ਹੈ ਉਹ ਆਪਾਂ 1 ਜੂਨ ਨੂੰ ਅਗਲਾ ਜਿਹੜਾ ਹੈ ਦੀਵਾਨ ਹੋਵੇਗਾ ਉਹਦੇ ਵਿੱਚ ਸਾਂਝੀ ਕਰਾਂਗੇ। ਸਤਿਗੁਰ ਰਹਿਮਤ ਕਰਨ, ਫੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ। ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦੇ ਆ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।